ਬਹੁਤ ਸਾਰੇ ਅਧਿਆਪਕ ਵੀਰ ਭੈਣ ਤੇ ਵਿਦਿਆਰਥੀਆਂ ਨੇ ਮੰਗ ਸ਼ੁਰੂ ਕਰ ਦਿੱਤੀ ਕਿ ਇੱਕ ਦਿਨ ਇਹਨਾਂ ਨੂੰ ਹੋਰ ਅਜਿਹਾ ਹੀ ਸੈਸ਼ਨ ਲਾਉਣ ਲਈ ਦਿੱਤਾ ਜਾਵੇ। ਤਾਂ ਅਸੀਂ ਉਹਨਾਂ ਭੈਣਾਂ ਤੇ ਵੀਰਾਂ ਨੂੰ ਵੀ ਇਸ ਗੱਲ ਨੂੰ ਧਿਆਨ 'ਚ ਰੱਖਦੇ ਹਾਂ। ਇਹ ਵਾਅਦਾ ਕੀਤਾ ਸੀ ਕਿ ਜਲਦ ਹੀ ਇਹ ਕੋਸ਼ਿਸ਼ ਹੋਵੇਗੀ। ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰਾਂ ਦੀ ਮਿਹਨਤ ਨਾਲ ਅੱਜ ਸਾਡਾ ਇੰਤਜ਼ਾਰ ਖਤਮ ਹੋਇਆ ਹੈ ਤੇ ਸਾਨੂੰ ਉਹ ਸੈਸ਼ਨ ਇੱਕ ਵਾਰ ਫਿਰ ਤੋਂ ਉਸ ਮਹਾਨ ਆਤਮਾ ਡਾਕਟਰ ਜਸਵਿੰਦਰ ਸਿੰਘ ਜੀ ਸਟੇਟ ਵਾਰਡ ਅਧਿਆਪਕ ਜਿਨ੍ਹਾਂ ਦੇ ਫਿਰ ਰੂਬਰੂ ਹੋ ਕੇ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਹੈ। ਤਾਂ ਮੈਂ ਅੱਜ ਦੇ ਸੈਸ਼ਨ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੇ ਵੀਰ ਅਮਰਪ੍ਰੀਤ ਸਿੰਘ ਜੀ ਅਕਾਦਮਿਕ ਕੌਂਸਲ ਜੋ ਸਾਡੀ ਹੈ ਗੁਰਦਿੱਤ ਸਟੱਡੀ ਸਰਕਲ ਦੀ, ਇਸ ਦੀ ਰੀੜ੍ਹ ਦੀ ਹੱਡੀ ਕਹਿ ਦੇਵਾਂ ਤਾਂ ਕੋਈ ਗਲਤ ਨਹੀਂ ਹੋਵੇਗਾ, ਕਿਉਂਕਿ ਇਹ ਸਾਡੇ ਸਟੱਡੀ ਸਰਕਲ ਦੀਆਂ ਅਨੇਕਾਂ ਸੇਵਾਵਾਂ ਇਸ ਦੇ ਨਾਲ ਨਿਭਾ ਰਹੇ ਹਨ ਤੇ ਅਕਾਦਮਿਕ ਕੌਂਸਲ ਨੂੰ ਇਨਫੈਕਟ ਕਰ ਰਹੇ ਹਨ। ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਅੱਜ ਦੇ ਸੈਸ਼ਨ ਦੀ ਆਰੰਭਤਾ ਨੂੰ ਸ਼ੁਰੂ ਕਰਦੇ ਹੋਏ ਅਤੇ ਨਾਲ ਦੇ ਨਾਲ ਡਾਕਟਰ ਜਸਵਿੰਦਰ ਸਿੰਘ ਜੀ ਨੂੰ ਜੀ ਆਇਆਂ ਕਹਿਣਗੇ ਤੇ ਆਪਣੇ ਕੋਈ ਸ਼ਬਦ ਰੱਖਣਗੇ। ਵੀਰ ਅਮਰਪ੍ਰੀਤ ਸਿੰਘ ਜੀ ਅਕਾਦਮਿਕ ਕੌਂਸਲ ਹੈਡ। ਹਾਂਜੀ ਵੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਵੀਰ ਜੀ? ਆ ਰਹੀ ਠੀਕ। ਬਹੁਤ ਹੀ ਸਤਿਕਾਰਯੋਗ, ਠੀਕ ਵੀਰ ਜੀ, ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਡਾਕਟਰ ਮਨਜੀਤ ਸਿੰਘ ਜੀ, ਪ੍ਰਧਾਨ ਰਣਜੀਤ ਸਿੰਘ ਜੀ, ਮਨਮੋਹਨ ਸਿੰਘ ਜੀ, ਆਪ ਬੜਾ ਵਧੀਆ ਉਪਰਾਲਾ ਕਰ ਰਹੇ ਹੋ ਤੇ ਜਿਨ੍ਹਾਂ ਨੇ ਬਹੁਤ ਹੀ ਸਤਿਕਾਰ ਸ਼ਖਸੀਅਤ ਡਾਕਟਰ ਜਸਵਿੰਦਰ ਸਿੰਘ ਜੀ ਨੈਸ਼ਨਲ ਅਵਾਰਡੀ ਨੇ ਜੋ ਉਹਨਾਂ ਨੂੰ ਸੰਗਤਾਂ ਦੇ ਰੂਬਰੂ ਕਰਿਆ ਤੇ ਜੋ ਵਿਸ਼ਾ ਅੱਜ ਦਾ ਲਿਆ ਮੈਂ ਸਮਝਦਾ ਉਹ ਬਹੁਤ ਹੀ ਕਮਾਲ ਦਾ ਵਿਸ਼ਾ ਹੈ, ਬਹੁਤ ਹੀ ਇੰਟਰਸਟਿੰਗ ਸਬਜੈਕਟ ਅੱਜ ਦਾ ਤੇ ਬਹੁਤ ਹੀ ਜਾਣਕਾਰੀ ਭਰਪੂਰ ਤੇ ਸਮੇਂ ਦੇ ਅਨੁਕੂਲ ਆ, ਜੋ ਅੱਜ ਜਿਸ ਦੀ ਬੇਹੱਦ ਜ਼ਰੂਰਤ ਸੀ ਸਮੇਂ ਦੇ ਮੁਤਾਬਕ ਵਿਦਿਆਰਥੀਆਂ ਦੇ ਲਈ ਵੀ ਤੇ ਅਧਿਆਪਕਾਂ ਦੇ। ਸਿੱਖਣਾ ਤੇ ਸਿਖਾਉਣਾ ਕਮਾਲ ਦਾ ਵਿਸ਼ਾ ਸੀ, ਅੱਜ ਦਾ ਵਿਸ਼ਾ ਹੈ ਅੱਜ ਦਾ। ਤੇ ਮੈਂ ਸਮਝਦਾ ਕਿ ਇਹ ਵੀਰਾਂ ਨੂੰ ਸਿਹਰਾ ਜਾਂਦਾ ਹੈ। ਮੈਂ ਸ਼ਲਾਘਾ ਜਿੰਨੀ ਕਰਾਂ ਉਨੀ ਥੋੜੀ ਆ। ਮੇਕ ਲਰਨਿੰਗ ਕੰਟੀਨਿਊਸ ਐਂਡ ਅਨਫੋਰਗੇਟੇਬਲ, ਕਿੰਨਾ ਪਿਆਰਾ ਵਿਸ਼ਾ ਵੀਰਾਂ ਨੇ ਲਿਆ ਅੱਜ ਦਾ। ਸੋ ਸਿੱਖ ਦੀ ਜਿਹੜੀ ਡੈਫੀਨੇਸ਼ਨ ਆ ਉਹਦਾ ਪਹਿਲੇ ਵੈਸੇ ਮੇਰੇ ਹਿਸਾਬ ਨਾਲ ਸਿੱਖਣਾ ਹੁੰਦਾ, ਵੱਧ ਤੋਂ ਵੱਧ ਅਸੀਂ ਸਿੱਖੀਏ ਤੇ ਸਿੱਖਣ ਵਾਲੇ ਤੇ ਡਿਪੈਂਡ ਕਰਦਾ ਉਹ ਕਿੰਨਾ ਕੁ ਇੰਟਰਸਟ ਲੈਂਦਾ ਤੇ ਸਿਖਾਉਣ ਵਾਲੇ ਦਾ ਬਣਦਾ ਕਿ ਉਹ ਕਿਸ ਤਰੀਕੇ ਨਾਲ ਸਿਖਾ ਰਿਹਾ, ਸਿਖਾਉਣ ਵਾਲਾ ਕਿੰਨਾ ਕੁ ਉਸਨੂੰ ਰੋਮਾਂਚਕ ਬਣਾ ਕੇ ਸਿਖਾ ਰਿਹਾ ਕਿ ਵਿਦਿਆਰਥੀ ਜਾਂ ਸਿੱਖਣ ਵਾਲਾ ਉਹਦੇ ਵੱਲ ਖਿੱਚਿਆ ਜਾਵੇ ਤੇ ਉਹਨੂੰ ਸਿੱਖ ਕੇ ਅੰਦਰ ਵਸਾ ਸਕੇ। ਕਿਸ ਤਰੀਕੇ ਨਾਲ ਪੜ੍ਹਾਇਆ ਜਾਂਦਾ ਕਿ ਉਹ ਪੜ੍ਹਨ ਤੋਂ ਬਾਅਦ ਭੁੱਲੇ ਨਾ ਤੇ ਇਕੱਲਾ ਪੜ੍ਹਨਾ ਹੀ ਨਹੀਂ ਕਿ ਉਸਨੂੰ ਯਾਦ ਕਿਵੇਂ ਰੱਖਣਾ। ਮਾਰੇ ਕਹਿੰਦੇ ਜੇ ਕੋ ਖਾਵੇ ਜੇ ਕੋ ਭੁੰਚੈ, ਮਤਲਬ ਜੋ ਪੜ੍ਹਿਆ ਜੋ ਉਸਨੂੰ ਅਸੀਂ ਆਪਣੇ ਅੰਦਰ ਕਿਵੇਂ ਵਿਚਾਰਿਆ, ਕਿਵੇਂ ਵਾਰ-ਵਾਰ ਯਾਦ ਕਰਿਆ, ਉੱਪਰ ਡਿਪੈਂਡ ਕਰਦਾ। ਅੱਜ ਦਾ ਜਿਹੜਾ ਯੁੱਗ ਆ, ਨਵੀਂ ਤਕਨੀਕ ਦਾ ਯੁੱਗ ਆ ਗਿਆ। ਅੱਜ ਬੜੇ ਸਿਸਟਮ ਨੇ ਪੀਪੀਟੀ ਬਣਾ ਕੇ ਪੜ੍ਹਾਉਣ ਦਾ ਰਿਵਾਜ ਚੱਲ ਪਿਆ, ਜਿਹਦੇ ਵਿੱਚ ਬੱਚਿਆਂ ਦੇ ਮਨ ਤੇ ਬੜਾ ਸਿੱਧਾ ਇਫੈਕਟ ਪੈਂਦਾ ਜਾਂ ਕਾਫੀ ਚੀਜ਼ਾਂ ਨੂੰ ਪ੍ਰੈਕਟੀਕਲੀ ਰੂਪ ਦੇ। ਅੱਜ ਥਿਓਰੀਟੀਕਲ ਦੇ ਨਾਲ ਨਾਲ ਪ੍ਰੈਕਟੀਕਲੀ ਜੋ ਬੱਚਿਆਂ ਨੂੰ ਦਿਖਾਇਆ ਜਾਂਦਾ ਹੈ, ਜੋ ਪੜ੍ਹਾਇਆ ਜਾਂਦਾ ਹੈ, ਖਾਸ ਤੌਰ ਤੇ ਜਿਵੇਂ ਸਾਇੰਸ ਦੇ ਸਬਜੈਕਟ ਨੇ, ਈਵਨ ਅੱਜ ਮੈਥ ਵੀ, ਹੋਰ ਹਿਸਟੋਰੀਕਲ ਵੀ, ਜੋ ਬੱਚਿਆਂ ਨੂੰ ਦਿਖਾਇਆ ਜਾਂਦਾ ਸਿੱਧੇ ਰੂਪ 'ਚ, ਉਹ ਸ਼ਾਇਦ ਬੱਚਿਆਂ ਦੇ ਅੰਦਰ ਬੜਾ ਸਿੱਧਾ ਅੰਦਰ ਡੂੰਘਾ ਉਤਰ ਜਾਂਦਾ। ਬੱਚੇ ਨੂੰ ਭੁੱਲ ਨਹੀਂ ਪਾਉਂਦੇ ਤੇ ਉਹਨਾਂ ਦੇ ਅੰਦਰ ਉਹ ਵੱਸ ਜਾਂਦੀ ਹੈ ਚੀਜ਼। ਸੋ ਅੱਜ ਦਾ ਜਿਹੜਾ ਵਿਸ਼ਾ ਹੈ, ਮੈਂ ਸਮਝਦਾ ਵੀ ਜਿੰਨੀ ਇਹਦੀ ਤਾਰੀਫ ਕਰੀ ਜਾਵੇ, ਜਿਹਨਾਂ ਵੀਰਾਂ ਨੇ ਇਹਨੂੰ ਸਿਲੈਕਟ ਕੀਤਾ ਉਨੀ ਤਾਰੀਫ ਜਿਵੇਂ ਥੋੜੀ ਆ। ਤੇ ਮੈਂ ਬਾਹਲਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਬਹੁਤ ਹੀ ਰੌਚਕ ਆ। ਮੇਰਾ ਵੀ ਇੰਟਰਸਟ ਬਹੁਤ ਬਣਿਆ ਹੋਇਆ ਕਿ ਜਲਦੀ ਤੋਂ ਜਲਦੀ ਇਹਨੂੰ ਸੁਣਿਆ ਜਾਵੇ ਤਾਂ ਕਿ ਅਸੀਂ ਆਪਣੀ ਨੂੰ ਨਿੱਜੀ ਲਾਈਫ ਵਿੱਚ ਵਰਤ ਸਕੀਏ। ਸੋ ਮੈਂ ਡਾਕਟਰ ਜਸਵਿੰਦਰ ਸਿੰਘ ਜੀ ਦਾ ਇਸ ਅੱਜ ਦੇ ਵਿਸ਼ੇ ਦੇ ਵਿੱਚ ਆਉਣ ਤੇ
ਮੈਂ ਬਹੁਤ ਜੀ ਆਇਆਂ ਨੂੰ ਆਖਦਾ ਤੇ ਧੰਨਵਾਦ ਵੀ ਅਸੀਂ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਆ। ਸੋ ਮੈਂ ਇੰਨਾ ਕੁਝ ਕਹਿੰਦਾ ਹੋਇਆ ਭੁੱਲਾਂ ਚੁੱਕਾਂ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਤੋ ਹੁਣ ਮੈਂ ਜਿਵੇਂ ਕਿ ਵੀਰ ਜੀ ਨੇ ਦੱਸਿਆ ਕਿ ਸਮਾਂ ਸਾਡੇ ਲਈ ਲੈਣਾ ਜਾਇਜ਼ ਨਹੀਂ, ਤਾਂ ਮੈਂ ਬੇਨਤੀ ਕਰਾਂ ਡਾਕਟਰ ਜਸਵਿੰਦਰ ਸਿੰਘ ਜੀ ਆਪ ਜੀ ਨੂੰ ਸਟੱਡੀ ਸਰਕਲ ਵੱਲੋਂ ਅੱਜ ਦੇ ਸੈਸ਼ਨ ਵਿੱਚ ਜੀ ਆਇਆਂ ਆਖਿਆ ਜਾਂਦਾ ਹੈ ਤੇ ਆਪ ਅੱਜ ਦਾ ਵਿਸ਼ਾ ਲੈ ਕੇ ਸੰਗਤਾਂ ਦੇ ਵਿੱਚ ਰੂਬਰੂ ਹੋਣਾ ਹੈ। ਡਾਕਟਰ ਜਸਵਿੰਦਰ ਸਿੰਘ ਜੀ, ਸਟੇਟ ਪਾਰਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜੋ ਵੀ ਪ੍ਰਬੰਧਕ ਵੀਰ ਹਨ, ਉਹ ਹਮੇਸ਼ਾ ਹੀ ਮੌਕਾ ਦਿੰਦੇ ਆ ਮੈਨੂੰ। ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਸੰਗਤਾਂ ਦੇ ਰੂਬਰੂ ਹੋਣ ਦਾ ਸਬੱਬ ਬਣਦਾ ਹੈ। ਬੜਾ ਚੰਗਾ ਲੱਗਦਾ ਹੈ ਕਿ ਜਦੋਂ ਵੀਰ ਮਨਦੀਪ ਸਿੰਘ ਜੀ ਦਾ, ਡਾਕਟਰ ਮਨਦੀਪ ਸਿੰਘ ਜੀ ਦਾ ਫੋਨ ਆਉਂਦਾ ਹੈ ਤਾਂ ਇੱਕ ਅਨੋਖਾ ਜਿਹਾ ਚਾਅ ਚੜ੍ਹ ਜਾਂਦਾ ਤੇ ਉਸ ਚਾਅ ਦੇ ਵਿੱਚ ਦਿਲ ਕਰਦਾ ਹੈ ਕਿ ਉਹ ਸਮਾਂ ਕਦੋਂ ਆਊਗਾ ਤੇ ਕਿਵੇਂ ਆਪਾਂ ਰਲ ਮਿਲ ਕੇ ਬੈਠਾਂਗੇ ਤੇ ਵਿਚਾਰਾਂ ਕਰਾਂਗੇ। ਤਾਂ ਅੱਜ ਉਹ ਸਮਾਂ ਬਣਿਆ, ਫੇਰ ਸਮਾਂ ਬਣਿਆ ਤੇ ਸਾਡੇ ਵੀਰ ਜੇਪੀ ਸਿੰਘ ਜੀ ਜਿਨ੍ਹਾਂ ਨੇ ਮੁਲਾਕਾਤ ਕਰਵਾਈ ਵੀਰ ਮਨਦੀਪ ਸਿੰਘ ਜੀ ਨਾਲ ਮੋਹਾਲੀ ਵਿਖੇ, ਤਾਂ ਉਸ ਤੋਂ ਬਾਅਦ ਲਗਾਤਾਰ ਇਹ ਚੇਨ ਬਣਦੀ ਗਈ ਤੇ ਮੈਂ ਸਮੂਹ ਸੰਗਤਾਂ ਦਾ ਜੋ ਵੀ ਜੁੜੀਆਂ ਤੇ ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹ ਇਹਨਾਂ ਮੌਕਿਆਂ ਨੂੰ ਤਰਾਸ਼ਦੇ ਹੈ, ਇਹਨਾਂ ਮੌਕਿਆਂ ਨੂੰ ਪ੍ਰਾਪਤ ਕਰਵਾਉਂਦੇ ਹੈ ਔਰ ਇਹਨਾਂ ਮੌਕਿਆਂ ਦਾ ਖੂਬ ਆਪ ਵੀ ਆਨੰਦ ਲੈਂਦੇ ਹੈ। ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ, ਉਹ ਬਸ ਸ਼ਬਦ ਨਹੀਂ ਹੈ। ਤੇ ਮੈਂ ਅਕਸਰ ਦੇਖਦਾ ਰਹਿੰਦਾ ਕਿ ਹਰ ਰੋਜ਼ ਕੈਂਪ ਲਗਾਉਣਾ ਇਹ ਬਹੁਤ ਹੀ ਇੱਕ ਨਵੇਕਲਾ ਕਦਮ ਹੈ ਔਰ ਸੰਗਤਾਂ ਨੂੰ ਇਸ ਦੇ ਨਾਲ ਜੋੜੀ ਰੱਖਣਾ ਇਹੋ ਜਿਹੇ ਸਮੇਂ ਦੇ ਵਿੱਚ ਕਿ ਜਦੋਂ ਅਸੀਂ ਇੱਕ ਦੂਜੇ ਦੇ ਸਨਮੁਖ ਤਾਂ ਨਹੀਂ ਹੋ ਸਕਦੇ ਪਰ ਵਰਚੁਅਲੀ ਮਿਲ ਸਕਦੇ ਹਾਂ। ਥਰੂ ਥੀਸ ਮੀਟਿੰਗਸ ਵੀ ਆਰ ਮੀਟਿੰਗ ਈਚ ਅਦਰ। ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ ਕਿ ਅਸੀਂ ਸੰਗਤਾਂ ਦੇ ਰੂਬਰੂ ਹੁੰਦੇ ਹਾਂ। ਤੇ ਅੱਜ ਦਾ ਜਿਹੜਾ ਵਿਸ਼ਾ ਵੀਰ ਜੀ ਨੇ ਦਿੱਤਾ ਹੈ, ਉਸ ਵਿਸ਼ੇ ਦੇ ਤਹਿਤ ਆਪਾਂ ਵੱਧ ਤੋਂ ਵੱਧ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਵੱਧ ਤੋਂ ਵੱਧ ਜਿਹੜਾ ਹੈ ਅਸੀਂ ਵਿਗਿਆਨ ਤੇ ਗਣਿਤ ਵਿਸ਼ੇ ਦੀ ਗਹਿਰਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਜਦੋਂ ਵੀਰ ਜੀ ਨੇ ਇਹ ਗੁਰੂ ਦੀ ਕਿਰਪਾ ਦਾ ਨਾਮ ਲਿਆ ਤਾਂ ਗੁਰੂ ਦੀ ਕਿਰਪਾ ਦੇ ਬਿਨਾਂ ਤਾਂ ਕੁਝ ਵੀ ਸੰਭਵ ਨਹੀਂ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਜੁੜੇ ਹੋਏ ਹਾਂ। ਤੇ ਮੈਂ ਕੁਝ ਵਿਚਾਰ ਕਰ ਰਿਹਾ ਸੀ ਮਨ ਦੇ ਵਿੱਚ ਕਿ ਪ੍ਰਮਾਤਮਾ ਨੇ ਜਿਹੜਾ ਕੋਈ ਘੋੜਾ ਬਣਾਇਆ ਜਾਂ ਗਾਂ ਬਣਾਈ ਜਾਂ ਕੋਈ ਹੋਰ ਜੀਵ ਪੈਦਾ ਕੀਤੇ, ਉਹਨਾਂ ਦੇ ਸਿਸਟਮ ਜਿਹੜੇ ਆ ਉਹ ਵੱਖਰੇ ਵੱਖਰੇ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਕੰਮ ਕਰ ਰਹੇ ਆ। ਤੇ ਕਈ ਵਾਰੀ ਕੁਝ ਨਾਸਤਿਕ ਵੀਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਤੇ ਉਹ ਬੜਾ ਹੀ ਇਸ ਤਰ੍ਹਾਂ ਸੋਚਦੇ ਆ ਕਿ ਨਾ ਤਾਂ ਰੱਬ ਹੈਗਾ ਤੇ ਨਾ ਦਿਸਦਾ ਹੈਗਾ ਤੇ ਤੁਸੀਂ ਇਹਦੀਆਂ ਗੱਲਾਂ ਕਰਦੇ ਰਹਿੰਦੇ ਹੋ। ਤਾਂ ਮੈਂ ਸੋਚਦਾ ਰਹਿੰਦਾ ਕਿ ਉਹ ਜਿਹੜਾ ਵਿਆਪਕ ਪਰਿਪੂਰਨ ਪਰਮਾਤਮਾ ਹੈ ਉਹ ਕਿਧਰੇ ਨਾ ਕਿਧਰੇ ਤਾਂ ਜ਼ਰੂਰੀ ਹੈ। ਕਿਉਂਕਿ ਇਹ ਜੀ ਘਾੜਤ ਨੂੰ ਘੜਨਾ, ਮੈਂ ਤਾਂ ਥੋੜਾ ਜਿਹਾ ਸਮਾਨ ਇਕੱਠਾ ਕਰਨਾ ਹੁੰਦਾ ਹੈ ਤਾਂ ਮੈਨੂੰ ਬਹੁਤ ਸਾਰਾ ਟਾਈਮ ਲੱਗ ਜਾਂਦਾ ਹੈ। ਫਿਰ ਪਤਾ ਨਹੀਂ ਇਹ ਚੀਜ਼ਾਂ ਜਿਹੜੀਆਂ ਆਪਣਾ ਪ੍ਰਯੋਗੀ ਰੂਪ ਦਿਖਾਣਗੀਆਂ ਜਾਂ ਨਹੀਂ ਦਿਖਾਣਗੀਆਂ, ਇਸ ਦੇ ਵਿੱਚ ਵੀ ਥੋੜੀ ਜਿਹੀ ਅਸਮੰਜਸ ਬਣੀ ਰਹਿੰਦੀ ਹੈ। ਪਰੰਤੂ ਉਸ ਦੇ ਬਣਾਈ ਹੋਈਆਂ ਚੀਜ਼ਾਂ ਜਿਹੜੀਆਂ 100 ਸਾਲ ਤੱਕ ਲਗਾਤਾਰ ਹੀ ਕੰਮ ਕਰਦੀਆਂ ਆ ਰਹੀਆਂ ਔਰ ਬਿਲਕੁਲ ਬਿਨਾਂ ਕਿਸੇ ਮਤਲਬ ਵੀ ਦੇਰੀ ਦੇ ਉਹ ਸਾਨੂੰ ਤਤਪਰ ਕੰਮ ਦਿੰਦੀਆਂ। ਤਾਂ ਉਹ ਜਿਹੜੇ ਆਰਗਨਸ ਹੈ ਸਾਡੇ ਅੰਦਰ ਸਰੀਰ ਦੇ ਆਰਗਨਸ ਹੈ, ਫਿਰ ਉਹਨਾਂ ਹੱਡੀਆਂ ਨੂੰ ਤੇ ਉਹਨਾਂ ਸਾਰੇ ਸਰੀਰ ਦੇ ਵਿੱਚ ਖੂਨ ਦਾ ਜਾਣਾ, ਦਿਲ ਦਾ ਕੰਮ ਕਰਨਾ, ਕਿਡਨੀ ਦਾ ਕੰਮ ਕਰਨਾ, ਮਤਲਬ ਵੱਖਰੇ ਵੱਖਰੇ ਕੰਮ। ਜੇ ਇੱਕ ਮਤਲਬ ਵੀ ਸੋਚਿਆ ਜਾਵੇ ਨਾ ਤੇ ਇੱਕ ਅੰਗ ਦਾ ਇੱਕ ਡਾਕਟਰ ਹੁੰਦਾ ਹੈ। ਤੇ ਉਹ ਪਤਾ ਨਹੀਂ ਕੈਸਾ ਡਾਕਟਰ ਹੈ ਕਿ ਜਿਹੜਾ ਕਿ ਉਹ ਹਰ ਇੱਕ ਚੀਜ਼ ਨੂੰ ਸਿਸਟਮੈਟਿਕ ਕਰਕੇ ਚਲਾ ਰਿਹਾ। ਤੇ ਜੇ ਅਸੀਂ ਇਹ ਸੋਚੀਏ ਕਿ ਇਹ ਆਪਣੇ ਆਪ ਹੀ ਪੈਦਾ ਹੋ ਗਿਆ, ਚਲੋ ਮੰਨ ਲੈਂਦੇ ਆ ਕਿ ਵਿਗਿਆਨਕ ਤੌਰ ਦੇ ਉੱਤੇ ਕਿ ਇਹ ਆਪਣੇ ਆਪ ਹੀ ਬਣ ਗਿਆ, ਤੇ ਬਾਕੀ ਚੀਜ਼ਾਂ ਆਪਣੇ ਆਪ ਜਿਹੜੀਆਂ ਬਣ ਰਹੀਆਂ ਉਹ ਉਸੇ ਤਰ੍ਹਾਂ ਦੀਆਂ ਹੀ ਕਿਉਂ ਬਣ ਰਹੀਆਂ, ਉਹਨਾਂ ਦੇ ਵਿੱਚ ਚੇਂਜਸ ਕਿਉਂ ਨਹੀਂ ਆ ਰਹੀਆਂ। ਘੋੜਾ ਜਿਹੜਾ ਗਧੇ ਦਾ ਰੂਪ ਕਿਉਂ ਨਹੀਂ ਲੈ ਰਿਹਾ, ਜਿਹੜਾ ਮਨੁੱਖ ਹੈ ਬਾਂਦਰ ਕਿਉਂ ਨਹੀਂ ਬਣ ਜਾਂਦਾ। ਲੇਕਿਨ ਉਸ ਦੇ ਇੱਕ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਮਤਲਬ ਵੀ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਹ ਕਿਸ ਤਰ੍ਹਾਂ ਚੱਲ ਰਿਹਾ, ਸਾਡਾ ਵਰਤਾਰਾ ਕਿਸ ਤਰ੍ਹਾਂ ਹੋ ਰਿਹਾ, ਦਿਨ ਰਾਤ, ਰਾਤ ਦਿਨ,
ਜਿਹੜੀਆਂ ਇਹ ਮੌਸਮ ਬਣਦੇ ਆ ਕਿਸ ਤਰ੍ਹਾਂ ਹੋ ਰਿਹਾ, ਬੜਾ ਅਨੋਖਾ ਜਿਹਾ ਜਦੋਂ ਅਸੀਂ ਵਿਚਾਰਾਂ ਦੇ ਵਿੱਚ ਡੁੱਬ ਜਾਂਦੇ ਆ ਤਾਂ ਬੜਾ ਆਨੰਦਿਤ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ। ਤੇ ਜਿਹੜੇ ਵੀ ਅੱਜ ਵੀਰ ਸਾਡੇ ਨਾਲ ਜੁੜੇ ਹੋਏ ਆ, ਭੈਣਾਂ ਜੁੜੀਆਂ ਹੋਈਆਂ, ਤੇ ਉਹਨਾਂ ਨੂੰ ਮੈਂ ਇੱਕ ਵਾਰੀ ਫੇਰ ਫਤਿਹ ਬੁਲਾਨਾ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਦਾ ਜਿਹੜਾ ਇਹ ਸਮਾਂ ਹੈ ਸਾਡੇ ਲਈ, ਉਸ ਦੇ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਜਿਹੜਾ ਗਣਿਤ ਵਿਸ਼ਾ ਹੈ, ਦੇਖੋ ਮੈਂ ਅਕਸਰ ਇਹ ਗੱਲ ਕਹਿ ਦਿੰਦਾ ਕਿ ਜਿਹੜੇ ਕਮਜ਼ੋਰ ਵਿਅਕਤੀ ਹੈ ਨਾ, ਉਹ ਨਕਲ ਮਾਰਦੇ ਆ। ਕਮਜ਼ੋਰਾਂ ਦਾ ਗਹਿਣਾ ਨਕਲ ਦੇ ਨਾਲ ਰਹਿਣਾ। ਕਮਜ਼ੋਰ ਵਿਅਕਤੀ ਆ, ਉਹ ਨਕਲ ਮਾਰਨ ਦੀ ਕੋਸ਼ਿਸ਼ ਕਰਦੇ ਆ ਵੀ ਹਾਂ ਵੀ ਇਧਰੋਂ ਵੀ ਚੋਰੀ ਕਰ ਲਈ, ਉਧਰੋਂ ਵੀ ਚੋਰੀ ਕਰ ਲਈ, ਇਕੱਠਾ ਕਰਕੇ ਜਿਹੜਾ ਮੈਟਰ ਹੈ ਉਹ ਅਸੀਂ ਪੇਸ਼ ਕਰ ਦਿੱਤਾ। ਲੇਕਿਨ ਜਿਹੜੇ ਮੂਰਖ ਤੇ ਕਮਜ਼ੋਰ ਹੈ, ਜੇ ਉਹ ਨਕਲ ਮਾਰਦੇ ਆ, ਉੱਥੇ ਜਿਹੜੇ ਇਹ ਗੱਲ ਵੀ ਕਹੀ ਗਈ ਵੀ ਮੰਗਣਾ ਗਹਿਣਾ ਪਾਇਆ, ਆਪਣਾ ਰੂਪ ਗਵਾਇਆ, ਤੇ ਉਹ ਆਪਣਾ ਰੂਪ ਵੀ ਗਵਾਉਣ ਦੇ ਤਹਿਤ ਹੋ ਜਾਂਦਾ ਹੈ। ਤੇ ਇਸ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਪਰਪੱਕਤਾ ਦੇ ਵਿੱਚ ਲਿਆ ਰਹੇ ਆ ਸਾਡੇ ਇਹਨਾਂ ਵੀਰਾਂ ਨੂੰ, ਇਹਨਾਂ ਬੱਚਿਆਂ ਨੂੰ, ਕਿ ਉਹ ਕੁਝ ਨਾ ਕੁਝ ਸਿੱਖ ਕੇ ਆਪਣੇ ਜੋਗੇ ਹੋ ਕੇ ਆਪਣੀਆਂ ਖੋਜਾਂ ਕਰਨ ਤੇ ਆਪਣੀਆਂ ਖੋਜਾਂ ਦੇ ਵਿੱਚ ਸੰਸਾਰ ਨੂੰ ਨਵਾਂ ਰੂਪ ਦੇਣ। ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਹਰ ਚੀਜ਼ ਜਿਹੜੀ ਕਰਨੀ ਹੈ ਨਿਵੇਕਲੀ ਕਰਨੀ ਹੈ। ਸਾਡੇ ਗੁਰੂਆਂ ਨੇ ਸਭ ਕੁਝ ਨਿਵੇਕਲਾ ਕੀਤਾ। ਕਰੋੜਾਂ ਦੇ ਵਿੱਚ ਨਿਵੇਕਲਾ ਇੱਕ ਸਿੱਖ ਦੂਰੋਂ ਹੀ ਨਜ਼ਰ ਆ ਜਾਏਗਾ। ਹਰ ਚੀਜ਼ ਨਿਵੇਕਲੀ ਹੈ। ਕਿਸ ਕਿਸ ਦੀ ਚੀਜ਼ ਦੀ ਗੱਲ ਕਰਾਂ ਮੈਂ, ਉਹ ਇਸ ਕਰਕੇ ਇਸ ਨਿਵੇਕਲੇਪਣ ਦੇ ਵਿੱਚ ਆਓ ਆਪਾਂ ਵਿਚਾਰਾਂ ਸਾਂਝੀਆਂ ਕਰੀਏ ਕਿ ਜਦੋਂ ਜੋ ਵਸਤੂਆਂ ਨੂੰ ਅਸੀਂ ਰਗੜਦੇ ਹਾਂ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਰਗੜਨ ਦੇ ਨਾਲ ਹੀ ਚਾਰਜ ਪੈਦਾ ਹੋ ਜਾਂਦਾ ਹੈ। ਦੇਖੋ ਮੈਂ ਹੱਥਾਂ ਨੂੰ ਰਗੜਿਆ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਮੇਰੇ ਹੱਥ ਹੈ ਜਿਹੜੇ ਉਹ ਗਰਮ ਹੋ ਗਏ। ਤੁਸੀਂ ਰਗੜ ਲਓ, ਤੁਹਾਡੇ ਹੱਥ ਗਰਮ ਹੋ ਜਾਣਗੇ। ਤਾਂ ਇਹ ਗਰਮ ਹੋਣ ਦਾ ਕਾਰਨ ਕੀ ਬਣਿਆ ਸਾਡਾ, ਇਹ ਸੋਚਣ ਦੀ ਲੋੜ ਹੈ। ਬਸ ਜਿਹੜੇ ਸੋਚਦੇ ਆ ਉਹਨਾਂ ਨੂੰ ਵਿਗਿਆਨੀ ਕਿਹਾ ਜਾਂਦਾ ਹੈ। ਉਹ ਇਹਨਾਂ ਦੇ ਤੱਥ ਲਿਖਦੇ ਆ, ਲਿਖ ਕੇ ਆਪਣਾ ਰਿਸਰਚ ਪੇਪਰ ਦਿੰਦੇ ਆ, ਰਿਸਰਚ ਪੇਪਰ ਦੇ ਕੇ ਨਵੀਂ ਚੀਜ਼ ਪੇਸ਼ ਕਰਦੇ ਆ ਤਾਂ ਉਸ ਨੂੰ ਸਾਰੇ ਜਾਣੇ ਮਿਲ ਕੇ ਜਿਹੜਾ ਹੈ ਸਵੀਕਾਰ ਕਰਦੇ ਆ ਤੇ ਉਸ ਨੂੰ ਕਹਿੰਦੇ ਆ ਇਹਨਾਂ ਦਾ ਰਿਸਰਚ ਪੇਪਰ ਪਾਸ ਹੋ ਗਿਆ। ਤੋ ਇਸ ਤਰ੍ਹਾਂ ਦੀ ਚੀਜ਼ ਹੈ ਕਿ ਹੱਥਾਂ ਨੂੰ ਅਸੀਂ ਰਗੜਿਆ। ਹੁਣ ਰਗੜਿਆ ਕਿਵੇਂ ਗਿਆ, ਰਗੜਨ ਦੇ ਨਾਲ ਇਹਦੇ ਵਿੱਚ ਹੱਥਾਂ ਦੇ ਵਿੱਚ ਕੋਈ ਮੋਟਰ ਨਹੀਂ ਲਗਾਈ ਹੈ ਅਸੀਂ, ਪਰ ਇਨਵਿਜ਼ੀਬਲ ਮੋਟਰ ਕੰਮ ਕਰ ਰਹੀ ਹੈ। ਜਿਹੜੇ ਸਾਡੇ ਸਰੀਰ ਦੇ ਵਿੱਚ ਅਸੀਂ ਭੋਜਨ ਲਿੱਤਾ ਸੀ, ਹੈਨਾ, ਤਾਂ ਉਹ ਜਿਹੜਾ ਭੋਜਨ ਹੈ ਉਸ ਨੇ ਊਰਜਾ ਦਾ ਰੂਪ ਧਾਰਨ ਕੀਤਾ। ਉਹ ਜਿਹੜੀ ਊਰਜਾ ਸਾਡੇ ਸਰੀਰ ਦੇ ਵਿੱਚ ਗਈ, ਉਸ ਊਰਜਾ ਨੂੰ ਇੱਕ ਬਦਲਵਾਂ ਰੂਪ ਮਿਲਿਆ। ਉਹ ਰੂਪ ਕਿਹੜਾ ਸੀ? ਜਦੋਂ ਵਿਗਿਆਨ ਨੇ ਖੋਜ ਕਰਕੇ ਦੱਸਿਆ ਕਿ ਜਦੋਂ ਵੀ ਊਰਜਾ ਨੂੰ ਇਕੱਠਾ ਕੀਤਾ ਜਾਂਦਾ ਤਾਂ ਉਸ ਨੂੰ ਸਥਿਤਿਜ ਊਰਜਾ ਕਿਹਾ ਜਾਂਦਾ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਪੋਟੈਂਸ਼ੀਅਲ એનર્ਜੀ ਕਹਿੰਦੇ ਆ। ਤੇ ਜਦੋਂ ਇਹ ਪੋਟੈਂਸ਼ੀਅਲ એનર્ਜੀ ਤੇ ਇੱਕ ਹੁੰਦੀ ਹੈ ਕਾਇਨੈਟਿਕ એનર્ਜੀ। ਜੇ ਪੋਟੈਂਸ਼ੀਅਲ એનર્ਜੀ ਹੈ ਵਸਤੂ ਦੀ ਸਥਿਤੀ ਕਾਰਨ ਹੈ ਤੇ ਕਾਇਨੈਟਿਕ એનર્ਜੀ ਹੈ ਜਿਹੜੀ ਵਸਤੂ ਦੇ ਵਿੱਚ ਗਤੀ ਕਾਰਨ ਹੈ। ਤੇ ਜਦੋਂ ਇਹ ਦੋਨੋਂ ਊਰਜਾਵਾਂ ਇਕੱਠੀਆਂ ਹੋ ਜਾਂਦੀਆਂ ਤਾਂ ਉਸ ਵਕਤ ਇਸ ਨੂੰ ਯਾਂਤਰਿਕ ਊਰਜਾ ਦਾ ਨਾਮ ਦਿੱਤਾ ਜਾਂਦਾ। ਤਾਂ ਯਾਂਤਰਿਕ ਊਰਜਾ ਜਿਹੜੀ ਹੈ ਉਹ ਸਾਡੀ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ, ਤਾਂ ਉਸ ਦੇ ਵਿੱਚ ਸਥਿਤਿਜ ਦਾ ਵੀ ਹੋਣਾ ਜ਼ਰੂਰੀ ਹੈ ਤੇ ਗਤਿਜ ਦਾ ਵੀ ਹੋਣਾ ਜ਼ਰੂਰੀ ਹੈ। ਸਥਿਤਿਜ ਤੇ ਗਤਿਜ ਦੇ ਕੰਬੀਨੇਸ਼ਨ ਨੂੰ ਅਸੀਂ ਮਕੈਨੀਕਲ એનર્ਜੀ ਕਹਿੰਦੇ ਆ। ਤਾਂ ਹੁਣ ਅਸੀਂ ਦੇਖਿਆ ਕਿ ਸਾਡੇ ਸਰੀਰ ਦੇ ਵਿੱਚ ਜਿਹੜੀ ਊਰਜਾ ਸੀ, ਉਸ ਊਰਜਾ ਦੇ ਨਾਲ ਅਸੀਂ ਕਮਾਂਡ ਦਿੱਤੀ, ਸਾਡੇ ਬ੍ਰੇਨ ਨੇ ਕਮਾਂਡ ਦਿੱਤੀ ਵੀ ਹੱਥਾਂ ਨੂੰ ਰਗੜਿਆ ਜਾਵੇ। ਹੱਥ ਚੱਲਣੇ ਸ਼ੁਰੂ ਹੋ ਗਏ। ਹੱਥਾਂ ਨੂੰ ਦੂਰੋਂ ਵੀ ਰਗੜਿਆ ਜਾ ਸਕਦਾ ਸੀ, ਪਰ ਹੱਥ ਨੂੰ ਹੱਥ ਦੇ ਨਾਲ ਘਿਸਰ ਕੇ ਰਗੜਿਆ ਗਿਆ, ਜਿਸ ਨੂੰ ਅਸੀਂ ਫ੍ਰਿਕਸ਼ਨ ਕਹਿੰਦੇ ਆ। ਰਗੜਿਆ ਗਿਆ ਤਾਂ ਇਸ ਦੇ ਵਿੱਚੋਂ ਇੱਕ ਊਰਜਾ ਨਿਕਲੀ, ਕਿਉਂਕਿ ਹੱਥ ਗਰਮ ਹੋਏ ਤਾਂ ਊਰਜਾ ਨਿਕਲੀ ਤੇ ਉਸ ਊਰਜਾ ਦਾ ਨਾਮ ਦਿੱਤਾ ਗਿਆ ਹੀਟ એનર્ਜੀ, ਤਾਪ ਊਰਜਾ। ਤਾਂ ਤਾਪ ਨਿਕਲਿਆ ਸਾਡੇ ਹੱਥਾਂ ਚੋਂ। ਹੁਣ ਗੱਲ ਇਹ ਹੈ ਕਿ ਫਿਰ ਦੁਬਾਰਾ ਰਗੜੋਗੇ ਫਿਰ ਤਾਪ ਨਿਕਲੂਗਾ। ਯੈਸ, ਜਿੰਨੀ ਵਾਰੀ ਰਗੜੋਗੇ ਓਨੇ ਵਾਰੀ ਤਾਪ ਹੀ ਨਿਕਲਣਾ, ਹੋਰ ਕੋਈ ਚੀਜ਼ ਨਹੀਂ ਨਿਕਲਣੀ ਹੈ ਇਸ ਦੇ ਵਿੱਚੋਂ। ਕਿਉਂ? ਕਿਉਂਕਿ ਤਾਪ ਵੀ ਇੱਕ ਊਰਜਾ ਦਾ ਰੂਪ ਹੈ। ਅਸੀਂ ਇਹ ਸਿੱਧ ਕਰਦੇ ਕਿ ਤਾਪ ਵੀ ਊਰਜਾ ਦਾ ਹੀ ਇੱਕ ਰੂਪ ਹੈ। ਤਾਂ ਊਰਜਾ ਜਿਹੜੀ ਹੈ ਉਹ ਕੰਮ ਕਰਨ ਦੀ ਸਮਰੱਥਾ ਨੂੰ ਕਿਹਾ ਜਾਂਦਾ ਹੈ। એનર્ਜੀ ਇਜ਼ ਦਾ ਐਬਿਲਿਟੀ ਟੂ ਡੂ ਵਰਕ। ਤਾਂ ਉਹ ਜਿਹੜੀ એનર્ਜੀ ਹੈ, ਜਿਹੜੀ ਊਰਜਾ ਹੈ, ਉਸ ਤੋਂ ਅਸੀਂ ਕੰਮ ਲਿਆ ਤਾਂ ਉਸ ਦੇ ਨਾਲ ਕੀ ਹੈ, ਸਾਡੇ ਹੱਥ ਜਿਹੜੇ ਆ ਚੱਲਣੇ ਸ਼ੁਰੂ ਹੋਏ। ਪਹਿਲਾਂ ਸਾਡੇ ਵਿੱਚ ਊਰਜਾ ਇਕੱਠੀ ਹੋਈ ਸੀ, ਸਥਿਤਿਜ ਸੀ। ਹੁਣ ਜਦ ਇਹ ਚੱਲ ਰਹੇ ਆ ਤਾਂ ਇਹ ਗਤਿਜ ਊਰਜਾ ਹੈ। ਤਾਂ ਇਸ ਦਾ ਕੰਬੀਨੇਸ਼ਨ ਹੈ, ਮਕੈਨੀਕਲ એનર્ਜੀ ਬਣ ਗਿਆ, ਯਾਂਤਰਿਕ ਊਰਜਾ ਬਣ ਗਿਆ। ਹੁਣ ਗੱਲ ਇਹ ਹੈ ਵੀ ਜਦੋਂ ਯਾਂਤਰਿਕ ਊਰਜਾ ਹੈ ਮਿਲ ਰਹੀ ਤਾਂ ਯਾਂਤਰਿਕ ਊਰਜਾ ਨੂੰ ਬਦਲਿਆ ਜਾ ਰਿਹਾ ਹੈ ਤਾਪ ਊਰਜਾ ਦੇ ਵਿੱਚ। ਤਾਂ ਯਾਂਤਰਿਕ ਊਰਜਾ ਦੀ ਕਿਹੜੀ ਊਰਜਾ ਬਣ ਰਹੀ ਹੈ? ਤਾਪ ਊਰਜਾ ਬਣ ਰਹੀ ਹੈ। ਤਾਂ ਇੱਕ ਬਹੁਤ ਵੱਡਾ ਸਿਧਾਂਤ ਕਿ ਯਾਂਤਰਿਕ ਊਰਜਾ ਨੂੰ ਤਾਪ ਊਰਜਾ ਦੇ ਵਿੱਚ ਬਦਲਿਆ ਜਾ ਸਕਦਾ ਹੈ। ਤਾਂ ਕੀ ਉਹ ਸਾਡੀ ਊਰਜਾ ਖਤਮ ਹੋ ਗਈ? ਨਹੀਂ। ਚਾਹੇ 1000 ਵਾਰੀ ਹੱਥ ਰਗੜੋਗੇ ਤੁਸੀਂ, 1000 ਵਾਰੀ ਤਾਪ ਨਿਕਲੇਗਾ।
ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜਿਹੜਾ ਯਾਂਤਰਿਕ ਊਰਜਾ ਹੈ ਉਸ ਨੂੰ ਤਾਪ ਊਰਜਾ ਦੇ ਵਿੱਚ ਬਦਲਿਆ ਜਾ ਸਕਦਾ ਹੈ। ਪਰ ਵਿਗਿਆਨੀ ਕੌਣ ਹੁੰਦੇ ਆ? ਵਿਗਿਆਨੀ ਉਹ ਹੁੰਦੇ ਜਿਹੜੇ ਤਰਕ ਦੇ ਨਾਲ ਗੱਲ ਕਰਦੇ ਆ। ਸਭ ਤੋਂ ਵੱਡਾ ਵਿਗਿਆਨੀ ਮਹਾਰਾਜ ਨੇ ਸਿੰਘ ਨੂੰ ਬਣਾਇਆ ਕਿ ਤੂੰ ਆਪਣੇ ਦਿਮਾਗ ਤੋਂ ਕੰਮ ਲੈ, ਤਰਕ ਕਰ, ਤਰਕ ਅਜਿਹੀ ਕਰ ਕਿ ਜਿਸ ਦੇ ਵਿੱਚ ਸੱਚਾਈ ਹੋਵੇ। ਤਾਂ ਉਹ ਤਰਕ ਜਿਹੜਾ ਬੰਦਾ ਕਰਦਾ ਉਹ ਵਿਗਿਆਨੀ ਹੋਇਆ ਕਰਦਾ। ਤਾਂ ਉਹ ਤਰਕ ਕੀ ਹੈ ਇਸ ਦੇ ਵਿੱਚ ਕਿ ਜਦੋਂ ਹੱਥਾਂ ਨੂੰ ਰਗੜਿਆ ਜਾਂਦਾ ਤਾਂ ਤਾਪ ਨਿਕਲਦਾ ਹੈ। ਜੇ ਇਹਨਾਂ ਹੱਥਾਂ ਨੂੰ ਅਸੀਂ ਤਾਪ ਦੇ ਦਈਏ ਤਾਂ ਕੀ ਹੋਣਾ ਚਾਹੀਦਾ? ਹੱਥ ਚੱਲਣੇ ਚਾਹੀਦੇ ਸਾਡੇ। ਜੇ ਇਹਨਾਂ ਹੱਥਾਂ ਨੂੰ ਤਾਪ ਦਈਏ, ਗਰਮ ਕਰੀਏ ਤਾਂ ਇਹ ਚੱਲਣੇ ਚਾਹੀਦੇ ਆ। ਤਾਂ ਸਿੱਧ ਕਰ ਦੋ ਕਿ ਜੇ ਇਹ ਚੱਲਦੇ ਆ ਤਾਂ ਦੂਜਾ ਸਿਧਾਂਤ ਸਪਸ਼ਟ ਹੋ ਜਾਂਦਾ ਹੈ। ਪਹਿਲਾ ਸਿਧਾਂਤ ਕੀ ਹੈ? ਮਕੈਨੀਕਲ એનર્ਜੀ ਕੈਨ ਬੀ completely converted into heat energy, but can heat energy be converted completely into mechanical energy? Is it possible or not? ਤਾਂ ਇਹ ਦੇਖਣ ਦੇ ਲਈ ਅਸੀਂ ਪ੍ਰਯੋਗ ਨੂੰ ਇਸ ਤਰ੍ਹਾਂ ਕਰਦੇ ਹਾਂ ਕਿ ਇਹਨਾਂ ਹੱਥਾਂ ਨੂੰ ਅਸੀਂ ਅੱਗ ਦੇ ਨੇੜੇ ਲੈ ਕੇ ਜਾਂਦੇ ਹਾਂ। ਜਦੋਂ ਹੀ ਅਸੀਂ ਇਸ ਨੂੰ ਅੱਗ ਦੇ ਨੇੜੇ ਲੈ ਕੇ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਕਿ ਹੀਟ ਮਿਲਣੀ ਸ਼ੁਰੂ ਹੋ ਗਈ ਹੈ, ਹੱਥਾਂ ਦੇ ਕੋਲ ਹੀਟ ਆਣੀ ਸ਼ੁਰੂ ਹੋ ਗਈ ਹੈ। ਤੁਸੀਂ ਹੋਰ ਨੇੜੇ ਲੈ ਕੇ ਜਾਓਗੇ ਤਾਂ ਰਿਫਲੈਕਸ ਐਕਸ਼ਨ ਆਏਗਾ। ਰਿਫਲੈਕਸ ਐਕਸ਼ਨ ਕੀ ਹੈ ਕਿ ਹੀਟ ਹੱਥਾਂ ਦੇ ਕੋਲ ਪਹੁੰਚੀ, ਉਹ ਸੁਨੇਹਾ ਥਰੂ ਨਰਵਸ ਬ੍ਰੇਨ ਦੇ ਕੋਲ ਪਹੁੰਚਿਆ, ਬ੍ਰੇਨ ਨੇ ਕਮਾਂਡ ਦਿੱਤੀ, ਕੌਸ਼ਨ ਦਿੱਤਾ ਕਿ ਗਰਮੀ ਆ ਰਹੀ ਹੈ ਨੇੜੇ ਤੇਰੇ, ਸਰੀਰ ਨੂੰ ਬਚਾਉਣਾ ਚਾਹੀਦਾ ਹੈ। ਤਾਂ ਇੱਕਦਮ ਜਿਹੜੇ ਸਾਡੇ ਅੰਗ ਹੈ ਉਹ ਕੰਮ ਕਰਦੇ ਆ ਤੇ ਜਿਵੇਂ ਅਸੀਂ ਉਸ ਨੂੰ ਨੇੜੇ ਲੈ ਕੇ ਜਾਂਦੇ ਆ ਤਾਂ ਅਸੀਂ ਮਹਿਸੂਸ ਕਰਦੇ ਓਏ ਹੁਣੇ ਹੱਥ ਜਲ ਜਾਣੇ ਸੀ। ਤਾਂ ਇਹ ਜਿਹੜਾ ਵਰਤਾਰਾ ਹੈ ਕਿ ਅਸੀਂ ਹੱਥਾਂ ਨੂੰ ਅੱਗ ਦੇ ਨੇੜੇ ਲੈ ਕੇ ਗਏ ਔਰ ਅੱਗ ਦੇ ਨੇੜੇ ਲਿਜਾਣ ਦੇ ਨਾਲ ਹੀ ਇੱਕਦਮ ਹੱਥ ਜਿਹੜੇ ਆ ਮੂਵਮੈਂਟ 'ਚ ਆ ਗਏ। ਇਸ ਤੋਂ ਭਾਵ ਕੀ ਹੋਇਆ ਕਿ ਜਿਹੜਾ ਤਾਪ ਊਰਜਾ ਦਿੱਤੀ ਗਈ ਹੱਥਾਂ ਨੂੰ, ਉਸ ਨੂੰ ਅਸੀਂ ਯਾਂਤਰਿਕ ਊਰਜਾ ਦੇ ਵਿੱਚ ਬਦਲਣ ਦੇ ਲਈ ਸਫਲ ਹੋ ਗਏ, ਪਰੰਤੂ ਉਹ ਯਾਂਤਰਿਕ ਊਰਜਾ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਬਦਲਿਆ ਜਾ ਸਕਿਆ ਕਿਉਂਕਿ ਅਦਰਵਾਈਜ਼ ਜਿਹੜੇ ਹੱਥ ਹੈ ਸਾਡੇ ਸਮੂਥਲੀ ਚੱਲਣੇ ਚਾਹੀਦੇ ਸੀਗੇ ਔਰ ਅਸੀਂ ਅੱਗ ਦੇ ਉੱਤੇ ਰੱਖਦੇ ਜਾਂ ਹੀਟ ਦੇ ਨੇੜੇ ਲੈ ਕੇ ਜਾਂਦੇ, ਹੱਥ ਚੱਲਦੇ। ਕਿਉਂ? ਕਿਉਂਕਿ ਸਿਧਾਂਤ ਸੀ ਕਿ ਜੇ ਹੱਥਾਂ ਨੂੰ ਚਲਾਇਆ ਜਾਂਦਾ ਹੀਟ ਨਿਕਲਦੀ ਹੈ, ਜੇ ਹੀਟ ਦਿੱਤੀ ਜਾਵੇ ਤਾਂ ਹੱਥ ਚੱਲਣੇ ਚਾਹੀਦੇ ਸੀ, ਪਰ ਐਸਾ ਨਹੀਂ ਹੋਇਆ। ਤਾਂ ਵਿਗਿਆਨ ਨੇ ਦੋ ਸਿਧਾਂਤ ਬਣਾਏ। ਮਕੈਨੀਕਲ એનર્ਜੀ ਕੈਨ ਬੀ ਕੰਪਲੀਟਲੀ ਕਨਵਰਟਡ ਇਨਟੂ ਹੀਟ એનર્ਜੀ, ਬਟ ਹੀਟ એનર્ਜੀ ਕੈਨ ਨਾਟ ਬੀ ਕੰਪਲੀਟਲੀ ਕਨਵਰਟਡ ਇਨਟੂ ਮਕੈਨੀਕਲ એનર્ਜੀ। तो इस सिद्धांत ਦੇ ਉੱਤੇ ਸਾਡੀਆਂ ਮਸ਼ੀਨਾਂ ਇਜਾਦ ਹੋਈਆਂ। ਜਦੋਂ ਮਸ਼ੀਨਾਂ ਬਣਾਈਆਂ ਗਈਆਂ ਤਾਂ ਮਸ਼ੀਨਾਂ ਦੀ ਜਿਹੜੀ ਐਫੀਸ਼ੀਐਂਸੀ ਹੈ, ਕੰਮ ਕਰਨ ਦੀ ਸਮਰੱਥਾ ਹੈ, ਉਸ ਨੂੰ ਨੋਟ ਕੀਤਾ ਗਿਆ ਤਾਂ ਸਾਡੀਆਂ ਮਸ਼ੀਨਾਂ ਦੀ ਐਫੀਸ਼ੀਐਂਸੀ ਆਈ 20%। ਪਰੰਤੂ ਮਨੁੱਖ ਨੇ ਆਪਣੀ ਜਿਹੜਾ ਦਿਮਾਗ ਦੀ ਵਰਤੋਂ ਕਰਕੇ ਅੱਜ ਉਸ ਐਫੀਸ਼ੀਐਂਸੀ ਨੂੰ 40% ਕਰ ਲਿਆ ਹੋਇਆ। ਤਾਂ ਹੁਣ ਉਹ ਐਫੀਸ਼ੀਐਂਸੀ 40% ਹੈ, ਲੇਕਿਨ ਉਹ 60% ਕਿੱਥੇ ਜਾ ਰਿਹਾ ਸਾਡਾ? ਉਹ 60% ਇੱਧਰ ਉੱਧਰ ਨੇੜੇ ਤੇੜੇ ਕਿੱਧਰ ਜਾ ਰਿਹਾ? Because it is also the principle given by the scientist that energy can neither be created nor be destroyed, but it can be transformed from one form to the other form. ਊਰਜਾ ਨਾ ਪੈਦਾ ਕੀਤੀ ਜਾ ਸਕਦੀ ਹੈ, ਨਾ ਨਸ਼ਟ ਕੀਤੀ ਜਾ ਸਕਦੀ ਹੈ, ਪਰੰਤੂ ਇਸ ਨੂੰ ਇੱਕ ਕਿਸਮ ਤੋਂ ਦੂਜੀ ਕਿਸਮ ਦੇ ਵਿੱਚ ਬਦਲਿਆ ਜਾ ਸਕਦਾ ਹੈ। ਹੁਣ ਬਦਲਿਆ ਪੂਰਾ ਜਾ ਸਕਦਾ ਜਾਂ ਨਹੀਂ ਜਾ ਸਕਦਾ, ਇਹ ਡਿਪੈਂਡ ਕਰਦਾ ਮਸ਼ੀਨ ਦੇ ਉੱਤੇ ਕਿ ਤੁਹਾਡੀ ਮਸ਼ੀਨ ਕੈਸੀ। ਤਾਂ ਉਸ ਕੁਦਰਤ ਨੇ, ਉਸ ਵਾਹਿਗੁਰੂ ਨੇ ਇਹ ਮਸ਼ੀਨ ਬਣਾਈ, ਜਿਹੜੀ ਮਸ਼ੀਨ ਅੱਜ ਤੁਹਾਡੇ ਸਾਹਮਣੇ ਬੈਠੀ ਹੈ। ਉਹ ਮਸ਼ੀਨ ਕੰਮ ਕਰ ਰਹੀ ਹੈ, ਉਹ ਮਸ਼ੀਨ ਬੋਲ ਵੀ ਰਹੀ ਹੈ, ਉਹ ਮਸ਼ੀਨ ਦੇਖ ਵੀ ਰਹੀ ਹੈ, ਉਹ ਮਸ਼ੀਨ ਸੁੰਘ ਵੀ ਰਹੀ ਹੈ, ਉਹ ਹੱਥਾਂ ਦੇ ਨਾਲ ਵੀ ਕਰ ਰਹੀ ਹੈ, ਉਹ ਪੈਰਾਂ ਦੇ ਨਾਲ ਚੱਲ ਵੀ ਰਹੀ ਹੈ। ਮਤਲਬ ਇਸ ਦੀ ਨਕਲ ਕਰਕੇ ਅੱਜ ਵਿਗਿਆਨ ਨੇ ਰੋਬੋਟ ਖੜੇ ਕੀਤੇ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਬੇਸਿਕਸ ਮਿਲਣਗੇ ਕਿੱਥੋਂ? ਵਿਗਿਆਨ ਦੀਆਂ ਕਿਤਾਬਾਂ ਪੜਾਂਗੇ, ਧਰਮ ਦੇ ਨਾਲ ਜੁੜਾਂਗੇ, ਸਾਨੂੰ ਬਹੁਤ ਸਾਰਾ ਗਿਆਨ ਮਿਲੂਗਾ। ਤਾਂ ਉਸ ਗਿਆਨ ਦੇ ਵਿੱਚੋਂ ਅਸੀਂ ਪ੍ਰਯੋਗ ਕਰਾਂਗੇ। ਉਸ ਪ੍ਰਯੋਗ ਨੂੰ ਕਰਨ ਦੇ ਨਾਲ ਸਿੱਧ ਹੋਊਗਾ ਵੀ ਹਾਂ ਵਾਕਈ ਇਹ ਵਰਤਾਰੇ ਵਾਪਰਦੇ ਆ, ਇਹ ਹੁੰਦੇ ਆ ਇਸ ਤਰ੍ਹਾਂ। ਤੇ ਉਹ ਵਿਗਿਆਨੀ ਜਿਹੜੇ ਇਹ ਕਾਰਨਾਮੇ ਕਰ ਗਏ, ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਔਰ ਲਿਖੇ ਹੋਏ ਨੂੰ ਅਸੀਂ ਅੱਜ ਸਿੱਧ ਕਰਦੇ ਆ ਰਹੇ ਹਾਂ। ਤਾਂ ਸਾਨੂੰ ਬੜਾ ਆਨੰਦ ਆਉਂਦਾ ਹੈ ਵੀ ਹਾਂ ਵੀ ਆਹ ਚੀਜ਼ ਜਿਹੜੀ ਹੈ ਕਿਤਾਬ ਦੇ ਵਿੱਚ ਲਿਖੀ ਹੋਈ ਸੀ ਔਰ ਅਸੀਂ ਇਹ ਸਿੱਧ ਕਰਨ ਦੇ ਵਿੱਚ ਕਾਮਯਾਬ ਹੋ ਗਏ ਹਾਂ। ਨਿਊਟਨ ਬੈਠਾ ਦਰਖਤ ਦੇ ਹੇਠਾਂ, 17ਵੀਂ ਸਦੀ ਦੀ ਗੱਲ ਚੱਲਦੀ ਹੈ, ਤੇ ਜਦੋਂ ਬੈਠਾ ਤਾਂ ਸੇਬ ਡਿੱਗਦਾ, ਲੇਕਿਨ ਉਹ ਸੇਬ ਡਿੱਗਦੇ ਨੂੰ ਦੇਖਦਾ ਹੈ ਔਰ ਉਸ ਦੀ ਆਬਜ਼ਰਵੇਸ਼ਨ ਇੰਨੀ ਕੀਨ ਆਬਜ਼ਰਵੇਸ਼ਨ ਹੈ, ਮਤਲਬ ਉਸ ਦੀ ਕੰਸੈਂਟਰੇਸ਼ਨ ਇੰਨੀ ਜ਼ਿਆਦਾ ਹੈ
ਜਿਵੇਂ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿ ਤੁਹਾਡੀ ਜਿਹੜੀ ਹੈ ਕਨਸੈਂਟਰੇਸ਼ਨ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਪੂਰੀ ਦੀ ਪੂਰੀ ਨੂੰ ਆਪਣੇ ਮਨ ਦੇ ਵਿੱਚ ਵਸਾ ਲਓ। ਤੇ ਉਸ ਕਨਸੈਂਟਰੇਸ਼ਨ ਦੇ ਨਾਲ ਜਦੋਂ ਨਿਊਟਨ ਦੇਖਦਾ ਹੈ ਕਿ ਸੇਬ ਡਿੱਗਿਆ ਤੇ ਉਹਦੇ ਦਿਮਾਗ ਦੇ ਵਿੱਚ ਇੱਕਦਮ ਖਟਕਦੀ ਹੈ ਕਿ ਇਹ ਸੇਬ ਹੇਠਾਂ ਕਿਉਂ ਡਿੱਗਿਆ, ਇਹ ਉੱਪਰ ਵੀ ਤਾਂ ਜਾ ਸਕਦਾ ਸੀ। ਉਹ ਚੀਜ਼ ਉਸ ਨੂੰ ਵਿਗਿਆਨੀ ਬਣਾਉਂਦੀ ਹੈ। ਉਸ ਤੋਂ ਸਿੱਧ ਕਰਦਾ ਹੈ ਕਿ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਨੂੰ ਖਿੱਚ ਰਹੀ ਹੈ, ਤੇ ਜੇ ਧਰਤੀ ਖਿੱਚ ਰਹੀ ਹੈ ਤਾਂ ਉਹ ਫਿਰ ਖਿੱਚ ਦੇ ਕਾਰਨ ਨੂੰ ਦੱਸਦਾ ਹੈ ਕਿ ਕਾਰਨ ਕੀ ਹੈ, ਕਿਉਂ ਖਿੱਚਦੀ ਹੈ, ਕਿ ਬਾਕੀ ਗ੍ਰਹਿ ਵੀ ਖਿੱਚ ਰਹੇ ਹੈ, ਕਿ ਸੂਰਜ ਧਰਤੀ ਨੂੰ ਖਿੱਚ ਰਿਹਾ, ਧਰਤੀ ਸੂਰਜ ਨੂੰ ਖਿੱਚ ਰਹੀ ਹੈ, ਕਿ ਇਹਦੇ ਉੱਤੇ ਰਹਿਣ ਵਾਲੇ ਜੀਵ ਧਰਤੀ ਨੂੰ ਖਿੱਚ ਰਹੇ ਹੈ ਤੇ ਧਰਤੀ ਜੀਵਾਂ ਨੂੰ ਖਿੱਚ ਰਹੀ ਹੈ। ਇਹ ਸਿੱਧ ਹੋਇਆ ਸਾਰਾ ਕੁਝ ਜਦੋਂ ਉਸਨੇ ਫਾਰਮੂਲਾ ਦਿੱਤਾ F = m1 m2 r² ਤੇ ਨਾਲ ਕੈਪੀਟਲ G ਲਗਾਤਾ। ਕੈਪੀਟਲ G ਯੂਨੀਵਰਸਲ ਗ੍ਰੈਵਿਟੇਸ਼ਨਲ ਕਾਂਸਟੈਂਟ ਲਗਾਇਆ, ਜਿਸ ਦੀ ਵੈਲਿਊ ਉਸਨੇ ਦੱਸੀ 6.67 × 10⁻⁻11 ਨਿਊਟਨ ਮੀਟਰ ਸਕੁਅਰ ਪਰ ਕਿਲੋਗ੍ਰਾਮ ਸਕੁਅਰ। ਕੈਪੀਟਲ G ਨਾਲ ਹੀ ਜਿੱਥੇ ਕੈਪੀਟਲ G ਨੂੰ ਕੈਲਕੂਲੇਟ ਕਰਦਾ ਹੈ ਜਿਹੜਾ ਵਿਗਿਆਨੀ ਹੈ, ਉਹ ਨਾਲ ਹੀ ਗਣਿਤ ਸ਼ਾਸਤਰੀ ਵੀ ਹੈ। ਇਸ ਲਈ ਮੈਂ ਵਿਦਿਆਰਥੀਆਂ ਨੂੰ ਹਮੇਸ਼ਾ ਤਾਕੀਦ ਕਰਦਾ ਕਿ ਇਸ ਗੱਲ ਦੇ ਦਿਮਾਗ ਦੇ ਵਿੱਚ ਬਿਠਾ ਕੇ ਚੱਲੋ ਕਿ ਵਿਗਿਆਨ ਔਰ ਗਣਿਤ ਦਾ ਗੂੜਾ ਸੰਬੰਧ ਹੈ। ਔਰ ਛੋਟੀ ਜੀ ਦੀ ਕੀਮਤ ਕੱਢ ਕੇ ਦਿਖਾਉਂਦਾ ਸਾਨੂੰ 9.8 ਮੀਟਰ ਪ੍ਰਤੀ ਸੈਕਿੰਡ ਸਕੁਅਰ, ਤੇ ਉਹ ਜਿਹੜੀ 9.8 ਮੀਟਰ ਪ੍ਰਤੀ ਸੈਕਿੰਡ ਸਕੁਅਰ ਉਹ ਵਿਗਿਆਨ ਦੇ ਖੇਤਰ ਦੇ ਵਿੱਚ ਉਸਨੇ ਕੱਢ ਕੇ ਦਿਖਾਈ। ਤੇ ਉਸ ਨੂੰ ਅਸੀਂ ਸਿੱਧ ਕਰਨ ਦੇ ਲਈ ਇੱਕ ਸਹਿਜੇ ਛੋਟਾ ਜਿਹਾ ਐਕਸਪੈਰੀਮੈਂਟ ਹੈ ਜਿਹੜਾ ਉਹ ਕਰਦੇ ਹਾਂ ਕਿ ਇਹ ਇੱਕ ਪੈਂਡੂਲਮ ਹੈ ਸਾਡੇ ਕੋਲ, ਤਾਂ ਇਸ ਦੀ ਲੈਂਥ ਨੂੰ ਮਾਪਿਆ ਜਾ ਸਕਦਾ ਹੈ ਕਿ ਇਸ ਨੂੰ ਕਿੱਥੇ ਬੰਨਿਆ ਅਸੀਂ, ਔਰ ਇਹਦੀ ਲੰਬਾਈ ਮਤਲਬ ਮਾਪੀ ਗਈ। ਲੰਬਾਈ ਹਮੇਸ਼ਾ ਇਹਦੇ ਸੈਂਟਰ ਤੋਂ ਲੈ ਕੇ ਜਿੱਥੇ ਬੰਨਿਆ ਹੋਇਆ ਉੱਥੇ ਤੱਕ ਮਾਪੀ ਜਾਂਦੀ ਹੈ। ਤਾਂ ਹੁਣ ਇਸ ਪੈਂਡੂਲਮ ਨੂੰ ਜੇ ਥੋੜੀ ਜਿਹੀ ਊਰਜਾ ਦੇ ਕੇ ਇੱਕ ਪਾਸੇ ਨੂੰ ਖਿੱਚ ਕੇ ਇਸ ਨੂੰ ਛੱਡਿਆ ਜਾਂਦਾ ਹੈ ਤਾਂ ਇਹ ਟੂ ਐਂਡ ਫਰੋ ਮੋਸ਼ਨ ਚ ਆ ਜਾਂਦਾ ਹੈ, ਜਿਸ ਨੂੰ ਆਸਿਲੇਸ਼ਨਸ ਕਿਹਾ ਜਾਂਦਾ ਹੈ, ਪੰਜਾਬੀ ਚ ਡੋਲਣ ਕਿਹਾ ਜਾਂਦਾ। ਤਾਂ ਇਹ ਲਗਾਤਾਰ ਆਪਣੀ ਮੀਨ ਪੋਜੀਸ਼ਨ ਤੋਂ ਇੱਧਰ ਲਿਆਂਦਾ ਗਿਆ, ਫਿਰ ਮੀਨ ਤੇ ਗਿਆ, ਫਿਰ ਐਕਸਟ੍ਰੀਮ ਤੇ ਗਿਆ, ਫਿਰ ਵਾਪਸ ਆਇਆ, ਇੱਕ ਡੋਲਨ ਹੋ ਗਿਆ। ਇਸ ਨੂੰ ਕਾਊਂਟ ਕਰਕੇ ਜਦੋਂ ਅਸੀਂ t = 2πL/g √ ਫਾਰਮੂਲਾ ਲਗਾਉਂਦੇ ਆ, L ਸਾਨੂੰ ਪਤਾ ਹੁੰਦਾ ਹੈ, ਤਾਂ ਉੱਥੋਂ ਅਸੀਂ g ਦੀ ਵੈਲਿਊ ਕੈਲਕੂਲੇਟ ਕਰਕੇ ਦਿਖਾ ਸਕਦੇ ਹਾਂ। ਤੇ ਅਸੀਂ ਇਹ ਆਪ ਹੀ ਘਰ ਦੇ ਵਿੱਚ ਬੈਠੇ ਹੋਏ ਇੱਕ ਕੋਈ ਪੱਥਰ ਬੰਨ੍ਹ ਕੇ ਧਾਗੇ ਦੇ ਨਾਲ ਬੱਚਿਆਂ ਨੂੰ ਦਿਖਾਈਏ, ਕੈਲਕੂਲੇਟ ਕਰਕੇ ਦਿਖਾਈਏ, ਉਹ ਫਾਰਮੂਲਾ ਦੱਸੀਏ ਕਿ ਟਾਈਮ ਪੀਰੀਅਡ ਦਾ ਫਾਰਮੂਲਾ ਕੀ ਹੈ, t = 2πL/g, ਜਿੱਥੇ L ਹੈ ਜਿਹੜਾ ਉਹ ਲੈਂਥ ਆਫ ਦਾ ਪੈਂਡੂਲਮ ਹੈ, ਤੇ g ਨੂੰ ਅਸੀਂ ਫਾਈਂਡ ਆਊਟ ਕਰ ਲੈਂਦੇ ਹਾਂ। ਟਾਈਮ ਪੀਰੀਅਡ ਸਾਨੂੰ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਇਸ ਨੇ ਕਿੰਨੇ ਡੋਲਨ ਕੀਤੇ। ਜੇ 20 ਡੋਲਨ ਕਰਦਾ ਹੈ 27 ਸਕਿੰਟਾਂ ਦੇ ਵਿੱਚ, ਤਾਂ 1 ਸਕਿੰਟ ਦੇ ਵਿੱਚ ਕਿੰਨੇ ਡੋਲਨ ਕਰਦਾ ਹੈ, ਤਾਂ ਉਸ ਨੂੰ ਕੱਢ ਕੇ ਉਸ ਦਾ ਟਾਈਮ ਪੀਰੀਅਡ ਬਣ ਜਾਇਆ ਕਰਦਾ ਤੇ ਅਸੀਂ ਉਸ ਨੂੰ ਕੈਲਕੂਲੇਸ਼ਨਸ ਕਰਕੇ ਸਮਾਲ g ਦੀ ਵੈਲਿਊ ਕਰਦੇ ਹਾਂ। ਤੇ ਮੇਰੇ ਵਿਦਿਆਰਥੀ ਤੇ ਮੈਂ ਅਕਸਰ ਇਹ ਕਰਦੇ ਰਹਿੰਦੇ ਆ ਪ੍ਰਯੋਗ, ਤੇ 9.77 ਅਸੀਂ ਇਸ ਦੇ ਨੇੜੇ ਤੱਕ ਪਹੁੰਚ ਚੁੱਕੇ ਹੋਏ ਹਾਂ। ਤਾਂ 9.8 ਵੈਲਿਊ ਜਿਹੜੀ ਹੈ ਉਹ ਨਿਊਟਨ ਦੁਆਰਾ ਦਿੱਤੀ ਗਈ ਸੀ। ਤਾਂ ਹੁਣ ਅੱਗੇ ਸਵਾਲ ਇਹ ਵੀ ਹੋ ਸਕਦਾ ਹੈ ਵਿਦਿਆਰਥੀਆਂ ਦਾ ਕਿ ਸਰ ਇਹ ਜਿਹੜੀ 9.8 ਹੈ ਕਿ ਹਰ ਜਗ੍ਹਾ ਹੀ 9.8 ਹੈ, ਕਿ ਧਰਤੀ ਦੇ ਕੇਂਦਰ ਵੱਲ ਨੂੰ ਜਾਈਏ ਤਾਂ ਇਹ ਘਟਦੀ ਹੈ ਜਾਂ ਵੱਧਦੀ ਹੈ? ਤਾਂ ਧਰਤੀ ਦੇ ਕੇਂਦਰ ਦੇ ਵਿੱਚ ਜਾ ਕੇ ਜਦੋਂ ਦੱਸਿਆ ਗਿਆ ਫਾਰਮੂਲੇ ਨੂੰ ਅਪਲਾਈ ਕਰਕੇ, ਤਾਂ ਉਹ 0 ਹੋ ਗਈ। ਇਸ ਦਾ ਮਤਲਬ ਧਰਤੀ ਦੀ ਸਤ੍ਹਾ ਦੇ ਉੱਤੇ ਜਿਹੜੀ 9.8 ਹੈ, ਜੇ ਨੀਚੇ ਨੂੰ ਜਾਓਗੇ ਤਾਂ ਵੀ ਘਟਦੀ ਹੈ, ਜੇ ਉੱਪਰ ਨੂੰ ਜਾਓਗੇ ਤਾਂ ਵੀ ਘਟਦੀ ਹੈ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਇਸੇ ਲਈ ਜਦੋਂ ਰਾਕਟ ਛੱਡੇ ਜਾਂਦੇ ਆ ਤਾਂ ਰਾਕਟ ਹੈ ਜਿਹੜੇ ਉਹ ਧਰਤੀ ਦੀ ਖਿੱਚ ਤੋਂ ਬਾਹਰ ਕਦੋਂ ਹੋ ਜਾਂਦੇ ਆ, ਜਦੋਂ ਉਹਨਾਂ ਦੀ ਆਪਣੀ ਸਪੀਡ ਹੈ ਜਿਹੜੀ 11.2 ਕਿਲੋਮੀਟਰ ਪ੍ਰਤੀ ਸੈਕਿੰਡ ਹੋ ਜਾਇਆ ਕਰਦੀ ਹੈ। 1 ਸਕਿੰਟ ਦੇ ਵਿੱਚ 11.2 ਕਿਲੋਮੀਟਰ ਚਲੇ ਜਾਂਦੇ ਆ, ਤਾਂ ਧਰਤੀ ਦੀ ਖਿੱਚ ਤੋਂ ਬਾਹਰ ਹੋਣ ਦੀ ਸਮਰੱਥਾ ਰੱਖਣ ਲੱਗ ਪੈਂਦੇ ਆ। ਤਾਂ ਹੈ ਨਾ ਹੈਰਾਨੀ ਦੀ ਗੱਲ। ਲੇਕਿਨ ਹੈਰਾਨ ਹੋਣ ਦੀ ਗੱਲ ਤਾਂ ਸਿਰਫ 1 ਸਕਿੰਟ ਦੇ ਵਿੱਚ 11 ਕਿਲੋਮੀਟਰ ਦੀ ਮੈਂ ਕੀਤੀ ਹੈ, ਲੇਕਿਨ ਉਹ ਪ੍ਰਕਾਸ਼ ਜਿਹੜਾ 15 ਕਰੋੜ ਕਿਲੋਮੀਟਰ ਦੂਰ ਸੂਰਜ ਤੋਂ ਆ ਰਿਹਾ ਹੈ, 3 ਲੱਖ ਕਿਲੋਮੀਟਰ 1 ਸੈਕਿੰਡ ਦੇ ਵਿੱਚ ਜਾ ਰਿਹਾ। 1 ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਉਹ ਪ੍ਰਕਾਸ਼ ਹੈ ਜਿਹੜਾ ਚਲਾ ਜਾਂਦਾ। ਇਸ ਤੋਂ 16 ਗੁਣਾ ਜ਼ਿਆਦਾ ਜਿਹੜਾ ਇਸ ਮਸ਼ੀਨ ਦੇ ਵਿੱਚ, ਇਸ ਸਰੀਰ ਦੇ ਵਿੱਚ, ਇਸ ਪਿੰਡ ਦੇ ਵਿੱਚ ਮਨ ਬੈਠਾ ਹੈ, 16 ਗੁਣਾ ਜ਼ਿਆਦਾ ਤੇਜ਼ ਚੱਲਦਾ ਹੈ। ਇਹ ਮਨੋਵਿਗਿਆਨੀਆਂ ਨੇ ਦੱਸਿਆ 48 ਲੱਖ ਕਿਲੋਮੀਟਰ 1 ਸੈਕਿੰਡ ਦੇ ਵਿੱਚ ਮਨ ਬੈਠਾ ਹੋਇਆ ਜਿਹੜਾ ਹੈ ਕਿਤੇ ਤੇ ਕਿਤੇ ਪਹੁੰਚ ਜਾਂਦਾ ਹੈ। ਇਸ ਮਨ ਨੂੰ ਕਾਬੂ ਕਰਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਇੱਕ ਦੂਸਰੇ ਦੇ ਨਾਲ ਮਿਕਸ ਅਪ ਹੈ,
ਲੇਕਿਨ ਇਸ ਨੂੰ ਵੱਖਰਾ ਵੱਖਰਾ ਕਰਕੇ ਨਿਖੇੜ ਕੇ ਤੁਹਾਨੂੰ ਦਿਖਾਇਆ ਜਾ ਰਿਹਾ, ਤੁਹਾਨੂੰ ਸਮਝਾਇਆ ਜਾ ਰਿਹਾ ਹੈ। ਲੇਕਿਨ ਇਸ ਦੀ ਸਮਝ ਨੂੰ ਲੈ ਕੇ ਅਸੀਂ ਹੋਰ ਖੋਜਾਂ ਕਰਨੀਆਂ, ਹੋਰ ਦੂਰ ਦੂਰ ਤੱਕ ਜਾਣਾ ਹੈ ਕਿ ਹਾਂ ਇਹ ਸਾਰਾ ਕੁਝ ਹੋ ਕਿਵੇਂ ਰਿਹਾ ਹੈ। ਹੁਣ ਇੱਕ ਚੀਜ਼ ਹੈ ਜਿਹੜੀ ਉਹ ਬਲ ਰਹੀ ਹੈ, ਮੈਗਨੀਸ਼ੀਅਮ ਇੱਕ ਧਾਤ ਹੈ। ਮੈਗਨੀਸ਼ੀਅਮ ਧਾਤ ਹੈ ਜਿਹੜੀ, ਇਹ ਮੈਗਨੀਸ਼ੀਅਮ ਧਾਤ ਨੂੰ ਜਦੋਂ ਅਸੀਂ ਜਲਾਉਂਦੇ ਹਾਂ ਤਾਂ ਇਸ ਦੇ ਜਲਣ ਦੇ ਨਾਲ ਕੀ ਵਰਤਾਰਾ ਵਾਪਰ ਰਿਹਾ। ਦੇਖੋ ਇਹ ਮੈਗਨੀਸ਼ੀਅਮ ਰਿਬਨ ਹੈ ਸਾਡੇ ਕੋਲ, ਤਾਂ ਇਸ ਮੈਗਨੀਸ਼ੀਅਮ ਰਿਬਨ ਦੇ ਵਿੱਚ ਅਸੀਂ ਦੇਖਿਆ, ਮੈਂ ਇਸ ਨੂੰ ਰਿੰਸ ਕਰ ਰਿਹਾ ਕਿਉਂਕਿ ਅਕਸਰ ਧਾਤਾਂ ਜਿਹੜੀਆਂ ਪਈਆਂ ਹੋਈਆਂ ਮੋਇਸਚਰ ਨੂੰ ਅਬਜ਼ੌਰਬ ਕਰ ਲੈਂਦੀਆਂ ਤੇ ਹਵਾ ਦੇ ਵਿੱਚ ਆਕਸੀਜਨ ਹੈ ਜਾਂ ਹੋਰ ਗੈਸਾਂ ਹੈ ਉਹ ਇਹਦੇ ਨਾਲ ਰਿਐਕਟ ਕਰਕੇ ਇਸ ਦੇ ਉੱਤੇ ਇੱਕ ਕਾਲੀ ਜਿਹੀ ਪਰਤ ਚੜਾ ਦਿੰਦੀਆਂ ਤੇ ਉਸ ਪਰਤ ਨੂੰ ਦੂਰ ਕੀਤਾ ਗਿਆ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਜੇ ਮੈਗਨੀਸ਼ੀਅਮ ਹੈ ਜਿਹੜੀ ਉਹ ਧਾਤ ਹੈ ਕਿਸ ਤਰ੍ਹਾਂ ਬਲਦੀ ਹੈ, ਤੇ ਬਲਣ ਦੇ ਲਈ ਆਕਸੀਜਨ ਦੀ ਜ਼ਰੂਰਤ ਹੈ ਤੇ ਆਕਸੀਜਨ ਹਵਾ ਤੋਂ ਮਿਲਦੀ ਹੈ ਤੇ ਹਵਾ ਦੇ ਵਿੱਚੋਂ ਆਕਸੀਜਨ ਲੈ ਕੇ ਮੈਗਨੀਸ਼ੀਅਮ ਹੈ ਜਿਹੜੀ ਉਹ ਕਿਰਿਆ ਕਿਵੇਂ ਕਰਦੀ ਹੈ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਮੈਂ 1 ਮਿੰਟ ਦੇ ਲਈ ਪੱਖਾ ਬੰਦ ਕਰਾਂ। ਇਹ ਦੇਖੋ, तो ये ਜਿਹੜਾ ਪ੍ਰਯੋਗ ਅਸੀਂ ਕੀਤਾ ਤੁਹਾਡੇ ਸਾਹਮਣੇ ਕਿ ਮੈਗਨੀਸ਼ੀਅਮ ਰਿਬਨ ਹੈ ਜਿਹੜਾ ਉਹ ਜਲ ਰਿਹਾ ਸੀ, ਤਾਂ ਮੈਗਨੀਸ਼ੀਅਮ ਦੇ ਵਿੱਚ ਜਦੋਂ ਅਸੀਂ ਆਕਸੀਜਨ ਨੂੰ ਮਿਲਾਇਆ ਤਾਂ ਇਹ ਮੈਗਨੀਸ਼ੀਅਮ ਆਕਸਾਈਡ ਬਣ ਗਿਆ। ਆਕਸੀਜਨ ਲਈ ਹਵਾ ਦੇ ਵਿੱਚੋਂ ਮੈਗਨੀਸ਼ੀਅਮ ਰਿਬਨ ਸਾਡੇ ਕੋਲ ਧਾਤ ਹੈਗੀ ਹੈ, ਮੈਗਨੀਸ਼ੀਅਮ ਜਮਾ ਆਕਸੀਜਨ ਮੈਗਨੀਸ਼ੀਅਮ ਆਕਸਾਈਡ ਬਣਿਆ ਤੇ ਇਹ ਇੱਕ ਚਿੱਟੇ ਰੰਗ ਦਾ ਪਦਾਰਥ ਹੈ ਜਿਹੜਾ ਇਹ ਸਾਡੇ ਕੋਲ ਪ੍ਰਾਪਤ ਹੋ ਗਿਆ ਹੈ। ਤਾਂ ਇਹ ਜਿਹੜਾ ਚਿੱਟੇ ਰੰਗ ਦਾ ਪਦਾਰਥ ਜਿਹੜਾ ਸਾਡੇ ਕੋਲ ਪ੍ਰਾਪਤ ਹੋਇਆ ਹੈ, ਉਸ ਚਿੱਟੇ ਰੰਗ ਦੇ ਪਦਾਰਥ ਨੂੰ ਜੇਕਰ ਪਾਣੀ ਦੇ ਵਿੱਚ ਮਿਲਾ ਲਿਆ ਜਾਵੇ ਮੈਗਨੀਸ਼ੀਅਮ ਆਕਸਾਈਡ ਬਣ ਗਿਆ। ਮੈਗਨੀਸ਼ੀਅਮ ਆਕਸਾਈਡ ਨੂੰ ਪਾਣੀ ਦੇ ਨਾਲ ਕਿਰਿਆ ਕਰਾ ਕੇ ਮੈਗਨੀਸ਼ੀਅਮ ਹਾਈਡਰੋਕਸਾਈਡ ਤਿਆਰ ਕੀਤਾ ਜਾ ਸਕਦਾ ਹੈ। ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਸਾਡੇ ਸਰੀਰ ਦੇ ਵਿੱਚ ਐਸਿਡਿਟੀ ਵੱਧ ਜਾਂਦੀ ਹੈ ਤਾਂ ਅਸੀਂ ਡਾਕਟਰ ਸਾਨੂੰ ਰეკਮੈਂਡ ਕਰਦੇ ਹਨ ਮਿਲਕ ਆਫ ਮੈਗਨੀਜ਼ੀਆ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵਿਗਿਆਨ ਦਾ ਆਪਸ ਦੇ ਵਿੱਚ ਮੇਲ ਸੁਮੇਲ ਔਰ ਇਹ ਸਾਰਾ ਕੁਝ ਆਪਾਂ ਨੇ ਸਿੱਖਣਾ ਹੈ ਔਰ ਸਿੱਖਣ ਤੋਂ ਬਾਅਦ ਇਹਦੇ ਬਾਰੇ ਵਿਚਾਰ ਕਰਨੀ ਹੈ ਔਰ ਵਿਚਾਰ ਕਰਕੇ ਇਹਦੇ ਤੱਥ ਕੱਢਣੇ ਆ। ਤੱਥ ਕੱਢਣ ਤੋਂ ਬਾਅਦ ਅਸੀਂ ਇਸ ਨੂੰ ਹੋਰ ਅੱਗੇ ਲੈ ਕੇ ਜਾਣਾ ਖੋਜਾਂ ਨੂੰ। ਕਿਤਾਬਾਂ ਦੇ ਵਿੱਚ ਲਿਖਣ ਦਾ ਮਤਲਬ ਹੀ ਇਹ ਹੋਇਆ ਕਰਦਾ ਹੈ ਕਿ ਇਸ ਤੋਂ ਅੱਗੇ ਤੁਸੀਂ ਕਿੰਨਾ ਗਏ ਹੋ। ਉੱਥੇ ਤੱਕ ਤਾਂ ਅਸੀਂ ਤੁਹਾਨੂੰ ਪਹੁੰਚਾ ਦਿੱਤਾ ਸੀ, ਲੇਕਿਨ ਇਸ ਤੋਂ ਅੱਗੇ ਕਿੰਨਾ ਚੱਲੇ ਹੋ ਤੁਸੀਂ। ਤੋ ਇਸ ਕਰਕੇ ਤੁਸੀਂ ਦੇਖ ਰਹੇ ਸੀ ਇਹ ਪ੍ਰਯੋਗ ਇੱਕ ਸਾਦਾ ਜਿਹਾ ਪ੍ਰਯੋਗ। ਮੈਗਨੀਸ਼ੀਅਮ ਰਿਬਨ ਹੈ ਜਿਹੜਾ ਜਲ ਰਿਹਾ ਸੀ, ਮੈਗਨੀਸ਼ੀਅਮ ਜਮਾ ਆਕਸੀਜਨ ਮੈਗਨੀਸ਼ੀਅਮ ਆਕਸਾਈਡ MgO ਬਣ ਰਿਹਾ ਸੀ ਤੇ MgO plus H2O ਜਦੋਂ ਆਪਸ ਦੇ ਵਿੱਚ ਕਿਰਿਆ ਕਰ ਰਹੇ ਸੀ ਤਾਂ ਉਹ ਸਾਡੇ ਕੋਲ ਕੀ ਪ੍ਰਾਪਤ ਹੋ ਰਿਹਾ ਸੀ, MgOH ਟਵਾਈਸ ਮੈਗਨੀਸ਼ੀਅਮ ਹਾਈਡਰੋਕਸਾਈਡ ਪ੍ਰਾਪਤ ਹੋ ਰਿਹਾ ਸੀ। ਬੜਾ ਸਿੰਪਲ ਜਿਹਾ ਪ੍ਰਯੋਗ ਸੀ। ਆਓ ਤੁਹਾਨੂੰ ਹੋਰ ਅੱਗੇ ਲੈ ਕੇ ਚੱਲਾਂ। ਤਾਂ ਇਹ ਇੱਕ ਪਾਣੀ ਦਾ ਗਲਾਸ ਭਰ ਕੇ ਮੈਂ ਰੱਖਿਆ। ਇਸ ਗਲਾਸ ਦੇ ਵਿੱਚ ਜਦੋਂ ਅਸੀਂ TDS ਹੈ ਜਿਹੜਾ ਇਹਦਾ ਮੇਜ਼ਰ ਕਰਦੇ ਹਾਂ, ਇਹ TDS ਮੀਟਰ ਹੋਇਆ ਕਰਦਾ ਹੈ। ਤਾਂ ਇਸ TDS ਮੀਟਰ ਦੇ ਰਾਹੀਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਦੇ ਉੱਪਰ ਜਿਹੜੀ ਵੈਲਿਊ ਹੈ ਉਹ ਸ਼ੋ ਕਰੂਗਾ 00। ਆਈ ਹੋਪ ਸੋ ਕਿ ਨਜ਼ਰ ਆ ਰਿਹਾ ਹੋਊਗਾ ਤੁਹਾਨੂੰ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਪਾਣੀ ਦੀ TDS ਕਿੰਨੀ ਹੈ, ਇਸ ਪਾਣੀ ਦੇ ਵਿੱਚ ਇਸ ਯੰਤਰ ਨੂੰ ਪਾਇਆ ਜਾਂਦਾ ਹੈ, ਤਾਂ ਜਦੋਂ ਹੀ ਅਸੀਂ ਇਸ ਯੰਤਰ ਨੂੰ ਇਸ ਪਾਣੀ ਦੇ ਵਿੱਚ ਪਾਉਂਦੇ ਹਾਂ ਤਾਂ ਸਾਡੇ ਕੋਲ ਇਹਦੀ ਵੈਲਿਊ ਆ ਚੁੱਕੀ ਹੈ। ਤੁਸੀਂ ਦੇਖੋ ਹਾਲੇ ਵੀ ਇਹ 00 ਹੀ ਸ਼ੋ ਕਰ ਰਿਹਾ। ਤਾਂ ਹੁਣ ਤੁਸੀਂ ਦੇਖੋ ਕਿੰਨੀ ਆ ਗਈ ਜੀ, 03। ਤਾਂ 300 ਇਸ ਦਾ TDS ਹੋ ਗਿਆ ਸਾਡੇ ਕੋਲ। ਟੋਟਲ ਡਿਸੋਲਵਡ ਸਾਲਟ ਕਿੰਨਾ ਹੋ ਗਿਆ ਸਾਡੇ ਕੋਲ, 300। ਤਾਂ ਇਸ ਪ੍ਰਯੋਗ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਇਹ ਦੇਖਿਆ ਕਿ ਜੇਕਰ ਇਸ ਦੇ ਵਿੱਚ ਅਸੀਂ ਚੀਨੀ ਨੂੰ ਮਿਲਾ ਦਿੰਦੇ ਹਾਂ, ਇਸੇ ਪਾਣੀ ਦੇ ਵਿੱਚ ਅਸੀਂ ਜੇ ਚੀਨੀ ਨੂੰ ਮਿਲਾ ਦਿੰਦੇ ਹਾਂ ਤਾਂ ਜਿਹੜੀ TDS ਹੈ ਉਹ ਘਟ ਜਾਂਦੀ ਹੈ ਤੇ ਜੇ ਲੂਣ ਨੂੰ ਮਿਲਾ ਦਿੰਦੇ ਹਾਂ TDS ਵੱਧ ਜਾਂਦੀ ਹੈ। ਮੈਂ ਇੰਨੀ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ, ਮੈਂ ਚਾਹਾਂਗਾ ਕਿ ਹੋਰ ਬਹੁਤ ਸਾਰੇ ਪ੍ਰਯੋਗ ਅਸੀਂ ਕਰ ਸਕੀਏ। ਤਾਂ ਤੁਸੀਂ ਇਹ ਸਹਿਜੇ ਅੰਦਾਜ਼ਾ ਲਗਾ ਲਓ ਕਿ ਲੂਣ ਦਾ ਕੰਮ ਕੀ ਹੈ ਤੇ ਚੀਨੀ ਦਾ ਕੰਮ ਕੀ ਹੈ। ਤਾਂ ਬਸ ਉਹਦੇ ਨਾਲ ਹੀ BP ਨੂੰ ਆਪਾਂ ਐਡ ਕਰਕੇ ਦੱਸ ਸਕਦੇ ਹਾਂ ਕਿ ਜਿਹੜਾ ਹਾਈ BP ਹੈ ਉਸ ਦੇ ਵਿੱਚ ਲੂਣ ਤੋਂ ਬਚਣਾ ਜ਼ਰੂਰੀ ਹੈ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਪ੍ਰਯੋਗਾਂ ਦੇ ਰਾਹੀਂ ਸਿੱਧ ਕਰਦੇ ਹਾਂ। ਅੱਜ ਕੱਲ੍ਹ ਤਾਂ ਇਹ ਯੰਤਰ ਹੈ ਜਿਹੜੇ ਸਾਡੇ ਕੋਲ ਤਿਆਰ ਹੋ ਚੁੱਕੇ ਆ ਔਰ ਯੰਤਰਾਂ ਦੀ ਮਦਦ ਲੈ ਕੇ ਅਸੀਂ ਇਹ ਸਾਰੇ ਵਰਤਾਰਿਆਂ ਨੂੰ ਸਹਿਜੇ ਆਪਣੇ ਆਪ ਬੈਠੇ ਹੀ ਕਰ ਸਕਦੇ ਹਾਂ, ਦੇਖ ਸਕਦੇ ਹਾਂ
ਕਿਰਨਾਂ ਆ ਰਹੀਆਂ, ਉਹ ਕਿਰਨਾਂ ਕਿਸ ਤਰ੍ਹਾਂ ਦੇ ਨਾਲ ਆ ਰਹੀਆਂ, ਕਿਸ ਤਰ੍ਹਾਂ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਚਲੀਆਂ ਜਾਂਦੀਆਂ। ਜੇ ਇੱਕ ਮਾਧਿਅਮ 'ਚੋਂ ਦੂਜੇ ਮਾਧਿਅਮ 'ਚ ਜਾਂਦੀਆਂ ਆਪਣਾ ਰਸਤਾ ਬਦਲ ਲੈਂਦੀਆਂ ਤਾਂ ਪ੍ਰਕਾਸ਼ ਦਾ ਅਪਵਰਤਨ ਹੋ ਜਾਇਆ ਕਰਦਾ ਹੈ, ਰੀਫਰੈਕਸ਼ਨ ਹੋ ਜਾਇਆ ਕਰਦੀ ਹੈ। ਜੇ ਉਸੇ ਮਾਧਿਅਮ 'ਚ ਵਾਪਸ ਆ ਜਾਂਦੀਆਂ ਤਾਂ ਰਿਫਲੈਕਸ਼ਨ ਹੋ ਜਾਇਆ ਕਰਦੀ ਹੈ। ਬੜੇ ਸਿੰਪਲ ਜਿਹੇ ਐਕਸਪੈਰੀਮੈਂਟ ਹੈ। ਲੋ ਇਸੇ ਗਲਾਸ ਦੇ ਵਿੱਚ ਅਸੀਂ ਪੈਨਸਲ ਨੂੰ ਰੱਖ ਦਿੱਤਾ ਤਾਂ ਪੈਨਸਲ ਹੈ ਜਿਹੜੀ ਸਾਡੇ ਕੋਲ ਨਜ਼ਰ ਆਏਗੀ ਵੀ ਸ਼ਾਇਦ ਇਹ ਵਿੱਚੋਂ ਟੁੱਟੀ ਹੋਈ ਹੈ ਇੱਥੋਂ, ਲੇਕਿਨ ਐਸਾ ਨਹੀਂ ਹੈ, ਲੇਕਿਨ ਲੱਗ ਰਿਹਾ ਹੈ। ਕਿਉਂ? ਕਿਉਂਕਿ ਪ੍ਰਕਾਸ਼ ਦੀ ਜਿਹੜੀ ਚਾਲ ਹੈ, ਸਪੀਡ ਆਫ ਲਾਈਟ 3 ਲੱਖ ਕਿਲੋਮੀਟਰ ਪਰ ਸੈਕਿੰਡ ਸੀ, ਲੇਕਿਨ ਪਾਣੀ ਦੇ ਵਿੱਚ ਜਾਂਦਿਆਂ ਹੀ ਉਹ ਪ੍ਰਕਾਸ਼ ਦੀ ਜਿਹੜੀ ਚਾਲ ਹੈ ਉਹ ਜਿਹੜੀ ਘਟ ਗਈ ਹੈ। ਤੇ ਜਿਸ ਨੂੰ ਅਸੀਂ ਮਿਊ ਦੇ ਨਾਲ, ਰਿਫਰੈਕਟਿਵ ਇੰਡੈਕਸ ਦੇ ਨਾਲ ਮੇਜ਼ਰ ਕਰਦੇ ਹਾਂ, ਤਾਂ ਉਹ ਰਿਫਰੈਕਟਿਵ ਇੰਡੈਕਸ ਸਾਨੂੰ ਦੱਸਦਾ ਹੈ ਵੀ ਇਹ ਚੀਜ਼ ਕਿੰਨੀ ਜ਼ਿਆਦਾ ਇੱਥੋਂ ਬੈਂਡ ਹੋਊਗੀ। ਤਾਂ ਬੈਂਡ ਹੋਊਗੀ ਸਾਡੀ ਪੈਨਸਲ, ਲੇਕਿਨ ਇਸ ਪਾਣੀ ਦੇ ਵਿੱਚ ਹੀ ਬੈਂਡ ਹੋਈ ਹੈ, ਅਦਰਵਾਈਜ਼ ਨਹੀਂ ਬੈਂਡ ਹੋਈ। ਅਦਰਵਾਈਜ਼ ਸੇਮ ਉੱਦਾਂ ਦੀ ਪੈਨਸਲ ਹੈ। ਤੋ ਇਹ ਪ੍ਰਕਾਸ਼ ਦੇ ਅਪਵਰਤਨ ਦੇ ਨਿਯਮਾਂ ਨੂੰ ਦਰਸਾਉਂਦਾ। ਇਸੇ ਤਰ੍ਹਾਂ ਹੀ ਪ੍ਰਕਾਸ਼ ਦਾ ਜਿਹੜਾ ਪਰਿਵਰਤਨ ਹੈ ਉਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਤੁਹਾਡੇ ਸਾਹਮਣੇ ਕਿ ਇਹ ਜਿਹੜੇ ਸਾਡੇ ਕੋਲ ਪਾਣੀ ਹੈ ਔਰ ਇਸ ਪਾਣੀ ਦੇ ਵਿੱਚ ਅਸੀਂ ਦੇਖਾਂਗੇ ਲੇਜ਼ਰ ਦੀ ਸਹਾਇਤਾ ਦੇ ਨਾਲ ਕਿ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਹੈ ਉਹ ਸਿੱਧੀਆਂ ਰੇਖਾਵਾਂ ਦੇ ਵਿੱਚ ਚੱਲਦੀਆਂ। ਦੇਖੋ ਪ੍ਰਕਾਸ਼ ਸਿੱਧੀਆਂ ਰੇਖਾਵਾਂ ਦੇ ਵਿੱਚ ਚੱਲਦਾ ਹੈ, ਸਿੱਧਾ ਹੀ ਜਾ ਰਿਹਾ। ਕਲਰ ਤੁਸੀਂ ਇਹਦਾ ਕੋਈ ਵੀ ਚੂਜ਼ ਕਰ ਸਕਦੇ ਹੋ। ਹੁਣੇ ਪਿੱਛੇ ਜੇ ਨੋਬਲ ਪੁਰਸਕਾਰ ਜਿੱਤਿਆ, ਸਾਡੇ ਕੋਲ ਰੈੱਡ ਤੇ ਗ੍ਰੀਨ ਕਲਰ ਦੀਆਂ 2 ਲੇਜ਼ਰ ਸੀਗੀਆਂ, ਲੇਕਿਨ ਵਾਇਲਟ ਕਲਰ ਦੀ ਲੇਜ਼ਰ ਬਣਾ ਕੇ ਉਸ ਇਨਸਾਨ ਨੇ ਜਿਹੜਾ ਨੋਬਲ ਪੁਰਸਕਾਰ ਜਿੱਤਿਆ। ਇਹ ਦੇਖੋ, ਇਹ ਗ੍ਰੀਨ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਮੈਂ ਤੁਹਾਨੂੰ ਹੋਰ ਥੋੜਾ ਜਿਹਾ ਕੈਮਰੇ ਦੇ ਨੇੜੇ ਹੋ ਕੇ ਜੇ ਦਿਖਾਵਾਂ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਇਸ ਵਰਤਾਰੇ ਨੂੰ ਸਮਝ ਸਕੋਗੇ ਔਰ ਦੇਖ ਸਕੋਗੇ ਕਿ ਇਹ ਵਰਤਾਰਾ ਹੈ ਕੀ। ਆਈ ਹੋਪ ਸੋ ਕਿ ਤੁਹਾਨੂੰ ਕੁਝ ਕਲੀਅਰ ਹੋਇਆ ਹੋਵੇਗਾ। ਡਾਕਟਰ ਮਨਦੀਪ ਸਿੰਘ ਜੀ, ਮੇਰੀ ਆਵਾਜ਼ ਸੁਣਦੇ ਹੋ ਤਾਂ ਦੇਖੋ ਜਰਾ, ਨਜ਼ਰ ਆ ਰਹੀ ਹੈ ਰੇ ਆਫ ਲਾਈਟ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ, ਧੰਨਵਾਦ। ਤਾਂ ਇਹ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਹੈ ਇਹ ਮੁੜਦੀਆਂ ਕਿਵੇਂ ਹੈ? ਇੱਕ ਮਾਧਿਅਮ ਤੋਂ ਦੂਜੇ ਜਾਣ ਲੱਗਿਆ ਦੇਖੋ ਮੁੜ ਗਈ। ਇਸ ਬਰਤਨ ਦੇ ਵਿੱਚ ਤੁਸੀਂ ਨਿਗਾਹ ਮਾਰੋ ਤਾਂ ਤੁਹਾਨੂੰ ਇਹ ਪ੍ਰਕਾਸ਼ ਦੀ ਕਿਰਨ ਜਿਹੜੀ ਮੁੜੀ ਹੋਈ ਨਜ਼ਰ ਆਏਗੀ। ਹੁਣ ਪ੍ਰਕਾਸ਼ ਦਾ ਜਿਹੜਾ ਪਰਾਵਰਤਨ ਹੈ ਉਹ ਕਿਵੇਂ ਹੋਇਆ? ਇਸ ਦੇ ਵਿੱਚ ਇੱਕ ਚਮਕਦਾਰ ਜਿਹੜਾ ਸ਼ੀਸ਼ਾ ਰੱਖਿਆ ਗਿਆ, ਪਲੇਨ ਮਿਰਰ ਜਿਸ ਨੂੰ ਕਿਹਾ ਗਿਆ, ਉਸ ਦੇ ਵਿੱਚ ਤੁਸੀਂ ਦੇਖੋ ਸਹਿਜੇ ਕਿ ਪ੍ਰਕਾਸ਼ ਦੀ ਕਿਰਨ ਗਈ ਔਰ ਪ੍ਰਕਾਸ਼ ਦੀ ਕਿਰਨ ਜਿਹੜੀ ਉਹ ਵਾਪਸ ਆਈ। ਕਲੀਅਰ ਹੈ ਜੀ? ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤਾਂ ਇਹ ਜਿਹੜੇ ਵਰਤਾਰੇ ਹੈ ਇਸ ਨੂੰ ਸਹਿਜੇ ਹੀ ਦੇਖਣਾ, ਸਮਝਣਾ ਔਰ ਪ੍ਰਕਾਸ਼ ਦੇ ਅਪਵਰਤਨ ਦੀ ਜਿਹੜੀ ਗੱਲ ਕੀਤੀ ਹੈ, ਜਿਹੜਾ ਸਰਦਾਰ ਮਹਿੰਦਰ ਸਿੰਘ ਪਾਨੀ ਜੀ ਨੇ ਜਿਹੜਾ ਆਪਟੀਕਲ ਫਾਈਬਰ ਲੱਭਿਆ ਤੇ ਉਸ ਨੂੰ ਬਣਾਇਆ ਕਿ ਇਹ ਕਿਸ ਤਰ੍ਹਾਂ ਦੇ ਨਾਲ ਜਿਹੜੀ ਲਾਈਟ ਹੈ ਉਹ 1 ਸੈਕਿੰਡ ਤੋਂ ਵੀ ਘੱਟ ਸਮੇਂ ਦੇ ਵਿੱਚ ਆ ਉੱਪਰ ਪਹੁੰਚ ਗਈ ਹੋਈ ਹੈ, ਉੱਪਰਲੇ ਸਿਰੇ ਤੇ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਇੱਥੇ ਕਿਵੇਂ ਪਹੁੰਚ ਗਈ। ਤਾਂ ਇਹ ਜਿਹੇ ਆਪਟੀਕਲ ਫਾਈਬਰ ਸੁਰੰਗਾਂ ਦੇ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਵਿਛਾਏ ਗਏ। ਇਹ ਗਲਾਸ ਫਾਈਬਰ ਵੀ ਹੋ ਸਕਦੇ ਆ ਤੇ ਦੂਸਰੇ ਵੀ ਹੋ ਸਕਦੇ ਆ, ਜਿਹੜੇ ਮਿਕਸਡ ਰੇਸ਼ੇ ਆ ਉਹਨਾਂ ਦੇ ਨਾਲ ਵੀ ਬਣਾਏ ਗਏ। ਤਾਂ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਸਾਇੰਸਦਾਨ ਮਹਿੰਦਰ ਸਿੰਘ ਪਾਨੀ ਜੀ ਦੀ, ਜਿਨ੍ਹਾਂ ਨੇ ਕਿ ਆਪਟੀਕਲ ਫਾਈਬਰ ਨੂੰ ਇੱਕ ਰੂਪ ਦਿੱਤਾ ਤੇ ਇਸ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਕਿਰਨਾਂ ਹੈਗੀਆਂ ਉਹ ਸਾਨੂੰ ਦਰਸਾਇਆ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੈ ਕਿ ਲਾਈਟ ਇੱਕ ਵਾਰੀ ਜੇ ਕਿਸੇ ਵੀ ਜਗ੍ਹਾ ਦੇ ਵਿੱਚ ਐਂਟਰ ਕਰ ਗਈ ਔਰ ਅੰਦਰ ਹੀ ਅੰਦਰ ਰਿਫਲੈਕਟ ਕਰਦੀ ਰਹਿੰਦੀ ਹੈ ਤਾਂ ਇਸ ਫੀਨੋਮੇਨਾ ਨੂੰ ਕਿਹਾ ਜਾਂਦਾ ਹੈ ਟੋਟਲ ਇੰਟਰਨਲ ਰਿਫਲੈਕਸ਼ਨ, TIR ਦਾ ਫੀਨੋਮੇਨਾ ਕਿਹਾ ਜਾਂਦਾ ਹੈ। ਇਸ ਸਿਧਾਂਤ ਤੇ ਸਾਡੀਆਂ ਕਮਿਊਨੀਕੇਸ਼ਨਸ ਹੋ ਰਹੀਆਂ, ਇਸ ਸਿਧਾਂਤ ਤੇ ਸਾਡੇ ਮੋਬਾਈਲ ਚੱਲ ਰਹੇ ਹਨ, ਇਸ ਸਿਧਾਂਤ ਤੇ ਸੈਟੇਲਾਈਟ ਦੇ ਰਾਹੀਂ ਸਾਨੂੰ ਮੈਸੇਜ ਮਿਲ ਰਹੇ ਹਨ। ਅਸੀਂ ਇੰਨੀ ਦੂਰ ਬੈਠੇ ਬਿਠਾਏ, ਅੱਜ ਦੇਖ ਲਓ ਆਪਾਂ ਇੱਥੇ ਬੈਠੇ ਬਿਠਾਏ, ਮੈਂ ਪਟਿਆਲੇ ਬੈਠਾ ਹੋਇਆ ਤੁਹਾਡੇ ਨਾਲ, ਉਹ ਇੰਨੀ ਦੂਰ ਤੱਕ ਗੱਲਾਂ ਕਰ ਰਹੇ ਹਾਂ ਤਾਂ ਕੁਝ ਕੁ ਗੈਪ ਹੈ, ਕੁਝ ਸਕਿੰਟਾਂ ਦਾ ਗੈਪ ਹੈ, ਬਸ। ਮਤਲਬ ਸੈਕਿੰਡ ਤਾਂ ਬਹੁਤ ਵੱਡੀ ਚੀਜ਼ ਹੈ, ਫ੍ਰੈਕਸ਼ਨ ਆਫ ਸੈਕਿੰਡ ਤੁਸੀਂ ਕਹਿ ਸਕਦੇ ਹੋ।
ਤੇ ਸਾਰਾ ਮੈਥਮੈਟੀਕਲ ਫੀਨੋਮੇਨਾ। तो TIR ਦਾ ਫੀਨੋਮੇਨਾ ਤੁਸੀਂ ਸਮਝਿਆ, ਰਿਫਲੈਕਸ਼ਨ ਦਾ ਫੀਨੋਮੇਨਾ ਸਮਝਿਆ, ਰੀਫਰੈਕਸ਼ਨ ਦਾ ਫੀਨੋਮੇਨਾ ਸਮਝਿਆ। ਇਹ ਮਤਲਬ ਵੀ ਇਹ ਗੱਲਾਂ ਜਿਹੜੀਆਂ ਹੈਗੀਆਂ ਵਿਦਿਆਰਥੀ ਦੇ ਜੀਵਨ ਦੇ ਵਿੱਚ ਬਹੁਤ ਸਾਰਾ ਮਹੱਤਵ ਰੱਖਦੀਆਂ ਇਸ ਗੱਲ ਦਾ ਕਿ ਵਿਦਿਆਰਥੀ ਨੇ ਕੀ ਦੇਖਿਆ ਸੀ ਤੇ ਕੀ ਸਮਝਿਆ ਸੀ ਤੇ ਕੀ ਲਿਖਿਆ। ਇਹ ਬਹੁਤ ਜ਼ਰੂਰੀ ਬਣ ਜਾਂਦਾ। ਤੋ ਇਸ ਕਰਕੇ ਵਿਦਿਆਰਥੀਆਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਮੈਂ ਇਹੀ ਦੱਸਣਾ ਚਾਹਾਂਗਾ कि ये विज्ञान है बड़ा ही आसान है, गणित विषय बहुत ही आसान है, लेकिन इसनों मतलब ये इंजॉय करते करते पढ़िया करो, बोझ ना समझिया करो। मैथ और साइंस नूं बहुते लोगों ने बोझ समझ लिया होया है भी इहदी पढ़ाई औखी है। कुछ औखा नहीं है, इंसान ने बनाया, इंसान ने पढ़ना है। हाँ जे किते गलती हुंदी है पुस्तकां हैगियां साडे कोल एक्सपर्ट हैगे हैं, उन्हां दी मदद लो, सीखो ते समझो। तो ये वर्तारा तुसी देख रहे सी प्रकाश का परावर्तन, प्रकाश का अपवर्तन, किस तरह दे नाल ये चीज़ां जिहड़ियां मतलब जिहड़ी ये साडी स्टडी है ना, ये साडी स्टडी ये दसदी है कि किस तरह दे नाल ये वर्तारे वापर रहे हैं ते असी इन्हां वर्तारियां नूं अपने हत्थीं किस तरह दे नाल एप्लीकेशन दे विच कन्वर्ट कर रहे हैं। अज AC दे विच बैठे हैं, पक्खे चल रहे हैं, लाइटां जग रही हैं, तो ये सारे वर्तारे किवें बने? सब तो पहला विज्ञानी ने किसी ने की सोचा होगा, पहला असी किस तरह रहिंदे सी, पहला मनुख किस तरह का हुंदा सी, अज दा मनुख किस तरह का रहन सहन रखता है। ये सारी किस दी देन है? साडियां एप्लीकेशनस। जिहड़ियां एप्लीकेशनस असी लभीआं ते उन्हां एप्लीकेशन नूं असी यूज़ कीता। इक्को चक्का जिहड़ा पहला चलदा हुंदा सी, फिर टांगे दा चक्का, फिर ठक 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 ठक, फिर उहदे उत्ते पत्ती नूं चढ़ाना, फिर भी घसे ना लक्कड़, फिर अजकल खुरियां लगाणियां उन्हां जानवरां दियां भी उन्हां दे जिहड़े है ओह पैर ना घस जाण। ते ओह चलदी चलदी चीज़ अज कित्थे पहुंच गई? लोहे दे उत्ते लोहा घस जा रहा है, लोहे दी रेल, लोहे दा टायर उहदे उत्ते चल रहे हैं और लोहे नूं हवा दे विच तराया जा रहा है। एक बहुत बड़ा सारा जहाज हवा दे विच उड़ारियां मार रहा है। ये विज्ञान है, ये उहदियां एप्लीकेशनस हैं। किस तरह दे नाल पहुंचे असीं? पहला समा कैसा सी, विज्ञानियों ने कैसा जहाज बनाया सी? एक मैं मॉडल इत्थे रखिया होया अपने कोल। राइट ब्रदर्स जदों इहदी खोज करदे सी तां उस वक्त उन्होंने खोज करते करते इस तरह के जहाज बनाने शुरू किए थे। सब तो पहला तुसीं देख सकते हो इस तो उन्हां जहाज़ां दे विचों जदों उन्होंने सब तो पहला प्रयोग किया तो उन्होंने अपने देखिया भी पंछी हैं जिहड़े उड़ रहे हैं तो उन्होंने खंभ लगे हो, खंभां नूं इस तरह करदे ते उड़ जांदे हैं। उन्होंने मन दे विच भावना आई कि क्यों ना आपां अपणियां बाहां दे नाल खंभ बन लईए ते एक पहाड़ दे उत्ते जाके ऐ करिए तां की असीं उड़ पावांगे। तो उस वक्त कोई साडे कोल जिहड़ियां फिक्स करन दे लई उन्हां खंभां नूं कोई फैवीकोल या कोई इदां दे मतलब भी एडहेसिव नहीं सीगे साडे कोल, कोई गूंद या है ना कोई बड़े तगड़े तगड़े अजकल फैवीक्विक बना ली असीं, कोई एम सील बना ली, बहुत कुछ बन गया होया अजकल तां। एक पाइप लीक कर रही है, ਉਹਦੇ 'ਚ बहुत ज़्यादा प्रेशर है, ਉਹਦੇ ਉੱਤੇ एक ब्लैक टेप लगा ਦਿੰਦੇ ਆ, ਨਾਲ ਦੀ ਨਾਲ प्रेशर रुक ਜਾਂਦਾ। लेकिन ਉਹ ਬਣਿਆ ਕਿਵੇਂ ਹੈ? एप्लीकेशन आई कित्थों है? ਜੇ ਉਹ ਛੋਟੇ ਛੋਟੇ ਪ੍ਰਯੋਗ ਨਾ ਕੀਤੇ ਹੁੰਦੇ ਤਾਂ ਅੱਜ ਅਸੀਂ ਇੱਥੇ ਤੱਕ ਨਹੀਂ ਪਹੁੰਚ ਸਕਦੇ ਸੀ। ਤਾਂ ਉਹਨਾਂ ਰਾਈਟ ਬ੍ਰਦਰਜ਼ ਨੇ, ਦੋਨੋਂ ਭਰਾਵਾਂ ਨੇ ਫੈਸਲਾ ਕੀਤਾ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਲੜਕਾ ਸੀ, ਉਹ ਸਾਰਿਆਂ ਨੇ ਖੰਭ ਜੋੜੇ, ਖੰਭ ਲੱਭੇ, ਖੰਭ ਜੋੜੇ, ਬਾਹਾਂ ਤੇ ਬੰਨੇ, ਮੋਮ ਦੇ ਨਾਲ ਫਿਕਸ ਕੀਤੇ। देखो किड्डी वड्डी मेहनत सी उन्हां दी। एक कदम सी हवा दे विच उड्डण दे लई। तां जदों उन्हां ने उस दे विच ऐ पहाड़ी दे उत्तों जा के उड्डना शुरू कीता तां उस वक्त दूर तक उड्डदे गए। पर उन्हां दा जिहड़ा छोटा बेटा सी या छोटा भरा, किते लिखिया कई किताबां दे विच कई जगह लिखिया उन्हां दा बेटा, उस दे हल्का होण करके वो थोड़ा जिहा ज़्यादा उत्ते चला गया, ज़्यादा उच्चे थोड़ी जी ज़्यादा ऊंचाई लै गया। जे ज्यादा ऊंचाई ते चला गया तो सूरज दीयां किरणां उस ते वध पै रहीआं सी, मोम पिघल गई। मोम पिघलण दे नाल ओहदे जिहड़े खंभ आ उतर गए तो एकदम थाड़ दे के धरती दे वल नूं डिग्गिआ, क्योंकि धरती चीज़ां नूं खिच्चदी है ते उसदी मौत हो गई। बहुत सारियां कुर्बानियां करनियां पैंदियां इन्हां चीज़ां नूं प्राप्त करन दे लई। ते अज सहजे जहाज़ दे विच बैठ के असीं की महसूस करदे हां कि एवें बन गए होणगे? नहीं, ये विज्ञान दी बहुत वड्डी देन है कि ये विज्ञान के सिद्धांत स्पष्ट करने सीखने। तो ये तुहाडे नाल मैं वार्ता कर रहा सीगा कि किस तरह दे नाल ये जिहड़ियां चीज़ां बन जांदियां। आ देखो हुण मैं तुहानूं इत्थे दिखाना चाहांगा कि एक प्रयोग असीं जो बचपन दे विच खेडदे आ रहे हां, वो साडी जिंदगी दीयां खेडां सानूं दस्सिया गया भी ये खेडां है, पर असल दे विच वो विज्ञान सी, विज्ञान है, विज्ञान रहेगा।
ਅਸੀਂ ਇੱਕ ਜਦੋਂ ਮਤਲਬ ਵੀ ਕੋਲਡ ਡਰਿੰਕ ਪਿਛਲੇ ਕੁਝ 25 ਕੁ ਸਾਲ ਪਹਿਲਾਂ ਕੋਲਡ ਡਰਿੰਕ ਪੀ ਲੈਂਦੇ ਸੀ ਤਾਂ ਉਹਦਾ ਜਿਹੜਾ ਢੱਕਣ ਹੋਇਆ ਕਰਦਾ ਸੀ, ਢੱਕਣ ਨੂੰ ਕੁੱਟ ਲੈਣਾ ਕਿਸੇ ਬੱਟੇ ਦੇ ਨਾਲ ਤੇ ਉਸ ਦੇ ਵਿੱਚ 2 ਮੋਰੀਆਂ ਕਿੱਲ ਦੇ ਨਾਲ ਕਰਕੇ ਉਸ ਦੇ ਵਿੱਚ ਧਾਗਾ ਪਾ ਕੇ ਉਸ ਨੂੰ ਘੁਮਾਇਆ ਕਰਦੇ ਸੀ। ਇਸ ਤਰ੍ਹਾਂ ਘੁਮਾਉਣ ਤੋਂ ਬਾਅਦ ਜਦੋਂ ਅਸੀਂ ਉਸ ਨੂੰ ਇਸ ਤਰ੍ਹਾਂ ਦੇ ਨਾਲ ਕਰਦੇ ਸੀ ਤਾਂ ਉਹ ਕਾਫੀ ਦੇਰ ਤੱਕ ਦੂਰ ਤੱਕ ਘੁੰਮਦਾ ਸੀ, ਸਾਡੇ ਕੋਲ ਜ਼ਿਆਦਾ ਦੇਰ ਤੱਕ ਘੁੰਮਦਾ ਸੀ ਔਰ ਇਸ ਦੇ ਵਿੱਚੋਂ ਆਵਾਜ਼ ਵੀ ਆਉਂਦੀ ਸੀ। ਤਾਂ ਤੁਸੀਂ ਸਹਿਜੇ ਦੇਖ ਸਕਦੇ ਹੋ ਕਿ ਮੈਂ ਕੈਮਰੇ ਦੇ ਥੋੜਾ ਜਿਹਾ ਨੇੜੇ ਕਰਾਂ ਇਸ ਨੂੰ, ਤਾਂ ਇਸ ਧਾਗੇ ਦੇ ਵਿੱਚ ਜਿਹੜਾ ਵਰਤਾਰਾ ਵਾਪਰ ਰਿਹਾ, ਆਵਾਜ਼ ਸੁਣੋ ਪਹਿਲਾਂ ਤਾਂ। ਇਸ ਦੇ ਵਿੱਚ ਨੋਡ ਤੇ ਐਂਟੀ ਨੋਡ ਬਣ ਰਹੇ ਹਨ। ਮੈਂ ਪਿਛਲੇ ਆਪਣੇ ਲੈਸਨ ਦੇ ਵਿੱਚ ਵੀ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਨੋਡ ਤੇ ਐਂਟੀ ਨੋਡ ਦੀ ਫਾਰਮੇਸ਼ਨ ਹੋਇਆ ਕਰਦੀ ਹੈ ਤਾਂ ਉਸ ਵਕਤ ਅਸੀਂ ਆਵਾਜ਼ ਪੈਦਾ ਕਰ ਸਕਦੇ ਹਾਂ ਕਿਸੇ ਵੀ ਨਿਰਜੀਵ ਵਸਤੂ ਦੇ ਵਿੱਚੋਂ। ਤਾਂ ਇਹ ਸਾਡੇ ਕੋਲ ਇੱਕ ਐਲੂਮੀਨੀਅਮ ਰੋਡ ਹੈ, ਇਹ ਤੁਸੀਂ ਦੇਖ ਸਕਦੇ ਹੋ ਐਲੂਮੀਨੀਅਮ ਰੋਡ ਹੈ ਔਰ ਇਸ ਐਲੂਮੀਨੀਅਮ ਰੋਡ ਦੇ ਵਿੱਚੋਂ ਅਸੀਂ ਆਵਾਜ਼ ਪੈਦਾ ਕਰਕੇ ਤੁਹਾਨੂੰ ਦਿਖਾਵਾਂਗੇ। ਤਾਂ ਤੁਸੀਂ ਦੇਖੋ, ਆਬਜ਼ਰਵ ਕਰੋ ਕਿ ਮੈਂ ਕਰ ਕੀ ਰਿਹਾ। ਮੈਂ ਇਸ ਨੂੰ ਬੈਲੈਂਸ ਕੀਤਾ, ਬਿਲਕੁਲ ਬੈਲੈਂਸ ਹੋ ਗਈ ਹੈ। ਜਦੋਂ ਤਾਂ ਬੈਲੈਂਸ ਕਿਉਂ ਕੀਤਾ ਹੈ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਹੁਣ। ਤਾਂ ਇਸ ਨੂੰ ਮੈਂ ਉਸ ਜਗ੍ਹਾ ਤੋਂ ਪਕੜ ਲਿਆ ਜਿੱਥੇ ਇਹ ਬੈਲੈਂਸ ਸੀ। ਤਾਂ ਹੁਣ ਇਸ ਦੇ ਵਿੱਚ ਫ੍ਰਿਕਸ਼ਨ ਨੂੰ ਵਧਾਉਣ ਦੇ ਲਈ ਮੈਂ ਇੱਕ ਪਾਊਡਰ ਨੂੰ ਯੂਜ਼ ਕਰਦਾ। ਤਾਂ ਇਸ ਪਾਊਡਰ ਨੂੰ ਯੂਜ਼ ਕਰਕੇ ਮੈਂ ਇਸ ਦੇ ਵਿੱਚੋਂ ਆਵਾਜ਼ ਕੱਢਣ ਦੇ ਵਿੱਚ ਸਫਲ ਹੋ ਜਾਊਂਗਾ। ਕੋਈ ਬਹੁਤਾ ਜ਼ੋਰ ਨਹੀਂ ਲੱਗ ਰਿਹਾ ਮੇਰਾ, ਸਿੰਪਲੀ ਆਈ ਐਮ ਰਬਿੰਗ ਦਿਸ ਰੋਡ। ਤਾਂ ਹੁਣ ਰੱਬ ਕਰਨ ਦੇ ਨਾਲ ਹੋਇਆ ਕੀ, ਵਾਈਬ੍ਰੇਸ਼ਨਸ ਪੈਦਾ ਹੋਈਆਂ। ਵਾਈਬ੍ਰੇਸ਼ਨ ਦੇ ਨਾਲ ਸਾਊਂਡ ਪੈਦਾ ਹੁੰਦੀ ਹੈ। ਤੁਸੀਂ ਅਕਸਰ ਦੇਖਿਆ, ਛੋਟੇ ਛੋਟੇ ਯੰਤਰ ਦੇਖੇ ਹੈ ਨਾ, ਹਾਰਮੋਨੀਅਮ ਦੇਖਿਆ, ਕਿਵੇਂ ਇਹ ਸਟ੍ਰਿਪਸ ਲਗਾਈਆਂ ਗਈਆਂ ਇਸ ਦੇ ਵਿੱਚ। ਜ਼ਾਈਲੋਫੋਨ ਦੇ ਵਿੱਚ ਸਾਰੀਆਂ ਸਟ੍ਰਿਪਸ ਇੱਕੋ ਹੀ ਮੈਟਲ ਦੀਆਂ, ਲੇਕਿਨ ਉਹਨਾਂ ਦੀ ਲੈਂਥ ਅਲੱਗ-ਅਲੱਗ ਰੱਖੀ ਗਈ। ਜਦੋਂ ਲੈਂਥ ਅਲੱਗ-ਅਲੱਗ ਰੱਖੀ ਗਈ ਤਾਂ ਉਸ ਦੇ ਵਿੱਚੋਂ ਸਾਊਂਡ ਵੀ ਅਲੱਗ-ਅਲੱਗ ਆਉਂਦੀ। ਆ ਜਿਹੜੀਆਂ 7 ਸੁਰਾਂ ਬਣੀਆਂ, ਸਾ ਰੇ ਗਾ ਮਾ ਪਾ ਧਾ ਨੀ ਸਾ, ਇਹ ਵਿਗਿਆਨ ਖੋਜ ਇਹ ਕਿਵੇਂ ਬਣੀਆਂ? ਇਹ ਆਵਾਜ਼ਾਂ ਸੀ, ਜਾਨਵਰਾਂ ਦੀਆਂ ਆਵਾਜ਼ਾਂ ਨੂੰ ਆਇਡੈਂਟੀਫਾਈ ਕਰਕੇ ਉਸ ਦੇ ਵਿੱਚੋਂ ਸਾ ਰੇ ਗਾ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਧੁਨੀਆਂ ਦੇ ਵਿੱਚ ਕਨਵਰਟ ਕੀਤਾ ਗਿਆ। ਤਾਂ ਤੁਸੀਂ ਦੇਖੋ ਵੀ ਇਸ ਦੇ ਵਿੱਚੋਂ ਆਵਾਜ਼ ਨਿਕਲ ਰਹੀ ਸੀ, ਪਰ ਕਦੋਂ ਨਿਕਲ ਰਹੀ ਸੀ? ਜਦੋਂ ਮੈਂ ਇਸ ਨੂੰ ਬੈਲੈਂਸ ਕਰਦਾ। ਤੇ ਜੇ ਮੈਂ ਮੰਨ ਲਓ ਬੈਲੈਂਸ ਨਹੀਂ ਕਰਦਾ, ਮੈਂ ਐਵੇਂ ਹੀ ਇੱਥੋਂ ਪਕੜ ਲੈਣਾ, ਤਾਂ ਹੁਣ ਮੈਂ ਜਿੰਨਾ ਮਰਜ਼ੀ ਇਸ ਨੂੰ ਜਿਹੜੇ ਪਾਸੇ ਤੋਂ ਮਰਜ਼ੀ ਰਗੜੀ ਜਾਵਾਂ ਤਾਂ ਇਸ ਦੇ ਵਿੱਚੋਂ ਸਾਊਂਡ ਦਾ ਨਿਕਲਣਾ ਨਾਮੁਮਕਿਨ ਜਿਹਾ ਹੋ ਜਾਂਦਾ। ਤਾਂ ਕਾਰਨ ਕਿਉਂਕਿ ਵਿਗਿਆਨ ਸਿਰਫ ਜਾਦੂ ਨਹੀਂ ਹੈ, ਵਿਗਿਆਨ ਤਾਂ ਇੱਕ ਖੋਜ ਹੈ, ਸਚਾਈ ਤੱਕ ਪਹੁੰਚਣ ਦਾ ਰਸਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਪਹੁੰਚੀਏ। ਤਾਂ ਇਸ ਰੋਡ ਦੇ ਵਿੱਚ ਕੀ ਹੋ ਰਿਹਾ, ਜਦੋਂ ਮੈਂ ਇੱਥੋਂ ਪਕੜਿਆ ਇਸ ਨੂੰ ਤਾਂ ਉਸ ਵਕਤ ਇਸ ਦੇ ਵਿੱਚ ਵਾਈਬ੍ਰੇਸ਼ਨਸ ਪੈਦਾ ਹੋਈਆਂ ਤੇ ਇਸ ਦੇ ਵਿੱਚ ਨੋਡ ਤੇ ਐਂਟੀ ਨੋਡਸ ਬਣੇ। ਜਿੱਥੇ ਐਂਪਲੀਟਿਊਡ ਵੱਧ ਜਾਂਦਾ ਉਸ ਨੂੰ ਐਂਟੀ ਨੋਡ ਕਿਹਾ ਜਾਂਦਾ। ਤਾਂ ਇਹ ਜਿਹੜੇ ਮੈਂ ਤੁਹਾਨੂੰ ਇਸ ਪ੍ਰਯੋਗ ਦੇ ਨਾਲ ਦਿਖਾਇਆ ਸੀ ਨਾ, ਜਦੋਂ ਮੈਂ ਖਿੱਚਦਾ ਸੀ ਤਾਂ ਉਹ ਐਂਟੀ ਨੋਡ ਜਿਹੜਾ ਹੈ ਉਹ ਬਣਦਾ ਸੀ। ਤੁਸੀਂ ਆਪ ਖੁਦ ਕਰਕੇ ਦੇਖੋਗੇ ਨਾ ਤਾਂ ਨੇੜੇ ਤੋਂ ਤੁਹਾਨੂੰ ਜ਼ਿਆਦਾ ਨਜ਼ਰ ਆਏਗਾ। ਤਾਂ ਉਹ ਐਂਟੀ ਨੋਡ ਦੀ ਫਾਰਮੇਸ਼ਨ ਕਰਕੇ ਉਹਦੇ ਗੂੰ ਦੀ ਆਵਾਜ਼, ਚਰਖੇ ਜੋ ਗੂੰ ਦੀ ਆਵਾਜ਼ ਇਸੇ ਕਾਰਨ ਕਰਕੇ। ਤਾਂ ਹੁਣ ਇਹ ਨੋਡ ਤੇ ਐਂਟੀ ਨੋਡ ਦੀ ਫਾਰਮੇਸ਼ਨ ਜੇ ਨਹੀਂ ਹੋਊਗੀ, ਅਸੀਂ ਇੱਥੋਂ ਪਕੜ ਲਾਂਗੇ ਤਾਂ ਨੋਡ ਤੇ ਐਂਟੀ ਨੋਡ ਨਹੀਂ ਬਣ ਪਾਣਗੇ। ਇਸ ਕਾਰਨ ਕਰਕੇ ਆਵਾਜ਼ ਪੈਦਾ ਨਹੀਂ ਹੋਏਗੀ। ਤਾਂ ਕਹਿੰਦੇ ਜੀ ਸਮਾਧੀ ਲਾ ਲਈ ਬੰਦੇ ਨੇ, ਅੰਦਰ ਹੀ ਅੰਦਰ ਮੂੰਦਲੀਏ ਦਰਵਾਜ਼ੇ, ਬਾਜੀ ਵਾਲੇ ਅਨੰਦ ਬਾਜੇ। ਤਾਂ ਮਤਲਬ ਇਹ ਸਾਰਾ ਕੁਝ ਖੋਜ ਦਾ ਵਿਸ਼ਾ ਹੈ। ਖੋਜ ਹੋ ਗਈ, ਉਸ ਦੀ ਆਬਜ਼ਰਵੇਸ਼ਨ ਚਾਹੀਦੀ ਹੈ। ਆਬਜ਼ਰਵੇਸ਼ਨ ਤੋਂ ਬਾਅਦ ਕਨਕਲੂਜਨ ਡਰਾ ਹੋਣਗੇ, ਫਿਰ ਰਿਜ਼ਲਟ ਆਊਗਾ। ਥੋੜੀ ਜਿਹੀ ਹਿੰਮਤ ਰੱਖਣੀ ਪਊਗੀ, ਸਬਰ ਤੋਂ ਕੰਮ ਲੈਣਾ ਪਊਗਾ ਤੇ ਫਿਰ ਅਸੀਂ ਬਹੁਤ ਤਰੱਕੀ ਕਰ ਸਕਦੇ ਹਾਂ। ਤਾਂ ਅਸੀਂ ਦੇਖ ਰਹੇ ਸੀ ਕਿ ਆਵਾਜ਼ਾਂ ਕਿਵੇਂ ਆਈਆਂ। ਇਹ ਆਵਾਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਇਹ ਗਈਆਂ ਕਿੱਥੇ? ਹੁਣ ਸੋਚਣ ਦੀ ਗੱਲ ਇਹ, ਆਵਾਜ਼ ਤਾਂ ਨਿਕਲੀ ਆਈ ਪਰ ਇਹ ਗਈ ਕਿੱਥੇ? ਫਿਰ ਉਹ ਮੈਂ ਪਹਿਲੇ ਲੈਸਨ ਦੇ ਨਾਲ ਜੋੜਦਾ ਜਿਹੜਾ ਸ਼ੁਰੂ ਕੀਤਾ ਸੀ ਮੈਂ ਅੱਜ, ਕਿ ਊਰਜਾ ਹੀ ਹੈ ਇੱਕ ਤਰ੍ਹਾਂ ਦੀ। ਇਹਨੂੰ ਨਾ ਮੈਂ ਪੈਦਾ ਕੀਤਾ ਨਾ ਮੈਂ ਖਤਮ ਕੀਤਾ।
ਹਾਂ, ਇਸ ਨੂੰ ਜਦੋਂ ਮੈਂ ਰੱਬ ਕਰ ਰਿਹਾ ਸੀ ਤਾਂ ਮੇਰੀ ਜਿਹੜੀ ਊਰਜਾ ਇਸ ਦੇ ਵਿੱਚ ਜਾ ਰਹੀ ਸੀ ਤੇ ਉਹ ਊਰਜਾ ਧੁਨੀ ਊਰਜਾ ਦਾ ਰੂਪ, ਸਾਊਂਡ એનર્ਜੀ ਦਾ ਰੂਪ ਧਾਰਨ ਕਰਕੇ ਬਾਹਰ ਆ ਰਹੀ ਸੀ ਤੇ ਉਹ ਸਾਊਂਡ એનર્ਜੀ ਆਲੇ ਦੁਆਲੇ ਸਰਾਊਂਡਿੰਗਸ ਦੇ ਵਿੱਚ ਜਾ ਕੇ ਸਮਾ ਰਹੀ ਸੀ। ਇਹ ਹੈ ਵਿਗਿਆਨ। ਵਿਗਿਆਨ ਨੇ ਅਨੇਕਾਂ ਕਾਰਨਾਮੇ ਕੀਤੇ ਹਨ, ਕਰਤੱਵ ਕੀਤੇ ਹਨ, ਜਿਨ੍ਹਾਂ ਦੀ ਕੋਈ ਮਤਲਬ ਵੀ ਦੇਣ ਨਹੀਂ ਅਸੀਂ ਦੇ ਸਕਦੇ, ਠੀਕ ਹੈ। ਲੇਕਿਨ ਵਿਗਿਆਨ ਨੂੰ ਜਿਹੜਾ ਹੈ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਇਹ ਮੈਂ ਹੁਣ ਤੁਹਾਨੂੰ ਦਿਖਾਣਾ ਕਿ ਇਸ ਗੁਬਾਰੇ ਦੇ ਵਿੱਚ ਮੈਂ ਹਵਾ ਭਰਦਾ। ਇਸ ਗੁਬਾਰੇ ਦੇ ਵਿੱਚ ਜਦੋਂ ਮੈਂ ਹਵਾ ਭਰਦਾ ਤਾਂ ਹਵਾ ਭਰਨ ਤੋਂ ਬਾਅਦ ਮੈਂ ਦੇਖਦਾ ਕਿ ਇਹ ਮੇਰੇ ਹੱਥ ਨਾਲ ਚਿਪਕਣ ਦੀ ਕੋਸ਼ਿਸ਼ ਕਰ ਰਿਹਾ ਪਰ ਪੂਰੀ ਤਰ੍ਹਾਂ ਨਾਲ ਨਹੀਂ ਚਿਪਕ ਰਿਹਾ। ਤਾਂ ਹੁਣ ਮੈਂ ਇਸ ਨੂੰ ਰਗੜਦਾ। ਫਿਰ ਗੱਲ ਰਗੜਨ ਦੀ ਆ ਗਈ, ਇੱਥੋਂ ਹੀ ਸ਼ੁਰੂ ਕੀਤਾ ਸੀ ਅਸੀਂ ਅੱਜ। ਤੇ ਰਗੜਦਾ ਤੇ ਮੇਰੇ ਹੱਥ ਨਾਲ ਚਿਪਕ ਜਾਂਦਾ, ਹਾਲਾਂਕਿ ਮੈਂ ਹੱਥ ਤੇ ਕੋਈ ਬੂੰਦ ਨਹੀਂ ਲਗਾਈ ਹੈ, ਕੋਈ ਪਾਣੀ ਦੇ ਨਾਲ ਇਸ ਨੂੰ ਚਿਪਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਪਰ ਇਹ ਨਾਲ ਹੀ ਚਿਪਕਿਆ ਰਹੂਗਾ ਮੇਰੇ ਹੱਥ ਤੇ। ਤਾਂ ਇਹ ਸਾਡੇ ਕੋਲ ਪ੍ਰਯੋਗ ਹੈ ਜਿਹੜਾ ਇਹ ਦੱਸਦਾ ਹੈ ਕਿ ਚਾਰਜ ਰਗੜਨ ਦੇ ਨਾਲ ਆਉਂਦਾ ਹੈ ਔਰ ਰਗੜਨ ਦੇ ਨਾਲ ਇੱਕ ਵਸਤੂ ਤੋਂ ਦੂਜੀ ਵਸਤੂ ਦੇ ਉੱਤੇ ਇਲੈਕਟ੍ਰੋਨ ਹੈ ਜਿਹੜੇ ਉਹ ਟ੍ਰਾਂਸਫਰ ਕਰਦੇ ਆ, ਜਾਂਦੇ ਆ। ਤਾਂ ਇਹ ਵੀ ਪ੍ਰਸ਼ਨ ਆ ਜਾਇਆ ਕਰਦਾ ਹੈ ਕਿ ਜੇ ਇਲੈਕਟ੍ਰੋਨ ਟ੍ਰਾਂਸਫਰ ਹੁੰਦੇ ਆ ਤਾਂ ਕੀ ਜਿਸ ਜਗ੍ਹਾ ਦੇ ਉੱਤੇ ਜਾਂ ਜਿਸ ਵਸਤੂ ਦੇ ਉੱਤੇ ਇਲੈਕਟ੍ਰੋਨ ਚਲੇ ਗਏ ਉਸ ਦਾ ਭਾਰ ਵਧੂਗਾ ਕਿ ਨਹੀਂ ਵਧੂਗਾ? ਵਧਣਾ ਚਾਹੀਦਾ, ਕਿਉਂਕਿ ਇਲੈਕਟ੍ਰੋਨ ਦਾ ਜਿਹੜਾ ਹੈ ਚਾਰਜ ਹੈ ਉਹ 1.6 ਗੁਣਾ 10 ਦੀ ਪਾਵਰ -19 ਕੂਲਮ ਹੈ ਤੇ ਇਲੈਕਟ੍ਰੋਨ ਦੇ ਉੱਤੇ ਜਿਹੜਾ ਮਾਸ ਹੈ ਵਿਗਿਆਨੀਆਂ ਦੇ ਦੱਸਣ ਅਨੁਸਾਰ, ਕੈਲਕੂਲੇਸ਼ਨਸ ਕਰਨ ਦੇ ਅਨੁਸਾਰ 9.1 ਗੁਣਾ 10 ਦੀ ਪਾਵਰ -31 ਕਿਲੋਗ੍ਰਾਮ। ਬੇਸ਼ੱਕ -31 ਕਿਲੋਗ੍ਰਾਮ ਹੈ ਲੇਕਿਨ ਹੈ ਤਾਂ ਹੈ ਨਾ, ਤਾਂ ਕੁਛ ਨਾ ਕੁਛ ਤਾਂ ਉਹਦੇ ਉੱਤੇ ਐਡ ਹੋਇਆ ਨਾ, ਤਾਂ ਭਾਰ ਵਧਿਆ ਨਾ। ਤੋ ਇਸ ਕਰਕੇ ਇਹ ਚੀਜ਼ਾਂ ਨੂੰ ਸਮਝਣਾ ਔਰ ਸਮਝਣ ਤੋਂ ਬਾਅਦ ਇਹਨਾਂ ਨੂੰ ਪ੍ਰਯੋਗ ਕਰਕੇ ਦੇਖਣਾ, ਔਰ ਪ੍ਰਯੋਗ ਕਰਕੇ ਦੇਖਣਾ, ਖੁਦ ਦੇਖਣਾ, ਕਿਉਂਕਿ ਇਹ ਕੋਈ ਬਹੁਤੇ ਮਹਿੰਗੇ ਪ੍ਰਯੋਗ ਨਹੀਂ ਹੈ। ਔਰ ਸਿੰਪਲ ਇੱਕ ਬੈਲੂਨ ਲਿੱਤਾ ਅਸੀਂ, ਉਸ ਨੂੰ ਰਗੜਿਆ, ਰਗੜਨ ਦੇ ਨਾਲ ਕੀ ਵਰਤਾਰਾ ਵਾਪਰਿਆ ਤੇ ਉਸ ਤੋਂ ਅਸੀਂ ਚਲੇ ਜਾਵਾਂਗੇ ਕਿ ਐਟਮ ਕੀ ਹੈ, ਐਟਮ ਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਤੇ ਇਲੈਕਟ੍ਰੋਨ ਕੀ ਹੈ ਤੇ ਉਹ ਨਿਊਟਰੋਨ ਤੇ ਪ੍ਰੋਟੋਨ ਕਿੱਥੇ ਹੁੰਦੇ ਆ, ਨਿਊਕਲੀਅਸ ਦੇ ਵਿੱਚ, ਤੇ ਆਲੇ ਦੁਆਲੇ ਜਿਹੜੇ ਇਲੈਕਟ੍ਰੋਨ ਹੈ ਉਹ ਕਿੰਨੇ ਹੁੰਦੇ ਆ। ਫਿਰ ਇਹ ਵੀ ਦੱਸਿਆ ਗਿਆ ਕਿ ਜਿੰਨੀ ਇਲੈਕਟ੍ਰੋਨਾਂ ਦੀ ਸੰਖਿਆ ਉਨੀ ਪ੍ਰੋਟੋਨਾਂ ਦੀ ਸੰਖਿਆ ਹੋਊਗੀ, ਕਿਉਂਕਿ ਜਿੰਨਾ ऋण ਚਾਰਜ ਹੋਊਗਾ ਉਨਾ ਹੀ ਧਨ ਚਾਰਜ ਹੋਊਗਾ ਤੇ ਇਲੈਕਟ੍ਰੀਕਲੀ ਹਰ ਐਟਮ ਨਿਊਟਰਲ ਹੋਊਗਾ। ਕਿਸੇ ਵੀ ਚੀਜ਼ ਨੂੰ ਹੱਥ ਲਾਇਆ ਕਰੰਟ ਨਹੀਂ ਲੱਗੂਗਾ। ਹਾਂ, ਪਰ ਰਗੜਨ ਤੋਂ ਬਾਅਦ ਜੇ ਤੁਸੀਂ ਸੋਚੋਗੇ ਤਾਂ ਫਿਰ ਉਸ ਦੇ ਵਿੱਚ ਚਾਰਜ ਦੀ ਮਾਤਰਾ ਘੱਟ ਵੱਧ ਹੋਣ ਦੇ ਨਾਲ ਉਹ ਜਿਹੜਾ ਚਾਰਜ ਹੈ ਜਦੋਂ ਫਲੋ ਕਰਨ ਲੱਗ ਜਾਂਦਾ ਉਸ ਨੂੰ ਕਰੰਟ ਕਿਹਾ ਜਾਂਦਾ। ਔਰ ਚਾਰਜ ਦੋ ਤਰ੍ਹਾਂ ਦਾ ਹੁੰਦਾ, ਉਸ ਨੂੰ ਦਿਖਾਉਣ ਦੇ ਲਈ ਸਾਡੇ ਕੋਲ ਯੰਤਰ ਬਣੇ ਹੋਏ ਆ। ਗੋਲਡ ਲੀਫ ਇਲੈਕਟ੍ਰੋਸਕੋਪ ਬਣਿਆ ਹੋਇਆ ਹੈ, ਇਸ ਦੇ ਵਿੱਚ ਸੋਨੇ ਦੇ ਪੱਤੇ ਲੱਗੇ ਹੋਏ ਆ। ਅੱਗੇ ਤੁਸੀਂ ਇਹ ਕਈ ਵਾਰੀ ਪ੍ਰਯੋਗ ਦੇਖਿਆ, ਲੇਕਿਨ ਅੱਜ ਤੁਹਾਨੂੰ ਮੈਂ ਥੋੜਾ ਨਵਾਂ ਦਿਖਾਉਣਾ ਚਾਹੂੰਗਾ ਕਿ ਡਿਜੀਟਲ ਇਲੈਕਟ੍ਰੋਸਕੋਪ ਹੈ ਸਾਡਾ ਇਹ ਡਿਜੀਟਲ ਇਲੈਕਟ੍ਰੋਸਕੋਪ ਬਣਾਇਆ ਹੋਇਆ ਸੀ। ਤਾਂ ਇਸ ਡਿਜੀਟਲ ਇਲੈਕਟ੍ਰੋਸਕੋਪ ਦਾ ਕੀ ਕੰਮ ਹੈ ਕਿ ਜਦੋਂ ਹੀ ਇਸ ਦੇ ਨੇੜੇ ਤੁਸੀਂ ਕੋਈ ਚੀਜ਼ ਲੈ ਕੇ ਜਾਓਗੇ ਤਾਂ ਉਹ ਜਿਹੜਾ ਹੈ LED ਜਿਹੜਾ ਗਲੋ ਕਰੇਗਾ। ਦੇਖੋ ਮੈਂ ਜਿਵੇਂ ਚਾਰਜ ਬੈਲੂਨ ਇਸ ਦੇ ਨੇੜੇ ਲੈ ਕੇ ਜਾ ਰਿਹਾ ਤਾਂ LED ਗਲੋ ਕਰ ਰਿਹਾ, ਤੁਸੀਂ ਦੇਖ ਸਕਦੇ ਹੋ। ਜਦੋਂ ਮੈਂ ਦੂਰ ਲੈ ਕੇ ਜਾ ਰਿਹਾ ਤਾਂ ਹੁਣ LED ਰੈੱਡ ਕਲਰ ਦਾ ਹੋ ਗਿਆ ਹੈ। ਦੇਖੋ ਕਿੰਨਾ ਜ਼ਬਰਦਸਤ ਪ੍ਰਯੋਗ ਹੈ ਇਹ, ਔਰ ਡਿਜੀਟਲ ਇਲੈਕਟ੍ਰੋਸਕੋਪ ਦੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮੇਰੇ ਸਾਥੀ ਅਮਰਦੀਪ ਸਿੰਘ ਜੋ ਕਿ ਉਹ ਵੀ ਫਿਜ਼ਿਕਸ ਲੈਕਚਰਰ ਹੈ, ਉਹਨਾਂ ਨੇ ਮੈਨੂੰ ਭੇਂਟ ਕੀਤਾ। ਮੈਨੂੰ ਬਹੁਤ ਪਸੰਦ ਆਇਆ ਯੰਤਰ ਕਿ ਉਹ ਕਹਿੰਦੇ ਸਰ ਤੁਸੀਂ ਬਹੁਤ ਇਸ ਤਰ੍ਹਾਂ ਦੇ ਆਨਲਾਈਨ ਫੰਕਸ਼ਨ ਪ੍ਰੋਗਰਾਮ ਕਰਦੇ ਹੋ ਤੇ ਇਹ ਜਿਹੜੀ ਚੀਜ਼ ਹੈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਮੈਂ ਕਿਹਾ ਜ਼ਰੂਰ ਪਹੁੰਚੂਗੀ ਔਰ ਵਿਦ ਯੂਰ ਨੇਮ ਪਹੁੰਚੂਗੀ। ਕਿਸੇ ਵੀ ਚੀਜ਼ ਨੂੰ ਜਿਸ ਵਿਗਿਆਨੀ ਨੇ ਕੀਤਾ ਹੈ ਉਸ ਵਿਗਿਆਨੀ ਦਾ ਨਾਮ ਲੈਣਾ ਅਤੀ ਜ਼ਰੂਰੀ ਹੈ ਕਿ ਉਸਨੇ ਕਿਵੇਂ ਰਜਿਸਟਰ ਟ੍ਰਾਂਜ਼ਿਸਟਰ ਇਕੱਠੇ ਕਰਕੇ ਇਲੈਕਟ੍ਰੋਨਿਕ ਡਿਵਾਈਸਿਸ ਇਕੱਠੀਆਂ ਕਰਕੇ ਡਿਜੀਟਲ ਇਲੈਕਟ੍ਰੋਸਕੋਪ ਬਣਾਇਆ। ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਸਹਿਜੇ, ਰਾਈਟ। ਜਦੋਂ ਅਸੀਂ ਦੂਰ ਲੈ ਕੇ ਚਲੇ ਜਾਂਦੇ ਹਾਂ ਤਾਂ ਇਹ ਰੈੱਡ ਕਲਰ ਦਾ ਗਲੋ ਕਰਦਾ LED। ਤਾਂ ਇਸ ਦੇ ਵਿੱਚ ਜਿੱਥੇ ਤੁਹਾਨੂੰ ਮੈਂ ਅਟਰੈਕਸ਼ਨ ਦਿਖਾਈ ਸੀ ਕਿ ਖਿੱਚ ਲੈਂਦਾ, ਉੱਥੇ ਰਿਪਲਸ਼ਨ ਵੀ ਦਿਖਾਈ ਜਾ ਸਕਦੀ ਹੈ। ਇਹ ਜਿਹੜਾ ਹੈ ਸਾਡੇ ਕੋਲ ਸਟ੍ਰॉ ਲਗਾਇਆ ਗਿਆ, ਇੱਕ ਸਿੰਪਲ ਸਟ੍ਰॉ, ਤੇ ਇਸ ਨੂੰ ਵੀ ਮੈਂ ਹੱਥ ਦੇ ਨਾਲ ਰਗੜ ਕੇ ਇਹ ਸਿੱਕੇ ਦੇ ਵਿੱਚ ਪਾ ਲੈਣਾ। ਔਰ ਇਸ ਸਿੱਕੇ ਦੇ ਵਿੱਚ ਪਾਉਣ ਤੋਂ ਬਾਅਦ ਇੱਕ ਮੇਰਾ ਯੰਤਰ ਤਿਆਰ ਹੋ ਜਾਂਦਾ ਹੈ, ਔਰ ਸਿੰਪਲ ਜਿਹਾ ਯੰਤਰ ਤਿਆਰ ਹੋ ਜਾਂਦਾ ਜਿਹੜਾ ਘਰੇ ਤਿਆਰ ਕੀਤਾ ਜਾ ਸਕਦਾ 2 ਰੁਪਏ ਦੇ ਵਿੱਚ, ਔਰ ਯੂਜ਼ਡ ਜੇ ਮਿਲ ਜਾਏ ਤਾਂ 2 ਰੁਪਏ ਵੀ ਨਹੀਂ ਲੱਗਦੇ ਆ। ਤਾਂ ਦੇਖੋ ਤੁਸੀਂ ਇਹ ਰਿਪਲਸ਼ਨ ਸ਼ੋ ਕਰ ਰਿਹਾ ਹੁਣ ਤੁਹਾਡੇ ਕੋਲ, ਇਹ ਅਟਰੈਕਸ਼ਨ ਹੈ ਤਾਂ ਇਹ ਰਿਪਲਸ਼ਨ ਸ਼ੋ ਕਰੇਗਾ।
ਤੇ ਜੇ ਇਸ ਨੂੰ ਕੋਈ ਕਹੇ ਦੇਖੋ ਜੀ ਛੂ ਮੰਤਰ ਜਾਦੂ ਕਰਤਾ, ਨਹੀਂ ਇਹ ਜਾਦੂ ਨਹੀਂ ਹੈ, ਮੈਂ ਨਾਲ ਨਹੀਂ ਟੱਚ ਕਰ ਰਿਹਾ ਤੇ ਉੱਪਰੋਂ ਉੱਪਰੋਂ ਇਸ ਨੂੰ ਕੀਤਾ ਜਾ ਰਿਹਾ ਤਾਂ ਉਸ ਨੂੰ ਧੱਕ ਕੇ ਅੱਗੇ ਨੂੰ ਲੈ ਕੇ ਜਾ ਰਿਹਾ। ਤਾਂ ਵਿਗਿਆਨ ਜਾਦੂ ਨਹੀਂ ਹੋਇਆ ਕਰਦਾ, ਵਿਗਿਆਨ ਦੇ ਪਿੱਛੇ ਬੜਾ ਵੱਡਾ ਤਰਕ ਹੋਇਆ ਕਰਦਾ, ਉਸ ਤਰਕ ਨੂੰ ਸਮਝਣ ਦੀ ਲੋੜ ਹੈ। ਤੋ ਆਓ ਆਪਾਂ ਦੇਖ ਰਹੇ ਹਾਂ ਅੱਗੇ ਅੱਗੇ ਚੱਲਦੇ ਹਾਂ ਕਿ ਇਹ ਜਿਹੜੇ ਵਿਗਿਆਨ ਦੇ ਪ੍ਰਯੋਗ ਹੈ ਸਾਡੇ ਲਈ ਕਿੰਨੇ ਮਹੱਤਵਪੂਰਨ ਹੈ ਔਰ ਅਸੀਂ ਇਹਨਾਂ ਤੋਂ ਸਿੱਖਣਾ ਕੀ ਹੈ, ਸਮਝਣਾ ਕੀ ਹੈ। ਹੁਣ ਇਹ ਜਿਹੜੀ ਹੈ ਇਲੈਕਟ੍ਰਿਸਿਟੀ ਕਿਸ ਤਰ੍ਹਾਂ ਦੇ ਨਾਲ ਜਨਰੇਟ ਹੋ ਰਹੀ ਹੈ, ਉਹ ਕਿਵੇਂ ਉਸ ਨੂੰ ਜਿਹੜਾ ਹੈ ਬਿਜਲੀ ਦੇ ਵਿੱਚ ਬਦਲਿਆ ਜਾ ਸਕਦਾ ਹੈ। ਤਾਂ ਇੱਕ ਯੰਤਰ ਇਹ ਸਾਡੇ ਕੋਲ ਤਿਆਰ ਹੋਇਆ ਤੇ ਇਸ ਯੰਤਰ ਦੇ ਵਿੱਚ ਜੇ ਦੋ ਤਾਰਾਂ ਨੂੰ ਪਕੜ ਲਿਆ ਜਾਵੇ ਤਾਂ ਉਹ ਜਿਹੜਾ ਚਾਰਜ ਹੈ ਉਹ ਜਿਹੜਾ ਹੈ ਫਲੋ ਕਰਨਾ ਸ਼ੁਰੂ ਕਰ ਦਿੰਦਾ। ਹੋ ਸਕਦਾ ਤੁਹਾਡੇ ਤੱਕ ਥੋੜੀ ਜਿਹੀ ਆਵਾਜ਼ ਪਹੁੰਚ ਰਹੀ ਹੋਵੇ। ਓਪਨ ਸਰਕਟ, ਕਲੋਜ਼ ਸਰਕਟ, ਸੀਰੀਜ਼, ਇਸ ਦੇ ਨਾਲ ਹੀ, ਇਸ ਯੰਤਰ ਦੇ ਨਾਲ ਹੀ ਸਮਝਾਏ ਜਾ ਸਕਦੇ ਹਨ। ਠੀਕ ਹੈ ਜੀ। ਤਾਂ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਹੈ ਚਾਰਜ ਦਾ ਫਲੋ ਕਰਨਾ ਵਿਦ ਰਿਸਪੈਕਟ ਟੂ ਟਾਈਮ। ਹੁਣ ਟਾਈਮ ਦੇ ਨਾਲ ਹੀ ਫਲੋ ਕਰੇਗਾ ਨਾ। Q is equal I is equal to Q into T, ਕਰੰਟ ਬਣ ਗਿਆ। ਚਾਰਜ ਇਨਟੂ ਟਾਈਮ, ਐਂਪੀਅਰ ਬਣ ਗਿਆ, ਐਂਪੀਅਰ ਬਣ ਗਿਆ ਸਾਡੇ ਕੋਲ। ਤਾਂ ਇਹ ਜਿਹੜੀ ਚੀਜ਼ ਹੈ Q is equal to ਚਾਰਜ is equal to ਸਾਡੇ ਕੋਲ ਆ ਚੀਜ਼ ਆ ਗਈ। ਤਾਂ ਤੁਸੀਂ ਇਹਨੂੰ ਦੇਖ ਰਹੇ ਸੀਗੇ। ਤਾਂ ਹੁਣ ਇਹ ਇੱਕ ਬਲਬ ਬਣਾਇਆ ਗਿਆ। ਤਾਂ ਇਸ ਬਲਬ ਦੇ ਵਿੱਚ ਤੁਸੀਂ ਦੇਖੋ ਕਿ ਇਹ ਗਲੋ ਕਰ ਰਿਹਾ। ਮੇਰੇ ਕੋਲ ਕੁਝ ਨਹੀਂ ਹੈ, ਸਿਰਫ ਹੱਥ ਦੇ ਵਿੱਚ ਮੈਂ ਇੱਕ ਬਲਬ ਨੂੰ ਪਕੜਿਆ ਹੋਇਆ ਹੈ ਔਰ ਇਹ ਬਲਬ ਹੈ ਜਿਹੜਾ ਇਸ ਨੂੰ ਏਸੀ ਦੇ ਵਿੱਚ ਲਾ ਦੋਗੇ ਤਾਂ ਏਸੀ ਦੇ ਨਾਲ ਚੱਲੇਗਾ। ਲੇਕਿਨ ਇਸ ਨੂੰ ਜੇ ਤੁਸੀਂ ਮੇਰੇ ਮੱਥੇ ਤੇ ਲਾ ਦੋਗੇ ਤਾਂ ਮੇਰੇ ਮੱਥੇ ਦੇ ਨਾਲ ਗਲੋ ਕਰੇਗਾ। ਦੇਖ ਲਓ, ਇਹ ਅੱਜ ਦਾ ਵਿਗਿਆਨ। ਤਰੱਕੀ ਕੀਤੀ ਹੈ ਅਸੀਂ, ਇਹਨਾਂ ਐਪਲੀਕੇਸ਼ਨਸ ਦੇ ਵਿੱਚ ਪਹੁੰਚੇ ਹਾਂ। ਕਿਵੇਂ ਪਹੁੰਚੇ ਹਾਂ? ਕਿਵੇਂ ਕੂਲਮ ਨੇ ਸੋਚਿਆ ਹੋਗਾ? ਜੇ ਨਿਊਟਨ ਸੋਚਦਾ ਹੈ ਕਿ F is equal to m1 m2 ਬਟਾ r ਸਕੁਅਰ, ਤਾਂ ਕੂਲਮ ਆ ਕੇ ਸੋਚਦਾ ਹੈ F is equal to q1 q2 ਬਟਾ r ਸਕੁਅਰ। ਇਹ ਇੱਥੇ ਕੈਪੀਟਲ G ਵਰਤਦਾ, ਉੱਥੇ ਕੈਪੀਟਲ K ਸਮਾਲ k ਵਰਤ ਲੈਂਦਾ ਹੈ। 9 × 10⁹। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਦੇਖ ਰਹੇ ਹਾਂ ਕਿ ਸਹਿਜੀ ਕੰਮ ਕਰ ਰਹੀ। ਤਾਂ ਸਾਡਾ ਸਵਾਲ ਵੀ ਹੋ ਸਕਦਾ ਹੈ ਕਿ ਇਹ ਜਿਹੜਾ ਪ੍ਰਯੋਗ ਤੁਸੀਂ ਕੀਤਾ ਕਿ ਕਿਸੇ ਹੋਰ ਵਸਤੂ ਨਾਲ ਵੀ ਹੋ ਸਕਦਾ। ਤਾਂ ਇੱਕ ਟੈਫਲੌਨ ਟੇਪ ਜਿਹੜੇ ਕਿ ਪਲੰਬਰਸ ਦੇ ਕੋਲ ਹੁੰਦੀ ਹੈ, ਇਸ ਦੇ ਨਾਲ ਵੀ ਇਸ ਨੂੰ ਦਿਖਾਇਆ ਜਾ ਸਕਦਾ ਕਿ ਹੁਣ ਇਹ ਜਿਹੜੀ ਮੇਰੇ ਹੱਥ ਦੇ ਨਾਲ ਚਿਪਕ ਨਹੀਂ ਰਹੀ ਔਰ ਇਸ ਨੂੰ ਜਦੋਂ ਮੈਂ ਰਗੜ ਲੈਣਾ ਤੇ ਮੇਰੇ ਹੱਥ ਦੇ ਨਾਲ ਹੀ ਚਿਪਕ ਜਾਂਦੀ। ਮਤਲਬ ਰਗੜਨ ਦੇ ਨਾਲ ਜਿਹੜਾ ਹੈ ਉਹ ਚਾਰਜ ਨੇ ਆਣਾ ਹੀ ਆਣਾ ਹੈ, ਆਣਾ ਹੀ ਆਣਾ ਹੈ। ਕਬੀਰ ਸਾਹਿਬ ਕਹਿੰਦੇ ਬਾਰ-ਬਾਰ ਤੂੰ ਕਸੇ ਕਸਾਵੇਂ ਫੇਰ ਲਗਾਵੇਂ ਪਾਣੀ, ਜਿਸ ਕਾਰਨ ਤੂੰ ਕਸੇ ਕਸਾਵੇਂ ਸਾਈ ਬਾਤ ਹਮ ਜਾਨੀ। ਪੱਥਰ ਦੇ ਉੱਤੇ ਚੁੰਝ ਘਸਾ ਰਿਹਾ ਕਾਂ ਤੇ ਕਹਿੰਦੇ ਸਾਨੂੰ ਸਭ ਪਤਾ ਲੱਗ ਰਿਹਾ, ਸਾਨੂੰ ਸਭ ਸਮਝ ਆ ਰਹੀ ਹੈ। ਤਾਂ ਇਹ ਵਿਗਿਆਨ ਹੈ ਜਿਹੜਾ ਸਾਨੂੰ ਦਰਸਾ ਰਿਹਾ ਹੈ ਕਿ ਆਓ ਇੱਕ ਦਿਸ਼ਾ ਹੋਰ ਹੈ, ਉਸ ਦਿਸ਼ਾ ਵੱਲ ਵੀ ਚੱਲ ਕੇ ਦੇਖੀਏ ਕੁਝ ਕਦਮ ਤੇ ਉਸ ਦੇ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਵਿਗਿਆਨ ਦੀ ਜਿਹੜੀ ਪਰਿਭਾਸ਼ਾ ਲਿਖੀ ਗਈ ਹੈ ਉਹ ਹੀ ਲਿਖੀ ਗਈ ਹੈ ਕਿ ਕੁਦਰਤ ਅਤੇ ਕੁਦਰਤੀ ਵਰਤਾਰਿਆਂ ਨੂੰ ਸਮਝਣਾ ਤੇ ਸਿੱਖਣਾ ਹੀ ਵਿਗਿਆਨ ਹੈ। ਤਾਂ ਕਿਸ ਤਰ੍ਹਾਂ ਦੇ ਨਾਲ ਅਸੀਂ ਅੱਜ ਇੱਥੇ ਧਰਤੀ ਤੇ ਬੈਠੇ ਬਿਠਾਏ ਚੰਦਰਮਾ ਤੇ ਪਹੁੰਚ ਗਏ, ਮੰਗਲ ਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ। ਹੋਰ ਇਨਸਾਨ ਕਿੱਥੇ ਕਿੱਥੇ ਰਹਿ ਸਕਦਾ ਹੈ, ਕਿਹੜੇ ਔਖੀਆਂ ਕੰਡੀਸ਼ਨਸ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਸਪੇਸ ਦੇ ਵਿੱਚ ਰਹਿਣਾ ਕਿੰਨਾ ਔਖਾ ਹੈ, ਉਸ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦੇ ਨਾਲ ਫੂਡ ਹੈ ਜਿਹੜਾ ਉਸ ਨੂੰ ਸਵਾਲੋ ਕਰਨਾ ਹੈ। ਤਾਂ ਇਹ ਵਿਗਿਆਨ ਨੇ ਬੜੇ ਅਚੰਭੇ ਕੀਤੇ ਹੋਏ ਹੈ ਔਰ ਇਸ ਵਿਗਿਆਨ ਨੂੰ ਸਮਝਣ ਦੀ ਲੋੜ ਹੈ, ਸਿੱਖਣ ਦੀ ਲੋੜ ਹੈ। ਔਰ ਇਸ ਵਿਗਿਆਨ ਦੇ ਕਾਰਨਾਮਿਆਂ ਦੇ ਵਿੱਚ ਅੱਗੇ ਅੱਜ ਸਾਡੇ ਕੋਲ ਸੈਂਸਰ ਆ ਗਏ ਹੋਏ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਲਾਈਟ ਹੈ ਇਹ ਆਟੋਮੈਟਿਕ ਲਾਈਟਸ ਆ ਗਈਆਂ ਹੋਈਆਂ ਕਿ ਜਿਵੇਂ ਹੀ ਇਸ ਦੇ ਵਿੱਚ ਚਾਨਣਾ ਹੋ ਜਾਂਦਾ ਹੈ ਤਾਂ ਇਹ ਜਿਹੜੀ ਹੈ ਬੁੱਝ ਜਾਂਦੀ ਹੈ ਔਰ ਜਦੋਂ ਇਸ ਦੇ ਵਿੱਚ ਹਨੇਰਾ ਹੋ ਜਾਂਦਾ ਹੈ ਤਾਂ ਇਹ ਜਗ ਜਾਂਦੀ ਹੈ। ਦੇਖੋ ਇਹ ਮੈਂ ਚਾਨਣਾ ਕਰਤਾ ਤਾਂ ਇਹ ਜਿਹੜੀ ਹੈ ਲਾਈਟ ਹੈ ਸਾਡੀ ਰੈੱਡ ਕਲਰ ਦੀ ਜਿਹੜੀ ਗਲੋ ਕਰ ਰਹੀ ਸੀ ਬੁੱਝ ਗਈ ਹੋਈ ਹੈ ਤੇ ਮੈਂ ਹੁਣ ਇਹ ਚਾਨਣੇ ਨੂੰ ਦੂਰ ਕਰੂੰਗਾ, ਆਟੋਮੈਟਿਕਲੀ ਇਹ ਜਗ ਗਈ ਹੋਈ ਹੈ। ਦੇਖੋ ਤੁਸੀਂ ਹੁਣ ਬੱਲਬ ਰੈੱਡ ਵਾਲਾ ਗਲੋ ਨਹੀਂ ਕਰ ਰਿਹਾ, ਹੁਣ ਗਲੋ ਕਰ ਰਿਹਾ। ਅੱਜ ਕੱਲ ਸੈਂਸਰ ਆ ਗਏ ਤਾਂ ਹੁਣ ਸਵਿਚ ਆਨ ਆਫ ਕਰਨ ਦਾ ਝੰਜਟ ਵੀ ਮੁੱਕ ਗਿਆ ਹੋਇਆ। ਆਪਣੇ ਆਪ ਹੀ ਲਾਈਟਾਂ ਨੇ ਬੰਦ ਹੋ ਜਾਣਾ ਹੈ, ਆਪਣੇ ਆਪ ਹੀ ਚੱਲ ਪੈਣਾ ਹੈ। ਫਿਰ ਸੂਰਜੀ ਪੈਨਲ ਆ ਚੁੱਕੇ ਹੈ, ਸੂਰਜ ਦੀਆਂ
ਆ ਚੁੱਕੀਆਂ ਜਿਹੜੀਆਂ ਕਿਰਨਾਂ, ਉਹਨਾਂ ਨੂੰ ਅਬਜ਼ੌਰਬ ਕਰਕੇ ਸੈਲੀਨੀਅਮ ਅਬਜ਼ੌਰਬ ਕਰਕੇ ਕਿਸ ਤਰ੍ਹਾਂ ਇਲੈਕਟ੍ਰਿਸਿਟੀ ਦੇ ਵਿੱਚ ਕਨਵਰਜਨ ਦਿੱਤੀ ਜਾ ਰਹੀ ਹੈ। ਉਹ ਸਿਧਾਂਤ ਕੀ ਹੈ? ਫਲੈਮਿੰਗਸ ਲੈਫਟ ਹੈਂਡ ਰੂਲ, ਫਲੈਮਿੰਗਸ ਰਾਈਟ ਹੈਂਡ ਰੂਲ, ਸਕ੍ਰਿਊ ਰੂਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਵਿਗਿਆਨ ਦਾ ਉਹ ਮਹੱਤਵਪੂਰਨ ਕਿਮ ਹੈ ਜਿਸ ਦੇ ਵਿੱਚ ਜਾ ਕੇ ਸਾਨੂੰ ਇਦਾਂ ਲੱਗਦਾ ਹੈ ਕਿ ਹਾਂ ਇਸ ਨੂੰ ਹੋਰ ਸਿੱਖੀਏ, ਹੋਰ ਕਰੀਏ। ਇਹਨਾਂ ਸੈਂਸਰਾਂ ਦੇ ਵਿੱਚ ਹੀ ਵਿਗਿਆਨੀਆਂ ਨੇ ਇਹ ਗਲਾਸ ਬਣਾਇਆ, ਔਰ ਇਸ ਗਲਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੈਂਸਿੰਗ ਲਗਾਈ ਗਈ ਹੈ। ਆ ਦੇਖੋ, LED ਗਲੋ ਕਰਨ ਲੱਗੇ। ਇਸੇ ਦੇ ਵਿੱਚ ਬੱਚਾ ਦੁੱਧ ਪੀ ਰਿਹਾ, ਚਾਹ ਪੀ ਰਿਹਾ, ਲੇਕਿਨ ਉਸ ਦੇ ਵਿੱਚ ਇਸ ਦਾ ਕੋਈ ਇਫੈਕਟ ਨਹੀਂ ਆ ਰਿਹਾ ਕਿਉਂਕਿ ਨੀਚੇ ਹੈ ਸਾਰਾ ਕੁਝ। ਇਸ ਤੇ ਟ੍ਰਾਂਸਪੇਰੈਂਟ ਹੋਣ ਕਰਕੇ ਜਿਹੜੇ ਲਾਈਟਾਂ ਹੈਗੀਆਂ ਉਹ ਉੱਪਰ ਵੱਲ ਗਲੋ ਕਰ ਰਹੀਆਂ ਸਾਡੇ ਕੋਲ। ਕਦੇ ਰੈੱਡ ਹੋ ਜਾਂਦੀ ਹੈ, ਕਦੇ ਗ੍ਰੀਨ ਹੋ ਜਾਂਦੀ ਹੈ, ਕਦੇ ਬਲੂ ਹੋ ਜਾਂਦੀ ਹੈ। ਤੋ ਇਹ ਸੈਂਸਰਾਂ ਤੱਕ ਦਾ ਸਫ਼ਰ ਅੱਜ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਉਹ ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਕੁਆਂਟਮ ਦਾ ਨਾਮ ਦਿੱਤਾ ਗਿਆ ਹੈ, ਤੇ ਨਿਊਟਨ ਦੇ ਪ੍ਰੋਟੋਨ ਤੋਂ ਅੱਗੇ ਕੁਆਰਕਸ ਹੈ ਜਿਹੜੇ, ਉਹ ਕਿਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ। ਹੈ ਨਾ ਆਨੰਦਿਤ ਵਿਸ਼ਾ, ਬਹੁਤ ਆਨੰਦਿਤ ਵਿਸ਼ਾ। ਔਰ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਕਿ ਜਿਹੜਾ ਸਾਨੂੰ ਸਮਾਂ ਦਿੰਦੇ ਆ ਵਿਚਾਰਨ ਦੇ ਲਈ, ਔਰ ਉਸ ਸਮੇਂ ਦੇ ਵਿੱਚ ਅਸੀਂ ਕੁਝ ਨਾ ਕੁਝ ਸੋਚਣ ਸਮਝਣ ਦੀ ਕਿਰਿਆ ਨੂੰ ਜਿਹੜਾ ਹੈ ਜਾਰੀ ਰੱਖ ਸਕਦੇ ਹਾਂ। ਆ ਇੱਕ ਸਾਡੇ ਕੋਲ ਸਿਰਿੰਜ, ਇਸ ਸਿਰਿੰਜ ਨੂੰ ਜਦੋਂ ਮੈਂ ਖਿੱਚਦਾ ਤਾਂ ਇਸ ਦੇ ਵਿੱਚ ਹਵਾ ਭਰ ਦਿੰਦੀ। ਵਿਦਿਆਰਥੀਆਂ ਨੂੰ ਕਹਿਣਾ ਕਿ ਸਿੱਧ ਕਰੋ ਕਿ ਇਸ 'ਚ ਹਵਾ ਹੀ ਹੈ, ਤਾਂ ਕਿਸ ਤਰ੍ਹਾਂ ਸਿੱਧ ਕਰਨਗੇ ਵੀ ਹਵਾ ਹੀ ਹੈ? ਤਾਂ ਉਸ ਨੂੰ ਸਿੱਧ ਕਰਨ ਦੇ ਲਈ ਸਾਡੇ ਕੋਲ ਇਸ ਦੇ ਵਿੱਚ ਜੇ ਆਲੇ ਦੁਆਲੇ ਹਵਾ ਸੀ ਤਾਂ ਹਵਾ ਹੀ ਅੰਦਰ ਗਈ। ਹੁਣ ਇਸ ਦੇ ਵਿੱਚ ਜੇ ਹਵਾ ਜਾ ਚੁੱਕੀ ਹੈ ਤਾਂ ਇਹ ਜਿਹੜਾ ਪਿਸਟਨ ਹੈ ਆਪਣੇ ਆਪ ਵਾਪਸ ਨਹੀਂ ਜਾ ਰਿਹਾ। ਪਰ ਜੇ ਇਸ ਦੇ ਵਿੱਚ ਹਵਾ ਨਾ ਹੋਵੇ ਤਾਂ ਕੀ ਇਹ ਪਿਸਟਨ ਆਪਣੇ ਆਪ ਵਾਪਸ ਚਲਾ ਜਾਏਗਾ? ਯੈਸ, ਇਹ ਕਰਕੇ ਦੇਖਣਾ ਵਿਗਿਆਨ ਹੈ। ਆਪਾਂ ਦੇਖਦੇ ਹਾਂ ਕਿ ਹੁਣ ਇੱਥੇ ਮੈਂ ਜਿੱਥੋਂ ਹਵਾ ਅੰਦਰ ਜਾ ਰਹੀ ਸੀ ਉਸ ਹੋਲ ਨੂੰ ਬੰਦ ਕਰ ਲੈਣਾ ਉਂਗਲੀ ਦੇ ਨਾਲ, ਔਰ ਉਸ ਤੋਂ ਬਾਅਦ ਇਸ ਨੂੰ ਮੈਂ ਖਿੱਚਦਾ। ਖਿੱਚਣ ਤੋਂ ਬਾਅਦ ਇਸ ਨੂੰ ਛੱਡ ਦਿੰਨਾ ਤਾਂ ਪਿਸਟਨ ਹੈ ਜਿਹੜਾ ਵਾਪਸ ਚਲਾ ਜਾਂਦਾ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਹੁਣ ਜਿੱਥੇ ਮੈਂ ਖਿੱਚਿਆ ਉੱਥੇ ਹਵਾ ਨਹੀਂ ਹੈ, ਔਰ ਜਿੱਥੇ ਹਵਾ ਵੀ ਨਹੀਂ ਹੁੰਦੀ ਉਸ ਜਗ੍ਹਾ ਨੂੰ ਖਲਾ ਕਿਹਾ ਜਾਂਦਾ, ਵੈਕਿਊਮ ਕਿਹਾ ਜਾਂਦਾ। ਤਾਂ ਕਿਤਾਬਾਂ ਦੇ ਵਿੱਚ ਪੜ੍ਹਨਾ ਔਰ ਇਸ ਨੂੰ ਪ੍ਰੈਕਟੀਕਲੀ ਤੁਹਾਨੂੰ ਦਿਖਾ ਦੇਣਾ, ਇਹ ਅਧਿਆਪਕ ਦਾ ਫਰਜ਼ ਹੈ। ਇਹ ਅਧਿਆਪਕ ਆਪਣੇ ਫਰਜ਼ ਦੀ ਪੂਰਤੀ ਉਦੋਂ ਕਰ ਰਿਹਾ ਹੁੰਦਾ ਹੈ ਕਿ ਜਦੋਂ ਉਹ ਕੋਆਰਡੀਨੇਸ਼ਨ ਦੇ ਨਾਲ ਜਿਹੜੀ ਗੱਲ ਕਿਤਾਬ ਦੇ ਵਿੱਚ ਪੜ੍ਹਾ ਰਿਹਾ ਹੁੰਦਾ ਹੈ ਉਹ ਪ੍ਰਯੋਗ ਦੇ ਰਾਹੀਂ ਸਿੱਧ ਕਰਕੇ ਦਿਖਾ ਰਿਹਾ ਹੁੰਦਾ ਹੈ। ਇਹੀ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਕੇ ਦਿਖਾਇਆ ਕਿ ਉਹਨਾਂ ਨੇ ਜਦੋਂ ਪਾਣੀ ਦੂਜੇ ਪਾਸੇ ਨੂੰ ਪਾਣਾ ਸ਼ੁਰੂ ਕਰਤਾ ਤਾਂ ਉਹ ਕਹਿੰਦੇ ਵੀ ਇਹ ਉਲਟੇ ਪਾਸੇ ਨੂੰ ਕੀ ਸ਼ੁਰੂ ਹੋ ਗਏ ਤੁਸੀਂ? ਉਹਨਾਂ ਨੇ ਪ੍ਰਯੋਗ ਰਾਹੀਂ ਸਿੱਧ ਕਰਕੇ ਦਿਖਾਇਆ ਕਿ ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ, ਸਾਡਾ ਖੇਤਾਂ ਤੱਕ ਨਹੀਂ ਪਹੁੰਚ ਸਕਦਾ। ਮਤਲਬ ਇਹ ਸਮਝਾਉਣ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਸੀ ਇਹ ਬਹੁਤ ਦੂਰ ਤੱਕ ਪਹੁੰਚਦੀਆਂ, ਪਰ ਉਸ ਤੋਂ ਅਸੀਂ ਗਿਆਨ ਕੀ ਲੈਂਦੇ ਆ ਕਿ ਅਸੀਂ ਮਤਲਬ ਵੀ ਖਿਚਾਈ ਦੇ ਵਿੱਚ ਪੈ ਜਾਂਦੇ ਆ ਵੀ ਨਹੀਂ ਜੀ ਇਹ ਸੰਭਵ ਨਹੀਂ ਹੈ ਜੀ, ਹੋ ਨਹੀਂ ਸਕਦਾ ਜੀ, ਹੋਇਆ ਹੀ ਨਹੀਂ ਹੋਊਗਾ। ਨਹੀਂ, ਉਸ ਤੋਂ ਜੇ ਸਾਨੂੰ ਕੋਈ ਸਿੱਖ ਮਿਲਦੀ ਹੈ। ਹੁਣ ਵਿਗਿਆਨ ਦੇ ਸਾਰੇ ਨੁਕਤੇ ਆ ਜਿਹੜੇ ਕਿਤਾਬਾਂ ਦੇ ਵਿੱਚ ਲਿਖੇ ਗਏ ਆ, ਕੋਈ ਤਰਕ ਕਰੇ ਤਾਂ ਸਹੀ, ਆਵੇ ਤਾਂ ਸਹੀ ਮੈਦਾਨ ਦੇ ਵਿੱਚ ਵਿਚਾਰ ਕਰਨ ਲਈ ਬੈਠੇ ਆ, ਤਾਂ ਸਾਡੇ ਖੇਤਰ ਦੇ ਵਿੱਚ ਕਿਉਂ ਨਹੀਂ ਇਹ ਹੋਣਾ ਚਾਹੀਦਾ? ਸਾਨੂੰ ਦੱਸਣਾ ਚਾਹੀਦਾ, ਪਹੁੰਚ ਕਰਨੀ ਚਾਹੀਦੀ ਹੈ, ਸਿੱਖਣਾ ਚਾਹੀਦਾ ਤੇ ਸਿਖਾਉਣਾ ਚਾਹੀਦਾ ਕਿ ਵਰਤਾਰੇ ਕਿਵੇਂ ਵਾਪਰਦੇ ਆ, ਇਹ ਕਿਵੇਂ ਹੋ ਰਿਹਾ ਸਾਰਾ ਕੁਝ, ਕੀ ਇਹ ਸੱਚ ਹੈ ਜਾਂ ਨਹੀਂ ਹੈ? ਇਹ ਸੱਚਾਈ ਦੀ ਖੋਜ ਨੂੰ ਹੀ ਕਿਹਾ ਗਿਆ, ਔਰ ਜੇ ਸੱਚ ਧਰਮ ਦਾ ਨਾਮ ਹੈ ਤੇ ਸੱਚ ਦੀ ਖੋਜ ਦਾ ਨਾਮ ਵਿਗਿਆਨ ਹੈ। ਆਓ ਰਲ ਮਿਲ ਕੇ ਇਹਦਾ ਹੰਭਲਾ ਮਾਰੀਏ ਤੇ ਇਹਨਾਂ ਚੀਜ਼ਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਈਏ, ਤਾਂ ਸਾਡਾ ਆਉਣ ਵਾਲਾ ਭਵਿੱਖ ਹੋਰ ਵੀ ਚਮਕਦਾਰ ਹੋ ਸਕਦਾ। ਤਾਂ ਵਿਗਿਆਨੀਆਂ ਨੇ ਤਾਂ ਅੱਜ ਦੇਖਿਆ ਵੀ ਪੈਟਰੋਲ ਡੀਜ਼ਲ ਖਤਮ ਹੋ ਰਿਹਾ, ਜਾਂ ਹੁਣ ਆਮ ਜੀ ਗੱਲ ਕਹਿ ਲਈਏ ਵੀ ਮਹਿੰਗਾ ਹੋ ਗਿਆ ਤੇ ਖਤਮ ਹੋ ਰਿਹਾ ਤਾਂ ਹੋਰ ਮਹਿੰਗਾ ਹੋ ਜਾਣਾ। ਤਾਂ ਮੈਗਲੇਵ ਟ੍ਰੇਨਸ ਬਣਾਤੀਆਂ ਗਈਆਂ, ਮੈਗਨੈਟਿਕ ਟ੍ਰੇਨਸ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫਿਊਲ ਦਾ ਖਰਚਾ ਨਹੀਂ ਹੋਊਗਾ, ਸਿਰਫ ਚੁੰਬਕ ਦੇ ਨਾਲ ਚੁੰਬਕ ਆਪਸ ਦੇ ਵਿੱਚ ਇੱਕ ਦੂਜੇ ਨੂੰ ਖਿੱਚਣਗੇ ਵੀ ਤੇ ਧੱਕਣਗੇ ਵੀ। ਇਹ ਉਹਨਾਂ ਦੀ ਖਿੱਚ ਹੈ, ਇੱਕ ਚੁੰਬਕ ਦੀ ਪਲੇਟ ਦੇ ਉੱਤੇ ਦੂਜੀ ਚੁੰਬਕ ਦੀ ਪਲੇਟ ਖਿੱਚ ਰਹੀ ਹੈ। ਹੁਣ ਉਸੇ ਪਲੇਟ ਨੂੰ ਜਦੋਂ ਉਲਟਾ ਕਰ ਦਾਂਗੇ ਤਾਂ ਧਰੁਵ ਉਲਟੇ ਹੋ ਜਾਣਗੇ,
ਜਦੋਂ ਇਹਦੇ ਧਰੁਵ ਉਲਟੇ ਹੋ ਜਾਣਗੇ ਤਾਂ ਉਹੀ ਚੁੰਬਕ ਦੀ ਪਲੇਟ ਇਸ ਦੇ ਵਿੱਚ ਵਿੱਥ ਆ ਗਈ ਹੋਈ ਹੈ, ਔਰ ਇਸ ਵਿੱਥ ਦੇ ਆਉਣ ਦੇ ਨਾਲ ਇਹ ਜਿਹੜੀ ਇਸ ਦੇ ਵਿੱਚ ਮੂਵਮੈਂਟ ਆ ਜਾਂਦੀ ਹੈ ਔਰ ਇਹ ਮੂਵ ਕਰਨ ਲੱਗ ਜਾਂਦੀ ਹੈ। ਇਸ ਨੂੰ ਮੈਗਲੇਵ ਟ੍ਰੇਨ ਦਾ ਨਾਮ ਦਿੱਤਾ ਗਿਆ ਔਰ ਕਾਫੀ ਦੇਰ ਤੱਕ ਮੂਵ ਕਰਦੀ ਰਹੇਗੀ। ਔਰ ਇਸ ਦੀ ਸਪੀਡ ਹੈ ਜਿਹੜੀ ਜਰਮਨ ਦੇ ਵਿਗਿਆਨੀਆਂ ਨੇ ਮੇਜਰ ਕੀਤੀ ਹੈ ਔਰ ਉਹਨਾਂ ਨੇ ਟ੍ਰੇਨ ਚਲਾਈ ਹੈ ਬਣਾ ਕੇ 605 ਕਿਲੋਮੀਟਰ ਪ੍ਰਤੀ ਘੰਟਾ। ਜਸਟ ਇਮੇਜਿਨ, ਕੋਈ ਫਿਊਲ ਨਹੀਂ ਹੈ ਉਹਦੇ ਵਿੱਚ। ਤੇ ਆਉਣ ਵਾਲਾ ਸਮਾਂ ਇਹਨਾਂ ਚੀਜ਼ਾਂ ਦਾ ਹੈ। ਜੇ ਅਸੀਂ ਬੱਚਿਆਂ ਨੂੰ ਨਹੀਂ ਪੜਾਵਾਂਗੇ, ਨਹੀਂ ਦੱਸਾਂਗੇ ਤਾਂ ਉਹ ਸਮਝਣਗੇ ਵੀ ਪਤਾ ਨਹੀਂ ਸ਼ਾਇਦ ਜਾਦੂ ਹੀ ਹੋ ਰਿਹਾ। ਆਉਣ ਵਾਲੇ ਸਮੇਂ ਦੇ ਸ਼ੌਕਰ ਦਿਖਾਈਏ ਤੁਹਾਨੂੰ। ਆਉਣ ਵਾਲੇ ਸਮੇਂ ਦੇ ਸ਼ੌਕਰ ਕਿਹੋ ਜਿਹੇ ਹੋਣਗੇ? ਮੈਗਨੈਟਿਕ ਸ਼ੌਕਰਸ ਹੋਣਗੇ। ਹੁਣ ਤਾਂ ਗੈਸ ਸ਼ੌਕਰ ਚੱਲ ਰਹੇ ਨਾ ਸਾਡੇ ਕੋਲ, ਤਾਂ ਗੈਸ ਸ਼ੌਕਰਸ ਪਹਿਲਾਂ ਆਇਲ ਸ਼ੌਕਰ ਸੀ, ਗੈਸ ਸ਼ੌਕਰਸ ਆਏ, ਗੈਸ ਸ਼ੌਕਰ ਤੋਂ ਬਾਅਦ ਮੈਗਨੈਟਿਕ ਸ਼ੌਕਰਸ ਦੀ ਤਿਆਰੀ ਹੈ। ਇਹ ਦੇਖੋ, ਮੈਗਨੇਟ ਦੇ ਉੱਤੇ ਮੈਗਨੇਟ ਕਿਸ ਤਰ੍ਹਾਂ ਦੀ ਮੂਵਮੈਂਟ ਆ ਰਹੀ ਹੈ, ਜਸਟ ਇਮੇਜਿਨ। ਤੋ ਮੈਂ ਧੰਨਵਾਦ ਕਰਦਾ ਵੀਰ ਡਾਕਟਰ ਮਨਦੀਪ ਸਿੰਘ ਜੀ ਦਾ, ਸਮੂਹ ਪ੍ਰਬੰਧਕਾਂ ਦਾ, ਕਿ ਉਹ ਮੌਕੇ ਤੇ ਇਸੇ ਸਮੇਂ ਮਤਲਬ ਪ੍ਰੋਵਾਈਡ ਕਰਦੇ ਆ। ਆਪਾਂ ਰਲ ਮਿਲ ਕੇ ਵਿਚਾਰਾਂ ਕਰਦੇ ਆ। ਤੇ ਜਿੰਨਾ ਕੁ ਸਮਾਂ ਮੈਨੂੰ ਦਿੱਤਾ ਸੀ, ਉਹਨਾਂ ਨੇ 6:15 ਤੱਕ ਕਿਹਾ ਸੀ, 6:10 ਹੋਣ ਵਾਲੇ ਆ। ਤਾਂ ਮੈਂ ਜਿੱਥੇ ਧੰਨਵਾਦ ਕਰਦਾ, ਉੱਥੇ ਬੇਨਤੀ ਵੀ ਕਰਦਾ ਸਮੂਹ ਵੀਰਾਂ ਨੂੰ ਕਿ ਆਓ ਵਿਗਿਆਨ ਦੇ ਤੱਥਾਂ ਨੂੰ ਸਮਝੀਏ, ਪਰਖੀਏ ਤੇ ਸਮਝਾਈਏ ਵੀ ਜ਼ਰੂਰ। ਤੇ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ, ਭੁੱਲ ਚੁੱਕ ਦੀ ਖਿਮਾ ਜੇ ਮੇਰੇ ਤੋਂ ਵੱਧ ਘੱਟ ਕਿਹਾ ਗਿਆ ਹੋਵੇ। ਫਿਰ ਵੀ ਮੇਰੇ ਵੱਲੋਂ ਇਹ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਸਮਾਂ ਦਿੰਦੇ ਰਹਿਣਾ ਤਾਂ ਕਿ ਆਪਾਂ ਰਲ ਮਿਲ ਕੇ ਵਿਚਾਰਾਂ ਕਰਦੇ ਰਹੀਏ। ਇੰਨਾ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਜ਼ਿਆਦਾ ਧੰਨਵਾਦ ਡਾਕਟਰ ਜਸਵਿੰਦਰ ਸਿੰਘ ਜੀ। आपने अपने कीमती समय ਦੇ ਵਿੱਚੋਂ ਸਾਨੂੰ ਇਹ ਬੇਨਤੀ ਪ੍ਰਵਾਨ ਕਰਦੇ ਹੋਏ ਸਮਾਂ ਦਿੱਤਾ। ਤੇ ਮੈਂ ਜੇ ਸੱਚ ਦੱਸਾਂ ਤਾਂ ਜਿੰਨੀ ਕੁ ਭੁੱਖ ਸਾਨੂੰ ਪਹਿਲਾਂ ਸੀ ਤੁਹਾਡੇ ਲੈਕਚਰ ਦੀ, ਸਾਡੀ ਭੁੱਖ ਹੋਰ ਵੱਧ ਗਈ ਹੈ। ਸਮੇਂ ਤੇ ਅਸੀਂ ਫਿਰ ਬੇਨਤੀ ਕਰਾਂਗੇ ਤੇ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਸ਼ਾਮਲ ਹੁੰਦੇ ਰਹੋਗੇ। ਇੱਕ ਵਾਰ ਫਿਰ ਤੋਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਸਮਾਂ ਦੇਣ ਲਈ। ਹੁਣ ਮੈਂ ਸਾਡੇ ਵੀਰ ਰਣਜੀਤ ਸਿੰਘ ਜੀ ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਜ਼ੋਨ ਤੋਂ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਹਾਜ਼ਰੀ ਲਈ ਡਾਕਟਰ ਸਾਹਿਬ ਦਾ ਧੰਨਵਾਦ, ਅਤੇ ਇਸ ਤੋਂ ਬਾਅਦ ਅੱਜ ਦੀ ਮੀਟਿੰਗ ਨੂੰ ਸਮਾਪਤ ਕਰਨਗੇ ਵੀਰ ਰਣਜੀਤ ਸਿੰਘ ਜੀ। ਵੀਰ ਜੀ ਇੱਕ ਮਿੰਟ ਰਣਜੀਤ ਵੀਰ ਜੀ, ਜਿੰਨੇ ਵੀ ਸਾਡੇ ਪ੍ਰੋਫੈਸਰ, ਟੀਚਰਸ ਜਾਂ ਸਟੂਡੈਂਟ ਸੁਣ ਰਹੇ ਨੇ ਇਸ ਵੈਬੀਨਾਰ ਨੂੰ, ਸਾਰਿਆਂ ਨੂੰ ਇੱਕ ਬੇਨਤੀ ਹੈ, ਕਿਉਂਕਿ ਜਿਹੜਾ ਗਿਆਨ ਹੈ ਉਹ ਜਿੰਨਾ ਵੀ ਜ਼ਿਆਦਾ ਵੰਡਾਂਗੇ ਉਨਾ ਹੀ ਜ਼ਿਆਦਾ ਰੌਸ਼ਨੀ ਫੈਲਾਏਗਾ। ਸੋ ਇਹਦੀ ਰਿਕਾਰਡਿੰਗ YouTube ਤੇ ਹੈ, ਤੁਸੀਂ ਵੱਖ-ਵੱਖ ਗਰੁੱਪ ਤੇ ਹੋਵੋਗੇ ਜਿੱਥੇ ਤੁਸੀਂ ਲਿੰਕ ਪ੍ਰਾਪਤ ਕੀਤੇ ਹੋਣਗੇ। ਸੋ ਸਾਡੀ ਤੁਹਾਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਰਿਕਾਰਡਿੰਗ ਨੂੰ ਵੱਧ ਤੋਂ ਵੱਧ ਬੱਚਿਆਂ ਤੱਕ, ਵੱਧ ਤੋਂ ਵੱਧ ਟੀਚਰਸ ਤੱਕ, ਜਿੰਨੇ ਵੀ ਤੁਹਾਡੇ ਗਰੁੱਪਸ ਨੇ ਉਹਨਾਂ ਦੇ ਵਿੱਚ ਭੇਜਣ ਦੀ ਕਿਰਪਾਲਤਾ ਜ਼ਰੂਰ ਕਰੋ ਤਾਂ ਕਿ ਅਸੀਂ ਇਸ ਰੌਸ਼ਨੀ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾ ਸਕੀਏ। ਤੁਸੀਂ ਜਿਹੜਾ ਸਾਡਾ ਚੈਨਲ ਜਿਹਦੇ ਉੱਤੇ ਰਿਕਾਰਡਿੰਗ ਹੈ ਉਹਦੇ ਲਈ ਵੀ ਬੇਨਤੀ ਹੈ ਕਿ ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਮਿਲਦੀ ਰਹੇ। ਸੋ ਹੁਣ ਮੈਂ ਬੇਨਤੀ ਕਰਾਂਗਾ ਵੀਰ ਰਣਜੀਤ ਸਿੰਘ ਜੀ ਨੂੰ ਕਿ ਧੰਨਵਾਦੀ ਸ਼ਬਦ ਕਹਿਣਗੇ। ਵੀਰ ਰਣਜੀਤ ਸਿੰਘ। ਗੁਰੂ ਸਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਸਾਰੇ ਵੀਰਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਅੱਜ ਦਾ ਇਹ ਜੋ ਬਹੁਤ ਹੀ ਭਾਵਪੂਰਕ ਤੇ ਬੜਾ ਵਡਮੁੱਲਾ ਸਮਾਂ, ਜਿਵੇਂ ਅਸੀਂ ਅਕਸਰ ਬੇਨਤੀ ਕਰਦੇ ਹੁੰਦੇ ਹਾਂ ਔਰ ਅਕਸਰ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਸਮਾਂ ਸਫਲਾ। ਸੋ ਐਸੇ ਸਮੇਂ ਜਿਸ ਤਰ੍ਹਾਂ ਡਾਕਟਰ ਜਸਵਿੰਦਰ ਸਿੰਘ ਹੋਰੀ ਵੀਰ ਜੀ ਹੋਰਾਂ ਨੇ ਵਿਗਿਆਨ ਦੇ ਤੱਥ ਲੱਗਦਾ ਹੀ ਨਹੀਂ ਸੀ ਵੀ ਇਹ ਕੋਈ ਵਿਗਿਆਨ ਸਮਝਾ ਰਹੇ ਨੇ, ਜਾਂ ਆਮ ਜਿਹੜਾ ਸਾਡਾ ਮੈਂ ਕਹਿੰਦਾ ਗੋਜ ਰਮਜ ਦੀਆਂ ਗੱਲਾਂ ਜਿਹੜੀਆਂ ਅਸੀਂ ਅਧਿਆਤਮਿਕ ਰੂਪ ਦੇ ਵਿੱਚ ਵੀ ਕਈ ਵਾਰੀ ਐ ਸਮਝਦੇ ਹਾਂ ਵੀ ਇਹ ਬਹੁਤ ਹੀ ਜ਼ਿਆਦਾ, ਕਿਉਂਕਿ ਮਨੁੱਖ ਨੂੰ, ਇਨਸਾਨ ਨੂੰ ਨਾ ਜੀ ਸਭ ਤੋਂ ਕੀਮਤੀ ਜਿਹੜਾ ਹੈਗਾ ਉਹ ਇਹ ਲੱਗਦਾ ਵੀ ਜਿਹੜਾ ਮੁਕਤੀ ਦਾ ਜਾਂ ਪਰਮਾਰਥ ਦਾ ਹੈਗਾ ਵੀ ਬਹੁਤ ਸਭ ਤੋਂ ਵੱਡਾ ਗਿਆਨ ਹੈ ਜਿਹੜਾ ਇਹ ਸਭ ਤੋਂ ਜ਼ਿਆਦਾ ਕੀਮਤੀ ਹੈ ਔਰ ਸਭ ਤੋਂ ਜ਼ਿਆਦਾ ਰੌਚਕ ਤੇ ਸਭ ਤੋਂ ਹੈ। ਤੇ ਵਿਗਿਆਨ ਨੂੰ ਅਕਸਰ ਇਹ ਗੁੰਝਲਦਾਰ ਤੇ ਜਟਿਲ ਜਿਹਾ ਸਮਝਿਆ ਜਾਂਦਾ ਸੀ।
ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਹੋਰਾਂ ਨੇ ਸਮਝਾਇਆ ਔਰ ਇਹਨਾਂ ਨੇ ਬੜੇ ਹੀ ਸਰਲ ਤਰੀਕੇ ਨਾਲ ਬੜੇ ਹੀ ਤਜਰਬੇ ਜਿਹੜੇ ਇਹਨਾਂ ਨੇ ਸਾਨੂੰ ਸਾਹਮਣੇ ਕਰਕੇ ਦਿਖਾਏ ਨਾ ਜੀ। ਤੋ ਇਹਨਾਂ ਦੇ ਇਸ ਸਾਰੇ ਹੀ ਮੈਂ ਸਮਝਦਾ ਲੈਕਚਰ ਨਹੀਂ ਸੀ, ਇਹ ਲੱਗਦਾ ਸੀ ਪ੍ਰਯੋਗਸ਼ਾਲਾ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਹੀ ਅਸੀਂ ਇਹ ਸਾਰੇ ਪ੍ਰਯੋਗ ਵੀ ਕਰ ਰਹੇ ਹਾਂ ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ। ਭਾਵੇਂ ਮੈਂ ਇੱਕ ਸਾਇੰਸ ਦਾ ਸਟੂਡੈਂਟ ਨਹੀਂ ਸੀ, ਪਰ ਜਿਹੜੇ ਸੌਖੇ ਢੰਗ ਨਾਲ ਇਹਨਾਂ ਨੇ ਜਿਵੇਂ ਦੱਸਿਆ ਨਾ ਜੀ, ਤੇ ਮੈਨੂੰ ਲੱਗਦਾ ਵੀ ਜਿੰਨੇ ਵੀ ਬੱਚੇ ਅੱਜ ਜੁੜੇ ਸਨ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡਾ YouTube ਚੈਨਲ ਦੇਖਣਗੇ, ਉਹ ਮੈਨੂੰ ਲੱਗਦਾ ਵੀ ਇਹ ਜਿੰਨੇ ਵੀ ਕਨਸੈਪਟ ਡਾਕਟਰ ਸਾਹਿਬ ਹੋਰਾਂ ਨੇ ਦੱਸੇ ਹੈ ਉਹ ਤਾਂ ਜ਼ਿੰਦਗੀ ਨਹੀਂ ਭੁੱਲ ਸਕਦੇ। ਔਰ ਸਦਾ ਲਈ ਡਾਕਟਰ ਸਾਹਿਬ ਤੁਹਾਡਾ ਉਹ ਸਦਾ ਲਈ ਬੱਚੇ ਮੈਨੂੰ ਲੱਗਦਾ ਧੰਨਵਾਦ ਕਰਨਗੇ, ਕਿਉਂਕਿ ਉਹ ਮੈਨੂੰ ਲੱਗਦਾ ਜਿੰਨੇ ਬੇਸਿਕ ਤੁਸੀਂ ਕਨਸੈਪਟ ਕਲੀਅਰ ਕੀਤੇ ਆ ਨਾ ਜੀ, ਇੰਨਾ ਹੋ ਸਕਦਾ ਹੋਰ ਕਿਤੇ ਜਿਹੜਾ ਹੈ ਕਲਾਸਰੂਮ ਦੇ ਵਿੱਚ ਵੀ ਨਾ ਹੋ ਸਕਦੇ। ਸੋ ਡਾਕਟਰ ਮਨਦੀਪ ਸਿੰਘ ਜੀ ਵੀਰ ਜੀ ਹੋਰਾਂ ਦਾ, ਮਨਮੋਹਨ ਸਿੰਘ ਜੀ ਹੋਰਾਂ ਦਾ ਔਰ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਵਾਏ, ਇੱਕ ਵਾਰ ਮੈਂ ਫਿਰ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਹੀ ਰੁਝੇਵਿਆਂ ਭਰੇ, ਕਿਉਂਕਿ ਮੈਂ ਦੇਖ ਰਿਹਾ ਜਿਸ ਤਰ੍ਹਾਂ ਦਾ ਤੁਹਾਡਾ ਅਧਿਐਨ ਹੈ, ਜਿਸ ਤਰ੍ਹਾਂ ਦੀ ਤੁਹਾਡੀ ਕਾਰਜਸ਼ੈਲੀ ਹੈ, ਤੇ ਤੁਸੀਂ ਵਾਕਿਆ ਹੀ ਹੋਰ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਸੇਵਾਵਾਂ ਇਹਦੇ ਨਾਲ ਹੋਰ ਵੀ ਬਹੁਤ ਥਾਵਾਂ ਤੇ ਕਮਾ ਰਹੇ ਹੋਵੋਗੇ, ਪਰ ਫਿਰ ਵੀ ਤੁਸੀਂ ਸਟੱਡੀ ਸਰਕਲ ਨੂੰ ਇੰਨਾ ਮਾਣ ਦਿੱਤਾ, ਟਾਈਮ ਦਿੱਤਾ, ਸਤਿਕਾਰ ਦਿੱਤਾ ਔਰ ਬੱਚਿਆਂ ਨੂੰ ਆਪਣੇ ਜਿਹੜਾ ਹੈ ਨਿੱਜੀ ਤਜਰਬੇ ਦੇ ਵਿੱਚੋਂ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਸੀ ਉਹ ਪ੍ਰਦਾਨ ਕੀਤੀ। ਇਸ ਦੇ ਲਈ ਮੈਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ। ਅਕਾਲ ਪੁਰਖ ਸੱਚੇ ਪਾਤਸ਼ਾਹ ਆਪ ਜੀ ਨੂੰ ਹੋਰ ਜ਼ਿਆਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹੀ ਹੋਰ ਤਾਂ ਜ਼ਿੰਦਗੀ ਜਿੰਨਾ ਚਿਰ ਵੀ ਪ੍ਰਮਾਤਮਾ ਨੇ ਆਪ ਜੀ ਨੂੰ, ਮੈਂ ਆਸ ਤੇ ਅਰਦਾਸ ਕਰਾਂਗਾ ਆਪ ਜੀ ਲੰਬੀਆਂ ਉਮਰਾਂ ਮਾਣੋ ਤੇ ਜਿੰਨੇ ਵੀ ਪਾਤਸ਼ਾਹ ਜੀ ਆਪ ਨੂੰ ਸਵਾਸ ਬਖਸ਼ਿਸ਼ ਕਰਨ, ਆਪ ਐਸੇ ਤਰ੍ਹਾਂ ਹੀ ਦੇਸ਼ ਕੌਮ ਦੀ ਸੇਵਾ ਕਰਦੇ ਰਹੋ ਜੀ। ਇਹ ਮੈਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਔਰ ਇੱਕ ਵਾਰ ਫਿਰ ਆਪ ਜੀ ਦਾ ਧੰਨਵਾਦ ਕਰਦਾ ਹੋਇਆ ਉਹਨਾਂ ਸਾਰੇ ਪ੍ਰਬੰਧਕ ਵੀਰਾਂ ਦਾ ਔਰ ਸਾਰੇ ਬੱਚਿਆਂ ਦਾ ਜਿਹੜੇ ਜੁੜੇ ਰਹੇ ਹੁਣ ਤੱਕ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਲਦੀ ਹੀ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੇਂ ਬੁਲਾਰੇ ਦੇ ਨਾਲ ਫਿਰ ਮੁਲਾਕਾਤ ਹੋਏਗੀ ਜੀ। ਇਸੇ ਤਰ੍ਹਾਂ ਜੁੜਦੇ ਰਹਿਣਾ ਜੀ, ਤੁਹਾਡੇ ਆਪਦਾ ਆਸ਼ੀਰਵਾਦ ਅਤੇ ਪਿਆਰ ਸਾਨੂੰ ਦਿੰਦੇ ਰਹਿਣਾ ਜੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।